to the ਲਾਸਟ ਪਿਛਲੇ 2 ਹਫ਼ਤਿਆਂ ਵਿੱਚ ਅਸੀਂ ਅਨੀਸ਼ਾ ਜੀ ਦੇ ਰਿਕੁਐਸਟ ਤੇ ਜਪਜੀ ਦੀ ਜਿਹੜੀ ਪੌੜੀ ਨੰਬਰ 16 I believe is what we went through. It took us two sessions to went through the entire ਪੌੜੀ ਤੇ ਅੱਜ I will try to finish the ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਜਿਹੜੀਆਂ 3 ਪਦੇ ਰਹਿੰਦੇ ਹਨ ਉਹਦੇ ਉਹ ਖਤਮ ਕਰ ਗਏ ਤੇ ਅਗਲੇ ਹਫਤੇ ਅਗਲੇ ਜਿਹੜੇ 1 ਜਾਂ 2 ਹਫ਼ਤੇ ਵਿੱਚ ਹਿਸਟੋਰੀਕਲ ਕੁਝ ਟਾਪਿਕ ਲੈ ਕੇ ਤੇ ਉਹ ਹਿਸਟੋਰੀਕਲ ਟਾਪਿਕ ਜਿਹੜੇ ਗੁਰਦੁਆਰਿਆਂ 'ਚ ਅੱਜਕੱਲ ਡਿਸਕਸ ਨਹੀਂ ਹੁੰਦੇ ਬਹੁਤੇ ਜਿਹੜਾ ਪੀਰੀਅਡ ਆਫਟਰ ਦ ਸਿੱਖ ਰਾਜ ਦੇ ਐਂਡ ਤੋਂ ਲੈ ਕੇ ਤੇ ਗੁਰਦੁਆਰਾ ਸੁਧਾਰ ਮੂਵਮੈਂਟ ਦੇ ਜਿਹੜੇ ਇੰਪੋਰਟੈਂਟ ਜਿਹੜੇ ਪਹਿਲੂ ਆਏ ਹਨ ਜਿਹੜੇ ਔਰ ਉਸ ਵੇਲੇ ਦੀਆਂ ਸਟਰਗਲਸ ਜਿਹੜੀਆਂ ਸਨ ਸਿੱਖਾਂ ਨੇ ਜੋ ਕੀਤੀਆਂ ਹਨ 1920s ਵਿੱਚ 1910 ਵਿੱਚ ਔਰ ਬੜੀਆਂ ਸਟਰਗਲ ਸਨ ਉਸ ਵੇਲੇ ਕਰਨ ਵਾਲੀਆਂ ਸ਼ਾਇਦ ਤੁਹਾਨੂੰ ਨਹੀਂ ਫੈਮਿਲੀਅਰ ਇਸ ਗੱਲ ਤੋਂ ਪਹਿਲੀ ਸਟਰਗਲ ਤੇ ਜਿਹੜੀ ਆਈ ਜਿਹੜੀ ਕਿ ਕਿਉਂਕਿ ਦਰਬਾਰ ਸਾਹਿਬ ਅੰਗਰੇਜ਼ਾਂ ਦਾ ਰਾਜ ਵੇਲੇ ਅੰਗਰੇਜ਼ਾਂ ਨੇ ਬੜੀ ਚੁੱਕ ਦਿੱਤੀ ਸਨਾਤਨੀ ਜਿਹੜੇ ਸਨ ਹਿੰਦੂ ਸਨਾਤਨੀ ਧਰਮ ਵਿੱਚੋਂ ਪੁਜਾਰੀ ਜਿਹੜੇ ਹਨ ਸਿਲੈਕਟ ਕੀਤੇ ਗਏ ਬੜੇ ਜਿਹੜੇ ਹਿੰਦੂ ਸਨਾਤਨੀ ਧਰਮ ਵਿੱਚ ਬਿਲੀਵ ਕਰਦੇ ਸਨ and believe me or not ਜਿਸ ਚੀਜ਼ ਨੂੰ ਗੁਰੂ ਨੇ ਵਰਜਿਆ ਹੈ ਮੂਰਤੀ ਪੂਜਾ ਤੋਂ ਜਿਸ ਚੀਜ਼ ਨੇ ਗੁਰੂ ਨੇ ਬੜੀ ਸਖਤ ਮਨਾਹੀ ਕੀਤੀ ਹੈ ਬਾਣੀ ਵਿੱਚ ਉਹਨਾਂ ਮੂਰਤੀਆਂ ਨੂੰ ਦਰਬਾਰ ਸਾਹਿਬ ਅੰਦਰ ਸਥਾਪਿਤ ਕਰ ਦਿੱਤਾ ਗਿਆ ਉਸ ਵੇਲੇ it's a very sad incident that happened and some people might not know this but it was not easy to remove them either. It was a lot of struggle that happened before they were able to the British government tried their best ki ਇਹ ਮੂਰਤੀਆਂ just imagine ਪਰਿਕਰਮਾ ਦੇ ਵਿੱਚ ਹਰ ਥਾਂ ਤੇ ਅਕਾਲ ਤਖਤ ਦੇ ਸਾਹਮਣੇ ਦਸ਼ਨੀ ਡਿਉੜੀ ਦੇ ਉੱਤੇ ਹਿੰਦੂ ਗॉड्स ਐਂਡ ਗॉडेसेस ਦੀਆਂ ਜਿਹੜੀਆਂ ਮੂਰਤੀਆਂ ਜਿਹੜੀਆਂ ਹਨ ਰਾਮ ਦੀਆਂ ਕ੍ਰਿਸ਼ਨ ਦੀਆਂ ਵਿਸ਼ਨੂੰ ਦੀਆਂ ਸ਼ਿਵ ਦੀਆਂ ਇਹ ਮੂਰਤੀਆਂ ਐਸਟੈਬਲਿਸ਼ ਕਰ ਦਿੱਤੀਆਂ ਗਈਆਂ ਅੰਦਰ ਤੇ ਇਹਨਾਂ ਮੂਰਤੀਆਂ ਨੂੰ ਚੁੱਕਣ ਦਾ ਫਿਰ ਜਦੋਂ ਚੁੱਕਣ ਦੇ ਟਾਈਮ ਜਿਹੜੀ ਸਟਰਗਲ ਜਿਹੜੀ ਆਈ ਜਿਹੜੀ ਉਹ ਵੀ ਬੜੀ ਵੱਡੀ ਸਟਰਗਲ ਸੀ it was not that easy to do and convince and the reason is ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਸ ਕੰਟਰੀ ਦੇ ਪੋਲੀਟੀਕਲ ਹਾਲਾਤ ਉਸ ਵੇਲੇ ਵੀ ਉਸ ਵੇਲੇ ਪੋਲੀਟੀਕਲ ਹਾਲਾਤ ਬ੍ਰਿਟਿਸ਼ ਗਵਰਨਮੈਂਟ ਦੇ ਥੱਲੇ ਸਨ ਸੋ ਉਹ ਬ੍ਰਿਟਿਸ਼ ਗਵਰਨਮੈਂਟ ਦੇ ਥੱਲੇ ਜਿਹੜੀਆਂ ਸਟਰਗਲ ਜਿਹੜੀਆਂ ਆਈਆਂ ਸਾਡੇ ਵਾਸਤੇ we will spend some time on that and try to understand and appreciate those times ਕਿ ਉਸ ਟਾਈਮ ਵਿੱਚ ਲੋਕਾਂ ਨੇ ਜਿਹੜੀਆਂ and you won't be mere family cho hain log jinha ne some people participated in Jaito Gangsar de morche with some people participated in Kana Sahib de morche with I won't be surprised to families jo stories hon and if you have any you are welcome to share those Kana Sahib da morcha bahut saal nahi hoye 100 saal hi hoye Jaito Gangsar de morche nu bhi itne hi saal hoye inko bahut saal nahi bite koi it's not like 300 years old or something newspaper clippings are available, lot of detail is available on those. So any particular thing if somebody wants me to discuss though or go about though I will do that, otherwise I'll carry on my own agenda but agar tanu kisi cheez da koi particular interest hoye te main zarur dasna Brahm Gani diyan sweetie ji mainu confirm kar dena I think pehle 5 pade asi we have done is what I have shown in my notes ਹਾਂਜੀ 6 ਸ਼ੁਰੂ ਕਰਨਾ ਛੇਵੇਂ ਪਦਾ ਜਿਹੜਾ ਹੈ ਉਹ ਬ੍ਰਹਮ ਗਿਆਨੀ ਬ੍ਰਹਮ ਕਾ ਬੇਤੇ ਤੋਂ ਸ਼ੁਰੂ ਹੁੰਦਾ ਹੈ ਤੇ let me just take a pause here for a second and explain ਇੱਕ ਬਹੁਤ important aspect ਗੁਰਮਤ ਦੇ ਐਸਪੈਕਟ ਵਿੱਚ as opposed to ancient Hinduism ਜਾਂ ਸਨਾਤਨੀ ਜਿਹੜੇ original ਧਰਮ ਸਨ ਉਹਨਾਂ ਵਿੱਚ ਇੱਕ ਬਹੁਤ ਵੱਡਾ ਫਰਕ ਇਹ ਹੈ ਕਿ ਇੱਥੇ ਗਿਆਨ ਜਾਂ knowledge ਨੂੰ ਲਵ ਦੇ ਨਾਲ ਰੱਖਿਆ ਗਿਆ ਹੈ ਇੱਥੇ ਉਹ ਕਿਸੇ ਕਿਸਮ ਦੀ knowledge ਜਿਹੜੀ ਬਗੈਰ ਪਿਆਰ ਤੋਂ ਹੈ ਉਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ I just want to make sure I go on record and say that doesn't mean ਕਿ knowledge important ਨਹੀਂ ਹੈ knowledge ਬਹੁਤ important ਹੈ ਗੁਰੂ ਕੇ ਸ਼ਬਦ ਦੀ ਵਿਚਾਰ ਗੁਰੂ ਕੇ ਸ਼ਬਦ ਨੂੰ ਸਮਝਣਾ ਉਹਨੂੰ ਬੁੱਝਣਾ ਅਕਲ ਨਾਲ ਸਮਝਣਾ ਗੁਰਮਤ ਦੇ ਜਿਹੜੇ ਭੇਦ ਜਿਹੜੇ ਹਨ ਉਹਨਾਂ ਭੇਦਾਂ ਨੂੰ ਸਮਝਣਾ ਇਹ ਬਹੁਤ ਕ੍ਰਿਟੀਕਲ ਹੈ ਲੇਕਿਨ ਇਸ ਕ੍ਰਿਟੀਕਲ ਹੋਣ ਦੇ ਬਾਵਜੂਦ ਵੀ ਜੇ ਉਸ ਫੀਲਿੰਗ ਵਿੱਚ ਜੇ ਪਿਆਰ ਨਹੀਂ ਹੈ ਨਾ ਜੇ ਹੇਤ ਨਹੀਂ ਹੈ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ ਕੋਈ ਉਹਦਾ ਕੋਈ ਬਹੁਤ ਲਾਭ ਨਹੀਂ ਹੈ ਉਸਦਾ ਕਿਉਂਕਿ ਉਹ ਫਿਰ ਪ੍ਰਮਾਤਮਾ ਦੇ ਨੇੜੇ ਨਹੀਂ ਜਾ ਸਕਦਾ ਬੰਦਾ
One thing I also want to point out कि अगर तुसी बाणी ਨੂੰ ਲਵੋ, अगर गुरु ग्रंथ साहिब महाराज ਦੀ ਬਾਣੀ ਨੂੰ ਲਵੋ ਤੇ ਇਸ ਬਾਣੀ ਵਿੱਚ ਦੋਨੋਂ ਚੀਜ਼ਾਂ ਮਿਲੀਆਂ ਹੋਈਆਂ। जितनी इंपॉर्टेंस गुरु के शब्द दी विचार है या बाणी ਨੂੰ समझना है, उतना ही इंपॉर्टेंट उस बाणी ਨੂੰ गावना है। गावन ਦੀ इंपॉर्टेंस कोई घट नहीं, ਇਹ ਨਾ ਕੋਈ ਇੱਥੇ ਕੋਈ ਲੈ ਜਾਵੇ ਇਸ ਨੂੰ कि कीर्तन दी महत्ता या कीर्तन दी ਜਿਹੜੀ इंपॉर्टेंस ਜਿਹੜੀ है या बाणी ਨੂੰ गावन दी इंपॉर्टेंस ਜਿਹੜੀ है ਉਹ ਕਿਧਰੇ ਬਾਣੀ ਦੇ ਸਮਝਣ ਨਾਲੋਂ ਘੱਟ ਹੈ। ਕਿਧਰੇ ਇਹ ਗੱਲ ਮਨ ਚ ਕਦੀ ਨਾ ਰੱਖਿਓ ਇਸ ਗੱਲ ਨੂੰ। ਬਾਣੀ ਕੀਰਤਨ ਰੂਪ ਵਿੱਚ ਨਾਜ਼ਰ ਹੋਈ ਹੈ ਉਹਨਾਂ ਨੂੰ ਜੀ, ਉਹ ਰਬਾਬ ਦੇ ਰੰਗ ਹੀ ਨਿਕਲੀ ਹੈ, ਉਹ ਕੀਰਤਨ ਰੂਪ ਵਿੱਚ ਆਈ ਹੈ। ਇਸੇ ਵਾਸਤੇ ਕੀਰਤਨ ਰੂਪ ਵਿੱਚ ਪ੍ਰਵਾਨਗੀ ਮਿਲੀ ਹੈ। ਉਹ ਪ੍ਰਵਾਨਗੀ ਵੀ ਘੱਟ ਨਹੀਂ ਮਿਲੀ। ਦਰਬਾਰ ਸਾਹਿਬ ਹੁਣ ਤੱਕ ਅੰਦਰ ਹਰਮੰਦਰ ਸਾਹਿਬ ਦੀ ਜੋ ਮਰਿਆਦਾ ਹੈ ਉਹ ਉੱਥੇ ਅੰਦਰ ਸਿਰਫ ਕੀਰਤਨ ਹੀ ਹੁੰਦਾ ਹੈ, ਐਕਸੈਪਟ ਫॉर maybe there is an hour's worth of time the whole day ਜਦੋਂ ਕੀਰਤਨ ਨਹੀਂ ਹੁੰਦਾ, ਜਦੋਂ ਰਹਿਰਾਸ ਦਾ ਪਾਠ ਹੁੰਦਾ ਹੈ ਜਾਂ ਕੀਰਤਨ ਸੋਹਲੇ ਦਾ ਪਾਠ ਕੀਤਾ ਜਾਂਦਾ ਹੈ, ਜਦੋਂ ਬਾਬਾ ਬੁੱਢਾ ਜੀ ਦੀ ਫੇਰੀ ਦੀ ਚੌਕੀ ਲੱਗਦੀ ਹੈ ਤੇ ਸ਼ਾਂਤੀ ਹੋ ਜਾਂਦੀ ਅੰਦਰ, ਜਾਂ ਜਦੋਂ ਅੰਦਰ ਦੀ ਮਰਿਆਦਾ ਜਿਹੜੀ ਹੈ ਉਹ ਸਿਰਫ ਨਿਰੋਲ ਕੀਰਤਨ ਦੀ ਹੈ ਅੰਦਰੋਂ। ਤੇ ਬਾਣੀ ਨੂੰ ਗਾਵਣਾ ਕਿਉਂਕਿ ਗਾਵਣ ਨਾਲ ਪਿਆਰ ਹੈ, ਤੇ ਉਹਨਾਂ ਨੇ ਫਿਰ ਹੋਰ ਅੱਗੇ ਕਰ ਦਿੱਤੇ ਕੰਮ। ਉਹਨਾਂ ਨੇ ਕਿਹਾ ਚਲੋ ਹੋਰ ਨਹੀਂ, ਤੇ ਇਹ 31 ਰਾਗਾਂ ਦਾ ਜਿਹੜਾ ਗੁਲਦਸਤਾ ਜਿਹੜਾ ਹੈ, 31 ਰਾਗਾਂ ਦੀ 31 ਜਿਹੜੀ ਫੁੱਲਾਂ ਦੀ ਖੁਸ਼ਬੂ ਜਿਹੜੀ ਹੈ, ਜਿਹੜੀ ਸ਼੍ਰੀ ਤੋਂ ਲੈ ਕੇ ਜੈਜਾਵੰਤੀ ਤੱਕ ਦੀ ਖੁਸ਼ਬੂ ਹੈ, ਇਹ ਖੁਸ਼ਬੂ ਗੁਰੂ ਕੇ ਸਿੱਖਾਂ ਚ ਆਵੇ। ਤੇ ਉਹਨਾਂ ਨੇ ਅੰਦਰੋਂ ਹਿਦਾਇਤ ਵੀ ਕਰ ਦਿੱਤੀ ਕਿ ਵੀ ਇਹਨਾਂ ਨੂੰ ਅਸੀਂ ਰეკਮੈਂਡ ਕਰਦੇ ਹਾਂ ਕਿ ਇਹਨੂੰ ਕਾਨੜੇ ਵਿੱਚ ਗਾਓ, ਅਸੀਂ ਰეკਮੈਂਡ ਕਰਦੇ ਹਾਂ ਇਹਨੂੰ ਆਸਾ ਵਿੱਚ ਗਾਓ, ਅਸੀਂ ਰეკਮੈਂਡ ਕਰਦੇ ਹਾਂ ਇਹਨੂੰ ਆਸਾਵਰੀ ਚ ਗਾਓ, ਅਸੀਂ ਰეკਮੈਂਡ ਕਰਦੇ ਹਾਂ ਤੁਸੀਂ ਗੌੜੀ ਵਿੱਚ ਗਾਓ। ਕਿਉਂ? ਜੇ ਗਾਓਗੇ ਉਸ ਤਰ੍ਹਾਂ ਤੇ ਉਹ ਜਿਹੜੇ ਸ਼ਬਦ ਦੇ ਭਾਵ ਜਿਹੜੇ ਹਨ, ਜਿਹੜੇ ਸ਼ਬਦ ਦੇ ਜਿਹੜੇ ਇੰਟਰਨਲ ਮੀਨਿੰਗ ਜਿਹੜੇ ਹਨ, ਉਹਦੇ ਵਿੱਚ ਜ਼ਿਆਦਾ ਉਹ ਪ੍ਰਫੁੱਲਿਤ ਹੋਣਗੇ। ਉਹ ਮੀਨਿੰਗ ਜ਼ਿਆਦਾ ਤੁਹਾਨੂੰ ਤੁਹਾਡੇ ਤੇ ਅਸਰ ਕਰਨਗੇ ਜ਼ਿਆਦਾ। ਇਹ ਤਾਂ ਮੈਂ ਕਹਿ ਰਿਹਾ ਹਾਂ ਕਿ ਗੁਰਮਤ ਵਿੱਚ ਦੋਨੋਂ ਚੀਜ਼ਾਂ ਦੀ ਪ੍ਰਵਾਨਗੀ ਗੁਰੂ ਨੇ ਦਿੱਤੀ ਹੈ। ਉਹਨੂੰ ਮੀਨਿੰਗ ਦੇ ਸਮਝਣ ਦੀ, ਭਾਵ ਕਥਾ, ਤੇ ਕਥਾ ਦੀ ਇੰਪੋਰਟੈਂਸ ਕੋਈ ਘੱਟ ਨਹੀਂ ਹੈ। ਸਭ ਤੇ ਉੱਤਮ ਹਰਕੀਰਤ ਦਾ ਵਰਡ ਆਏ ਹਨ। ਇਸੇ ਵਾਸਤੇ ਕਥਾਵਾਚਕਾਂ ਦੀ ਇੰਪੋਰਟੈਂਸ, ਕਥਾ ਕਰਨ ਦੀ ਪ੍ਰਥਾ, ਬਾਣੀ ਨੂੰ ਸਮਝਣ ਦੀ ਪ੍ਰਥਾ ਬੜੀ ਇੰਪੋਰਟੈਂਟ ਹੈ। ਤੇ ਨਾਲ ਜਿੱਥੇ ਬਾਣੀ ਨੂੰ ਸਮਝਣਾ ਹੈ ਉੱਥੇ ਕੀਰਤਨ ਦੀ ਮਰਿਆਦਾ ਬਹੁਤ ਇੰਪੋਰਟੈਂਟ ਦਿੱਤੀ ਗਈ ਹੈ। ਕੀਰਤਨ ਦੀ ਮਰਿਆਦਾ ਸਰਵੋਤਮ ਹੈ ਕਿਉਂਕਿ ਵਰਡ ਇਜ਼ ਸਟਰੋਂਗ। ਕੀਰਤਨ ਵਾਸਤੇ ਇਹ ਆਏ ਹਨ ਕਿ ਕੀਰਤਨ ਨਿਰਮੋਲਕ ਹੀਰਾ ਦੇ ਤੱਕ ਵਰਡ ਆਏ ਹਨ। ਇਹ ਨਿਰਮੋਲਕ ਹੀਰਾ ਹੈ ਕੀਰਤਨ। ਗੁਰੂ ਨਾਨਕ ਦੇਵ ਜੀ ਨੇ ਪੂਰੀ ਜ਼ਿੰਦਗੀ ਗਾਇਆ ਹੈ। ਉਹਨਾਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ, ਉਹਨਾਂ ਨੇ ਕਰਤਾਰਪੁਰ ਵੀ ਰਹੇ ਹਨ ਤਾਂ ਵੀ ਗਾਇਆ ਹੈ, ਉਦਾਸੀਆਂ ਤੇ ਗਏ ਹਨ ਤਾਂ ਮਰਦਾਨਾ ਨਾਲ ਰਬਾਬੀ ਲਿੱਤਾ ਹੈ। ਕੋਈ ਪੰਡਿਤ ਨਹੀਂ ਨਾਲ ਲਿੱਤਾ, ਕੋਈ ਨੌਲੇਜੇਬਲ ਬੰਦਾ ਨਾਲ ਨਹੀਂ ਲਿੱਤਾ, ਕੋਈ ਵਿਆਖਿਆ ਵੱਡੀਆਂ ਨਹੀਂ ਕੀਤੀਆਂ। ਉਹਨਾਂ ਨੇ ਸਿਰਫ ਗਾ ਕੇ ਸਾਰਿਆਂ ਨੂੰ ਖੁਸ਼ ਕੀਤਾ ਹੈ ਉਸਨੂੰ। ਇਸੇ ਵਾਸਤੇ ਜਿਹੜੇ ਇਸ ਬ੍ਰਹਮ ਗਿਆਨੀ ਦੀ ਅਸ਼ਪਦੀ ਵਿੱਚ ਵੀ ਬ੍ਰਹਮ ਗਿਆਨੀ ਦੀ ਜਦੋਂ ਸਿਰਲੇਖ ਲਿਖਦੇ ਹਨ ਤੇ ਇੱਥੇ ਵੀ ਇਸ ਗੱਲ ਦੀ ਕਲੈਰਿਟੀ ਹੈ ਕਿ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਨਾਲ, ਲੇਕਿਨ ਬ੍ਰਹਮ ਗਿਆਨੀ ਏਕ ਸੰਗ ਏਤਾ। ब्रह्म क्या बेता है, बेता मने जानन वाला, नॉलेजेबल है ब्रह्म ज्ञानी। ब्रह्म ज्ञानी दे हिरदे विच बड़ी नॉलेज है, ब्रह्म ज्ञानी दे हिरदे विच अंदरों प्यार है, ब्रह्म ज्ञानी दे हिरदे विच नॉलेज है, लेकिन एक संग हेता मने प्यार, एक नाल प्यार भी है। प्यार ते नॉलेज दा संगम है। निरा प्यार, निरा नॉलेज नहीं है, निरी बने सुखी हुई नॉलेज दा नहीं है। निरे टीके नहीं पढ़े हुए जपजी साहब दे। हां जी, इत्थे फर्क है। ते जे कीर्तन करण वाला भी निरा नॉलेज में चला जाए तो सिर्फ सुरां ते ताल ते ही खाली जोर देवे ते जो गा रहा है उदा उत्थे फोकस ना करे ते फिर वो भी खराब है। ये गल जपजी विच भी आई है, ये गल आसा की वार विच भी आई है। हर जगह बाणी विच इस बाणी नूं बड़ा क्लैरिटी करते हैं कि गुरमत दा रस्ता सिर्फ नॉलेज वाला नहीं, गुरमत दा रस्ता सिर्फ ज्ञान वाला नहीं, गुरमत दा रस्ता प्यार वाला है। जदों गुरमुख नादन किया है ते नाल गुरमुख वेदन भी किया है। नाद ते वेद दोनों नाल चलते हैं। वेद उत्थे वेदन हिंदू शास्त्रां वेदा वास्ते वर्ड नहीं आए जपजी विच, उत्थे वर्ड आए हैं वेद दे, उत्थे मतलब नॉलेज है, उत्थे ज्ञान है। गुरु दे मुंह विच सारा ज्ञान है ते गुरु दे मुंह विच ही सारे नाद है, सारा कीर्तन है, सारा प्यार है, सारा वो है।
ਤੇ ਆਸਾ ਦੀ ਵਾਰ ਜੀ ਵਿਸਮਾਦ ਵਾਲੀਆਂ ਪੰਕਤੀਆਂ ਵਿੱਚ ਵੀ ਨਾਦ ਤੇ ਵੇਦ ਦੀ ਗੱਲ ਆਈ ਹੈ। ਉੱਥੇ ਵੀ ਜਦੋਂ ਵਿਸਮਾਦ ਰੂਪ ਵਿੱਚ ਆ ਕੇ ਜਦੋਂ ਮੈਂਸ਼ਨ ਕੀਤਾ ਨੇ ਤੇ ਪਹਿਲੇ ਦੋ ਵਰਡ ਜਿਹੜੇ ਆਏ ਹਨ ਵਿਸਮਾਦ ਨਾਦ ਵਿਸਮਾਦ ਵੇਦ। ਨਾਦ ਤੋਂ ਵਿਸਮਾਦ ਆਇਆ ਹੈ ਉਹਨਾਂ ਨੂੰ, ਉਹਨਾਂ ਨੇ ਸਾਰੀ ਸੰਗੀਤ ਸ੍ਰਿਸ਼ਟੀ ਨੂੰ ਸੁਣਿਆ ਹੈ, ਪਿਆਰ ਉਹਨਾਂ ਨੇ ਦੇਖਿਆ ਹੈ ਸਾਰੀ ਸ੍ਰਿਸ਼ਟੀ ਵਿੱਚ। ਤੇ ਨਾਲ ਵੇਦ ਵੀ ਵਰਡ ਆਏ ਹਨ, ਨੌਲੇਜ ਤੋਂ ਵੀ, ਤੇਰੇ ਨੌਲੇਜ ਤੇਰੀ ਉਸ ਬ੍ਰਹਮਾਂਡ ਦੀ ਪੂਰੀ ਕਥਾ ਦੀ ਨੌਲੇਜ, ਉਸ ਤੋਂ ਵੀ ਵਿਸਮਾਦ ਦੀ ਅਵਸਥਾ ਵਿੱਚ ਜਾਂਦਾ ਹਾਂ। ਤੇ ਹਾਂ ਤੇਰੇ ਪਿਆਰ, ਤੇਰਾ ਨਾਦ, ਤੇਰਾ ਸੰਗੀਤ ਜਿਹੜੀ ਸਾਰੀ ਸ੍ਰਿਸ਼ਟੀ ਗਾ ਰਹੀ ਹੈ ਉਹਦੇ ਵਿੱਚ ਵੀ ਜਾਂਦਾ ਹਾਂ। ਇੱਥੇ ਵੀ ਬ੍ਰਹਮ ਗਿਆਨੀ ਦੀ ਅਸ਼ਟਪਦੀ ਵਿੱਚ ਦੋਨੋਂ ਗੱਲਾਂ ਆਈਆਂ ਹਨ। ਬ੍ਰਹਮ ਗਿਆਨੀ ਬ੍ਰਹਮ ਕਾ ਬੇਟਾ ਤੇ ਬ੍ਰਹਮ ਗਿਆਨੀ ਏਕ ਸੰਗ ਹੇਤਾ, ਜਿੱਥੇ ਏਕ ਸੰਗ ਹੇਤਾ ਪਿਆਰ ਹੈ। ਤੇ ਇਸ ਵਾਸਤੇ ब्रह्म ज्ञानी के होए अचिंत ते ब्रह्म ज्ञानी का निर्मल मंत्र। मंत्र मतलब है इतने उपदेश, मंत्र कह लो, है ना, गुरु मंत्र कह लो, कई बार गुरु मंत्र कह देंगे हैं। निर्मल मने पवित्र है, क्योंकि प्यार नाल भरिया होया है ब्रह्म ज्ञानी ते ज्ञान नाल भरिया होया है ब्रह्म ज्ञानी। दोनों चीज़ां होण कारण ਉਹਦਾ ਉਪਦੇਸ਼ ਜਿਹੜਾ ਬੜਾ ਪਵਿੱਤਰ ਹੈ। ਸੁਖਮਨੀ ਦੀ 23rd ਅਸ਼ਟਪਦੀ ਵਿੱਚ ਗੁਰੂ ਅੰਗਦ ਮਹਾਰਾਜ ਨੇ ਅੱਗੇ ਜਾ ਕੇ ਗਿਆਨ ਦੇ ਉੱਤੇ ਬੜਾ ਫੋਕਸ ਕੀਤਾ ਹੈ ਉਹਦੇ ਉੱਤੇ। ਲੇਕਿਨ ਕਿਹੜੇ ਗਿਆਨ ਤੇ ਫੋਕਸ ਕੀਤਾ? ਦੇਖੋ ਕਿ ਉੱਥੇ ਵਰਡ ਆਏ ਹਨ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ਼। ਲੇਕਿਨ ਉਸ ਅਸ਼ਟਪਦੀ ਵਿੱਚ ਅਗਰ ਅੱਗੇ ਜਾ ਕੇ ਜਿਹੜੀਆਂ ਅਸ਼ਟਪਦੀਆਂ ਜਦੋਂ ਪਦੇ ਪੜ੍ਹਨੇ ਸ਼ੁਰੂ ਕਰੋਗੇ ਤੇ ਤੁਹਾਨੂੰ ਰਿਅਲਾਈਜ਼ ਹੋਏਗਾ ਕਿ ਉੱਥੇ ਗਿਆਨ ਜਿਹੜਾ ਆਇਆ ਹੈ ਵਰਡ ਪ੍ਰਮਾਤਮਾ ਦੇ ਪਿਆਰ ਬਾਰੇ ਜਿਹੜਾ ਗਿਆਨ ਹੈ ਉਸ ਗਿਆਨ ਬਾਰੇ ਨਿਰੂਪਣ ਆਇਆ ਹੈ ਵਰਡ। ਤੇ ਵਰਡ ਇੱਥੇ ਤੱਕ ਆਏ ਹਨ ਉਸ ਪਦੀ ਵਿੱਚ ਕਿ ਨਾਮ ਪ੍ਰਭੂ ਕਾ ਲਾਗਾ ਮੀਠਾ, ਜਦੋਂ ਨਾਮ ਉਹਦਾ ਮਿੱਠਾ ਲੱਗ ਪਏ, ਭਾਵ ਪਿਆਰ ਪੈ ਜਾਏ ਉਸ ਪ੍ਰਮਾਤਮਾ ਦੇ ਪਿਆਰ, ਉਸ ਪ੍ਰਮਾਤਮਾ ਦੇ ਗਿਆਨ ਨਾਲ। ਬ੍ਰਹਮ ਗਿਆਨੀ ਕੇ ਹੋਏ ਅਚਿੰਤ, ਬ੍ਰਹਮ ਗਿਆਨੀ ਚਿੰਤਾ ਨਹੀਂ ਕਰਦੇ ਕਿਸੇ ਗੱਲ ਦੀ, ਉਹ ਅਚਿੰਤ ਭਾਵਨਾ ਵਿੱਚ ਰਹਿੰਦੇ ਹਨ, ਭਾਵ ਉਸ ਰਜ਼ਾ ਨੂੰ ਮੰਨਣ ਵਾਲੇ ਹਨ, ਪ੍ਰਮਾਤਮਾ ਦੀ ਰਜ਼ਾ ਨੂੰ, ਪ੍ਰਮਾਤਮਾ ਦੇ ਹੁਕਮ ਨੂੰ ਮੰਨਣ ਵਾਲੇ। ਹੁਕਮ ਨੂੰ ਮੰਨਣ ਹੋਣ ਕਰਕੇ ਅਚਿੰਤ ਹਨ, ਨਹੀਂ ਚਿੰਤਾ ਕਰਦੇ ਆਮ ਚੀਜ਼ਾਂ ਦੀ, ਪ੍ਰਮਾਤਮਾ ਦੀ ਵਿਲ ਨੂੰ ਐਕਸੈਪਟ ਕਰਦੇ ਹਨ ਉਹ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਇਸ ਕਿਉਂਕਿ ਐਕਸੈਪਟ ਕਰਨ ਦੇ ਨਾਲ, ਪਿਆਰ ਤੇ ਗਿਆਨ ਹੋਣ ਦੇ ਨਾਲ ਉਹਨਾਂ ਦਾ ਜਿਹੜਾ ਉਪਦੇਸ਼ ਜਿਹੜਾ ਹੈ ਨਿਰਮਲ ਹੈ, ਪਵਿੱਤਰ ਹੈ ਮੰਤ ਉਹਨਾਂ ਦਾ। ਤੇ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਸੰਤ ਸਿੰਘ ਮਸਕੀਨ ਹੋਰੀ, ਗਿਆਨੀ ਸੰਤ ਸਿੰਘ ਮਸਕੀਨ ਬੜੇ ਸਾਡੇ ਕੌਮ ਦੇ ਬਹੁਤ ਵੱਡੇ ਗਿਆਨੀ ਹੋਰ ਬਹੁਤ ਵੱਡੇ ਕਥਾਕਾਰ ਹੋਏ ਹਨ। ਹਮੇਸ਼ਾ ਆਪਣੀ ਕਥਾ ਚ ਕਿਹਾ ਕਰਦੇ ਸਨ ਕਿ ਜਿਗਿਆਸੂ ਉਹ ਹੈ ਜਿਹੜਾ ਇਸ ਰਸਤੇ ਤੇ ਚੱਲਣਾ ਜਿਹਨੇ, who has taken the first step towards reaching God, who started to walk, ਹਾਂਜੀ। ਸੋ ਕਿਸੇ ਪੁਆਇੰਟ A ਤੇ ਪੁਆਇੰਟ B ਨੂੰ ਪਹੁੰਚਣਾ ਹੈ, ਜਿਹੜਾ ਸਟੇਟਸ ਕੋ ਤੋਂ ਖੁਸ਼ ਨਹੀਂ ਹੈ, ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹੈ, ਜਿਹੜਾ ਚਾਹੁੰਦਾ ਨਹੀਂ ਮੈਨੂੰ ਇਹ ਹਲੇ ਮੈਂ ਐਕਸੈਪਟ ਨਹੀਂ ਕਰਦਾ ਇਸ ਸਟੇਟਸ ਕੋ ਨੂੰ, ਮੈਂ ਬੈਟਰ ਕਰਨਾ ਚਾਹੁੰਦਾ ਆਪਣੀ ਲਾਈਫ ਨੂੰ, ਤੇ ਉਹ ਫਸਟ ਸਟੈਪ ਲੈ ਲੈਂਦਾ, ਉਹ ਪਹਿਲਾ ਕਦਮ ਚੁੱਕ ਲੈਂਦਾ, ਉਹ ਵੀ ਮੈਂ ਜਾਣਾ ਹੈ ਉੱਥੇ, ਮਰਨ ਤੋਂ ਪਹਿਲੇ ਕੋਈ ਪ੍ਰਾਪਤੀ ਚਾਹੀਦੀ ਹੈ, ਉਹ ਜਿਗਿਆਸੂ ਹੈ। ਤੇ ਜਿਗਿਆਸੂ ਦੀ ਡੈਫੀਨੇਸ਼ਨ ਨਹੀਂ ਹੈ ਕਿ ਜਿਗਿਆਸੂ ਨੇ ਆਪਣੇ ਕੰਮ ਕਰਨੇ, ਜਿਗਿਆਸੂ is not happy with things, yeah, ਜਿਗਿਆਸੂ takes the next step। ਸੋ ਜਿਗਿਆਸੂ ਦੇ ਬੜੇ ਲੈਵਲ ਹਨ, ਫਿਰ 1 to 10 ਦੇ ਵਿਚਕਾਰ। ਕਈ ਜਿਗਿਆਸੂ ਉਹ ਜਿਹੇ ਹਨ ਜਿਨ੍ਹਾਂ ਨੇ ਹੁਣੇ ਸਟੈਪ ਲਿੱਤੇ ਹਨ, ਕਈ ਜਿਗਿਆਸੂ ਉਹ ਜਿਹੇ ਹਨ ਜਿਹੜੇ ਵਿਚਾਰੇ ਕਈ ਜਨਮਾਂ ਤੋਂ ਸਟਰਗਲ ਕਰਦੇ ਪਏ ਹਨ, ਕਈ ਜਿਗਿਆਸੂ ਉਹ ਹਨ ਜਿਹੜੇ ਪਿਛਲੇ ਕੁਝ ਸਾਲਾਂ ਤੋਂ ਸਟਰਗਲ ਕਰਦੇ ਪਏ ਹਨ। ਤੇ ਹਮੇਸ਼ਾ ਉਹ ਆਪਣੀ ਕਥਾ ਚ ਕਿਹਾ ਕਰਦੇ ਸਨ ਕਿ ਜਿਗਿਆਸੂ ਤੁਹਾਨੂੰ ਹਰ ਸ਼ਹਿਰ ਵਿੱਚ ਮਿਲ ਜਾਣਗੇ, ਤੁਹਾਨੂੰ ਹਰ ਜਗ੍ਹਾ ਜਿਗਿਆਸੂ ਮਿਲ ਜਾਂਦੇ ਹਨ, ਜਿਹੜੇ ਚੱਲਦੇ ਹਨ, ਉਹ ਵੀ ਘੱਟ ਹਨ ਅੱਜ ਕੱਲ ਬੜੇ, ਪਰ ਜਿਗਿਆਸੂ ਫਿਰ ਵੀ ਹਨ। ਜਿਗਿਆਸੂ ਦੁਨੀਆ 'ਚ ਤੁਹਾਨੂੰ ਮਿਲ ਜਾਣਗੇ, ਜਿਹੜੇ ਪ੍ਰਮਾਤਮਾ ਨਾਲ ਪਿਆਰ ਕਰਨ ਵਾਲੇ, ਜਿਹੜੇ ਇਸ ਰਸਤੇ ਤੇ ਚੱਲਦੇ ਹਨ। ਤੇ ਸਾਧਨਾ ਕਰਨ ਵਾਲੇ ਜਿਹੜੇ ਭਾਵ ਉੱਚ ਕੋਟੀ ਦੇ ਜਿਗਿਆਸੂ ਜਿਹੜੇ ਹਨ, ਉਹ ਘੱਟ ਮਿਲਦੇ ਹਨ ਬੜੇ, ਉਹ ਉਤਨੇ ਨਹੀਂ ਹਨ। ਜਿਨ੍ਹਾਂ ਨੇ ਸਿੱਧ ਕਰ ਪਾ ਲਈ ਹੈ, ਜਿਨ੍ਹਾਂ ਨੇ ਸਾਧਨਾ ਕਰ ਲਈ ਹੈ, ਜਿਹੜੇ ਸਾਧੂ ਜਨ ਹਨ ਜਿਹੜੇ। ਤੇ ਬ੍ਰਹਮ ਗਿਆਨੀ ਉਸ ਤੋਂ ਅਗਲੀ ਅਵਸਥਾ ਹੈ ਜਿਹੜੀ ਕਿ ਪੂਰਨ ਗਿਆਨ, ਜਦੋਂ ਉਹ ਫਿਰ ਲੈਵਲ 10 ਤੋਂ ਬਾਅਦ ਜਿਹੜੇ ਗ੍ਰੈਜੂਏਟ ਹੋ ਜਾਂਦੇ, ਤੇ ਸਾਧੂ ਪੁਰਖ ਕਹਿ ਲੋ ਜਿਹੜੇ 8, 9, 10 ਤੱਕ ਹੋਵਣ, ਉਹ ਸਾਧੂ ਪੁਰਖ ਹਨ ਜਿਹੜੇ ਨੇ ਆਲਮੋਸਟ ਰੀਚ देयर ਗੋਲ। ਤੇ ਜਿਨ੍ਹਾਂ ਨੇ ਗੋਲ ਰੀਚ ਕਰ ਲਿੱਤਾ ਹੈ, ਜਿਹੜੇ ਪਹੁੰਚ ਗਏ ਹਨ, ਜਿਹੜੇ ਸੰਤ ਹਨ, ਜਿਹੜੇ ਬ੍ਰਹਮ ਗਿਆਨੀ ਹਨ,
ਮੈਨੂੰ ਯਾਦ ਹੈ ਬਚਪਨ 'ਚ ਕਥਾ ਸੁਣਿਆ ਕਰਦੇ ਸੀ, ਕਈ ਵਾਰੀ ਬੜੀ ਵਾਰੀ ਕਹਿੰਦੇ ਹੁੰਦੇ ਸਨ ਕਿ ਉਹ ਤੁਹਾਨੂੰ ਹਰ ਸ਼ਹਿਰ 'ਚ ਨਹੀਂ ਮਿਲਣਗੇ, ਹਰ ਜਗ੍ਹਾ ਨਹੀਂ ਮਿਲਣਗੇ, ਉਹਨਾਂ ਦੇ ਉਹ ਘੱਟ ਹਨ ਬਹੁਤ। ਉਸ ਲੈਵਲ ਤੱਕ ਬੰਦੇ ਪਹੁੰਚੇ ਹੋਏ ਬਹੁਤ ਘੱਟ ਹਨ, ਜਿਹੜੇ ਧਰਮ ਖੰਡ ਜਿਨ੍ਹਾਂ ਨੇ ਕ੍ਰਾਸ ਕਰ ਲਿੱਤਾ ਹੈ, ਗਿਆਨ ਖੰਡ ਵਿੱਚ ਜਿਨ੍ਹਾਂ ਨੇ ਪ੍ਰਵੇਸ਼ ਕੀਤਾ ਹੈ। ਕਿਉਂ? ਕਿਉਂਕਿ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਉਹ ਉਹਦੀ ਬਹੁਤ ਮਿਹਰ ਤੇ ਫਜ਼ਲ ਚਾਹੀਦੀ ਹੈ। ਇਹ ਆਪਣੀ ਮਿਹਨਤ ਨਾਲ ਨਹੀਂ ਕਰ ਸਕਦੇ। ਇਹ ਜਿਹੜੀ ਜਰਨੀ ਜਿਹੜੀ ਹੈ ਜਿਗਿਆਸੂ ਦੀ ਜਰਨੀ, ਠੀਕ ਹੈ, ਇੱਕ ਪੈਂਡਾ ਲੈਂਦਾ ਹੈ ਤੇ ਕੋਟ ਪੈਂਡਾ ਅੱਗੋਂ ਗੁਰੂ ਆ ਕੇ ਲੈਂਦਾ ਹੈ ਅੱਗੇ, ਪਰ ਜਿਹਦੇ ਉੱਤੇ ਮੇਰੇ ਮਾਲਕ ਦੀ ਕਿਰਪਾ ਹੁੰਦੀ ਹੈ, ਜਿਹਦੇ ਉੱਤੇ ਉਹਦੀ ਅਪਾਰ ਬਖਸ਼ਿਸ਼ ਦਾ ਖਜ਼ਾਨਾ ਖੋਲਦੇ ਹਨ ਗੁਰੂ, ਇਹ ਉਹਦੇ ਉੱਤੇ ਨਾਜ਼ਰ ਹੁੰਦੇ ਹਨ। ਤੇ ਇਹ ਬ੍ਰਹਮ ਗਿਆਨੀ ਵਾਲੀ ਅਵਸਥਾ ਜਿਹੜੀ ਹੈ, ਸੰਤ ਵਾਲੀ ਅਵਸਥਾ ਜਿਹੜੀ ਹੈ, ਸਾਧ ਵਾਲੀ ਅਵਸਥਾ ਜਿਹੜੀ ਹੈ, ਇਹ ਆਪ ਨਹੀਂ ਲਿੱਤੀ ਜਾ ਸਕਦੀ ਜਿਹਦੇ ਉੱਤੇ ਉਹ ਆਪ ਕਿਰਪਾ ਨਾ ਕਰੇ। ਆਸਾ ਦੀ ਵਾਰ ਦੀਆਂ ਤੁਕਾਂ ਹਨ, ਅੱਗੇ ਜਾ ਕੇ ਮੈਨੂੰ ਯਾਦ ਨਹੀਂ ਕਿਹੜੇ ਛੱਕੇ ਵਿੱਚ ਹਨ, ਆਈ ਥਿੰਕ 21st ਜਾਂ 22nd ਜਾਂ 23rd ਛੱਕੇ ਵਿੱਚ ਆਂਦੀ ਗੱਲ ਕਿ ਇਹ ਕਿਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਕਰ ਮਾਤ ਸਾਹਿਬ ਟੁੱਟੇ ਸੇ ਮਿਲੇ। ਇਹ ਕਿਨੇਹੀ ਦਾਤ ਆਪਸ ਤੇ ਜੋ ਪਾਈ ਹੈ, ਇਹ ਕਿਹੜੀ ਦਾਤ ਹੋਈ ਜੋ ਆਪੇ ਹੀ ਮਿਲ ਜਾਏ ਜਿਹੜੀ? ਇਹ ਕਿਹੜੀ ਦਾਤ ਹੈ? ਇਹ ਕਿਹੜੀ ਦਾਤ ਹੁੰਦੀ ਹੈ? ਉਹ ਜਦੋਂ ਭਿੱਖਿਆ ਵਿੱਚ ਜਿਹੜੀ ਮਿਲੇ, ਜਿਹੜੇ ਭਿਖਾਰੀ ਜਿਹੜੋ ਹੱਥ ਫੈਲਾ ਕੇ ਜਿਸ ਨੂੰ ਗੁਰੂ ਦੇਣ, ਉਹ ਦਾਤ ਹੈ। ਇਹ ਕਿਨੇਹੀ ਦਾਤ, ਇਹ ਕਿਉਂ ਜੀ ਦਾਤ? ਵਿਅੰਗ ਹੈ। ਇਹ ਕਿਨੇਹੀ ਦਾਤ ਆਪਸ ਤੇ ਜੋ ਪਾਏ, ਜਿਹੜੇ ਆਪਣੇ ਆਪ ਮਿਲ ਜਾਏ, ਇਹ ਦਾਤ ਉਹ ਜੀ ਨਹੀਂ ਹੈ ਜਿਹੜੀ ਖੁਦ ਬਖੁਦ ਤੁਹਾਨੂੰ ਮਿਲ ਜਾਏ। ਨਹੀਂ, ਨਾਨਕ ਸਾਕਰ ਮਾਤ, ਜਿਹਦੇ ਉੱਤੇ ਕਰਮ ਹੋਵੇ ਉਹਦਾ, ਜਿਹਦੇ ਉੱਤੇ ਮਿਹਰ ਭਰਿਆ ਹੱਥ ਹੋਵੇ, ਜਿਸ ਨੂੰ ਆਪ ਉਠਾਵੇ ਅੰਮ੍ਰਿਤ ਵੇਲੇ ਸਵੇਰੇ, ਜਿਸ ਨੂੰ ਆਪ ਹੱਥ ਜੋੜ ਕੇ ਉਠਾ ਦੇਵੇ, ਹੱਥ ਪਕੜ ਕੇ, ਜਿਸ ਨੂੰ ਆਪ ਹੱਥ ਪਕੜ ਕੇ ਉਹਦਾ ਕੰਮ ਕਰਾਵੇ, ਜਿਹਦੇ ਉੱਤੇ ਉਹਦੀ ਆਪ ਕਿਰਪਾ ਹੋਵੇ। ਤੇ ਕਿਰਪਾ ਉਹਦੇ ਉੱਤੇ ਹੁੰਦੀ ਹੈ ਜਿਹੜੇ ਕਿਰਪਾ ਦੇ ਯੋਗ ਹੁੰਦਾ ਹੈ। ਹਾਂਜੀ, ਇਹ ਟੀਚਰ ਜਿਹੜੇ ਗ੍ਰੇਡ ਜਿਹੜਾ ਦਿੰਦਾ ਹੈ, ਉਹ ਇਹ ਨਹੀਂ ਕਿ ਉਹ ਉੱਥੇ ਕੋਈ ਪ੍ਰੈਜੁਡਿਸ ਹੈ, ਉੱਥੇ ਕੋਈ ਪ੍ਰੈਜੁਡਿਸ ਦੀ ਵਜ੍ਹਾ ਨਾਲ ਨਹੀਂ ਹੁੰਦਾ। ਜਿਹੜਾ ਆਪ ਜਿਹੜਾ ਡਿਜ਼ਰਵ ਕਰਦਾ ਹੈ ਉਸ ਨੂੰ ਮਿਲਦਾ ਹੈ, ਜਿਹੜਾ ਆਪ ਸੇਵਾ ਵਿੱਚ ਲੱਗਦਾ ਹੈ, ਇਸ ਤਰਫ ਲੱਗਦਾ ਹੈ। ਤੇ ਇੱਕ ਨੇ ਹੀ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾਕਰ ਮਾਤ ਸਾਹਿਬ ਟੁੱਟੇ ਸੇ ਮਿਲੇ। ਜਿਹਦੇ ਉੱਤੇ ਉਹ ਟੁੱਟ ਜਾਏ, ਜਿਹਦੇ ਉੱਤੇ ਖੁਸ਼ ਹੋ ਜਾਏ। ਆਸਾ ਦੀ ਵਾਰ ਦੀਆਂ ਪੰਕਤੀਆਂ ਇੱਥੇ ਤੱਕ ਆਇਆ ਕਿ ਇਹ ਵੀ ਨਹੀਂ ਪਤਾ ਕਿਸ ਚੀਜ਼ ਤੇ ਖੁਸ਼ ਹੋਣਾ ਹੈ ਉਸਨੂੰ, ਇਹ ਵੀ ਨਹੀਂ ਪਤਾ। ਹਾਂ, ਇਹ ਹੈ ਕਿ ਤੁਹਾਡੇ ਹੱਥ ਜੋ ਹੈ ਤੁਸੀਂ ਕਰੋ, ਆਪਣੀ ਹੱਥੀ ਆਪੇ ਹੀ ਕਾਜ ਸਵਾਰੀਏ ਵੀ ਵਰਡ ਆਏ ਹੈ। ਤੁਸੀਂ ਆਪਣਾ ਕੰਮ ਕਰਨਾ ਹੈ, ਤੁਸੀਂ ਆਪਣਾ ਕੰਮ ਸਿੱਧਣਾ ਹੈ ਅੱਗੇ ਜਾ ਕੇ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਉਹ ਹੈ ਜਿਸ ਨੂੰ ਪ੍ਰਮਾਤਮਾ ਆਪ ਬਣਾਉਂਦਾ ਹੈ। ਤੁਸੀਂ ਨਹੀਂ ਬਣ ਸਕਦੇ ਬ੍ਰਹਮ ਗਿਆਨੀ ਆਪ, ਤੁਸੀਂ ਨਹੀਂ ਸੰਤ ਬਣ ਸਕਦੇ, ਔਰ ਮਾਫ ਕਰਨਾ, ਤੁਸੀਂ ਜਿਗਿਆਸੂ ਵੀ ਨਹੀਂ ਬਣ ਸਕਦੇ। ਜਿਗਿਆਸੂ ਬਣਨ ਵਾਸਤੇ ਵੀ ਉਹਦੀ ਕਿਰਪਾ ਚਾਹੀਦੀ ਹੈ, ਜਿਗਿਆਸੂ ਬਣਨ ਵਾਸਤੇ ਵੀ ਉਹਦੀ ਮਿਹਰ ਚਾਹੀਦੀ ਹੈ। ਕਿਉਂਕਿ most people like us are very happy with the way things are. We get up in the morning, there's enough food to eat in the house. We get up in the morning, there is enough work to do work-wise. You get up in the morning, your bank accounts have enough money to last you for a lifetime. You get up in the morning and your family is doing fine. You get up in the morning, your wife, husband, your brother, sister, they're not in any trouble. ਤੇ ਬੰਦਾ ਕਹਿੰਦਾ ਖਰਾਬੀ ਕੀ ਹੈ? ਫਿਰ ਲੱਗੇ ਰਹੋ ਇੱਥੇ ਆਪਣਾ, ਜਿਸਾ ਕੰਮ ਚੱਲਦਾ ਪਿਆ ਕੰਮ ਚੱਲੀ ਜਾਏ। ਫਿਰ ਜਿਗਿਆਸੂ ਬਣਨ ਦੀ ਕੀ ਲੋੜ ਹੈ? ਸੰਥਿਆ ਪੜਨ ਦੀ ਕੀ ਲੋੜ ਹੈ? ਗੁਰੂ ਨਾਨਕ ਚਮਤਕਾਰ ਪੜਨ ਦੀ ਕੀ ਲੋੜ ਹੈ? ਸੁਖਮਨੀ ਨੂੰ ਸਮਝਣ ਦੀ ਕੀ ਲੋੜ ਹੈ? ਕੋਈ ਲੋੜ ਨਹੀਂ। ਪਰ ਜਿਹਦੇ ਉੱਤੇ ਉਹਦਾ ਮਿਹਰ ਭਰਿਆ ਹੱਥ ਹੁੰਦਾ, ਉਸਨੂੰ ਇਹ ਗੱਲ ਦੀ ਸੋਝੀ ਆ ਜਾਂਦੀ ਹੈ ਉਸਨੇ ਕਿ ਨਹੀਂ, ਸਟੇਟਸ ਕੋ ਠੀਕ ਨਹੀਂ ਹੈ ਮੇਰੇ ਵਾਸਤੇ, ਇਹ ਠੀਕ ਨਹੀਂ ਹੈ ਰਸਤਾ, ਸਟੇਟਸ ਕੋ ਵਾਲਾ ਰਸਤਾ ਠੀਕ ਨਹੀਂ ਹੈ। ਮੈਨੂੰ ਆਪਣੇ ਗੁਰੂ ਦੇ ਗੱਲ ਤੇ ਚੱਲਣਾ ਹੈ, ਗੁਰੂ ਦੀ ਗੱਲ ਨੂੰ ਬੁੱਝਣਾ ਹੈ। ਮੈਨੂੰ ਉਹ ਚੱਲਦਾ ਹੈ ਇਸ ਪਾਸੇ। ਤੇ ਚਲਦਿਆਂ ਫਿਰ ਇੱਕ ਦਿਨ ਆ ਜਾਂਦਾ ਹੈ, ਜਦੋਂ ਉਹ ਚਲਦਿਆਂ ਫਿਰ ਉਹ ਇੱਕ ਦਿਨ ਆ ਜਾਂਦਾ ਹੈ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਦੀ ਲਾਈਫ ਵਿੱਚ ਆਏ ਹਨ ਜਿਹੜੇ। ਫਿਰ ਚਲਦਿਆਂ ਉਹ ਵੀ ਦਿਨ ਆ ਜਾਂਦੇ ਨੇ ਜੋ ਬਾਬਾ ਬੁੱਢਾ ਜੀ ਦੀ ਲਾਈਫ ਵਿੱਚ ਆਏ ਹਨ। ਫਿਰ ਚਲਦਿਆਂ ਬਾਬਾ ਸ਼ਾਮ ਸਿੰਘ ਵਰਗੇ ਸੰਤਾਂ ਦੇ ਪੰਚ ਸੰਤ ਬਾਬਾ ਅਤਰ ਸਿੰਘ ਜੀ ਬਾਰੇ ਸੰਤਾਂ ਦੀ ਜੀਵਨੀ ਨੂੰ ਪੜ੍ਹੋ ਤੇ ਪਤਾ ਲੱਗਦਾ ਹੈ ਕਿ ਉਹ ਕਿਹੜੇ ਲੈਵਲ ਤੇ ਪਹੁੰਚੇ ਹਨ ਜਿਹੜੇ। ਉਹ ਦਿਨ ਆ ਜਾਂਦੇ। ब्रह्म ज्ञानी जिस करे प्रभ आप, ते ब्रह्म ज्ञानी का वड प्रताप, ते जिसनु परमात्मा ने आप कृपा दे के उस लेवल ते पहुंचाया होवे, ते वड प्रताप ते होना ही होना है ओदा।
ਉਹਦਾ ਵੱਡ ਪ੍ਰਤਾਪ, ਉਹਦਾ ਤੇ ਪ੍ਰਤਾਪ ਹੋਣਾ ਹੀ ਹੋਣਾ, ਉਹਦੀ ਕਿਰਪਾ ਤੇ ਉਹਦੀ ਜਦੋਂ ਉਹ ਦੇਖਦੇ ਹੋਣੇ ਨੇ ਇਹੋ ਜਿਹੇ ਬੰਦਿਆਂ ਦਾ ਪ੍ਰਤਾਪ, ਇਹੋ ਜਿਹੇ ਬੰਦਿਆਂ ਦਾ ਨੂਰ, ਇਹੋ ਜਿਹੇ ਬੰਦਿਆਂ ਦੀ ਚਿਹਰੇ ਤੇ ਰੌਣਕ, ਇਹੋ ਜਿਹੇ ਬੰਦਿਆਂ ਦਾ ਦੂਸਰੇ ਦੇ ਉੱਤੇ ਅਸਰ ਹੋਣਾ ਹੀ ਹੋਣਾ। ਨਹੀਂ ਰੋਕ ਸਕਦੇ ਤੁਸੀਂ ਉਸਨੂੰ ਤੁਸੀਂ ਕਿਸੇ ਕਿਸਮ ਨਾਲ ਰੋਕ ਨਹੀਂ ਸਕਦੇ, ਉਹ ਹੋਣਾ ਹੀ ਹੋਣਾ ਹੈ ਅੱਗੇ। ब्रह्म ज्ञानी का बड़ प्रताप, ते अगली लाइन विच अगर मेरी गल ते हुण भी विश्वास नहीं है ते अगली लाइन पढ़ के देख लो। ब्रह्म ज्ञानी का दरस वड भागी पाई है। इहो जिहां ब्रह्म ज्ञानियां दे दर्शन, इहो जे पुरपूरन पुरख दे दर्शन बहुत वड्डे भागां नाल मिलदे हन। बहुत भाग चंगे होवन। मेरे हिसाब नाल जिग्यासुआं दे दर्शन बड़े वड्डे भागां नाल मिलदे हन। बहुत वड्डे भाग होवन ते किसे जिग्यासु पुरख दे दर्शन होंदे, क्योंकि जिग्यासु पुरख दे दर्शन भी वड्डे भाग हैं, क्योंकि जिग्यासु जिहड़ा है वो हुण चल पिया उस रस्ते ते, सच्चे मनु चल पिया है। पहुंचा ना होवे, पहुंचण दी उहनूं फिक्र नहीं है, क्योंकि पहुंचाना उसने है अगे, उन्हें अगे कदम चुकने हैं, उन्हें कोशिश करनी है, उन्हें अरदासां करनियां है। ब्रह्म ज्ञानी का दरस वड भागी पाई है, बहुत वड्डे भाग हो। ते देखो कई मैनू कई गल कहंदे हैं कि जी है ही नहीं ते कित्थों दर्श करिए। दर्शन ते हुण भी हो सकदे हैं। भाई साहब भाई वीर सिंह इन्हां दे दर्शन संध्या तो हो सकदे हैं, तुहानूं उन्हां दे दर्शन हो सकदे हैं संध्या च। जे संध्या पढ़ोगे, उन्हां दी किताबां पढ़ोगे, जे कलगीधर चमत्कार पढ़नी शुरू करोगे ते भाई साहब भाई वीर सिंह दे दर्शन भी होणगे। दसम पिता दे आत्मा दे दर्शन ते होणगे ही होणगे तुहानूं। जे गुरु नानक चमत्कार पढ़ोगे ते भाई साहब भाई वीर सिंह दी आत्मा दे उन्हां दे प्यार दे झलकारे दे दर्शन भी होणगे। ते जे भाई नंद लाल नूं पढ़ोगे ते उस भाई नंद लाल वर्गे ब्रह्म ज्ञानी दे दर्शन तुहानूं होणगे, डेफिनेटली होणगे तुहानूं। उन्हां दी आत्मा दे दर्शन तुहानूं होणगे। ते जे भाई गुरदास दे कबित सवैये दी अध्ययन जिहड़ा कोई करेगा, उन्हां कबित सवैये नूं पढ़न दी कोशिश करेगा, उन्हां कबित सवैये नूं समझण दी कोशिश करेगा, उन्हां कबित सवैये नूं गाएगा प्यार नाल, ते भाई गुरदास दे आत्मा दे दर्शन भी होणगे तुहानूं। तो ये ना सोचे कोई, ये ना कोई एक्सक्यूज करे मेरे सामने कोई कि ओ जी है ही नहीं जी कोई उत्थे, मैं ते वाशिंगटन रहना, या मैं LA रहना, या मैं किधरे होर जगह रहना, शिकागो रहना, उत्थे ते कोई ब्रह्म ज्ञानी है ही नहीं, उत्थे ते कोई खड़ा ही नहीं कोई होया ब्रह्म ज्ञानी। ते ये ना याद करियो कि उस वेले ਜਦੋਂ ਗੁਰੂ ਆਪ ਸਰੀਰ ਰੂਪ ਵਿੱਚ ਸਨ ਤੇ ਅੰਮ੍ਰਿਤਸਰ ਜੋਗ ਜਗਾਉਂਦੇ ਸਨ, ਤੇ ਜਿਹੜੇ ਬਨਾਰਸ ਵਿੱਚ ਸੰਗਤ ਸੀ ਜਿਹੜੀ, ਜਾਂ ਕਲਕੱਤੇ ਸੰਗਤ ਸੀ, ਜਾਂ ਢਾਕੇ ਦੀ ਸੰਗਤ ਸੀ, ਜਾਂ ਕਾਬਲ, ਬੜੇ ਸਿੱਖ ਦੂਰ ਦੂਰ ਤੱਕ ਸਿੱਖਾਂ ਦਾ ਵਾਸਾ ਸੀ ਬੜਾ, ਪਟਨੇ ਬੜੀ ਵੱਡੀ ਸਿੱਖਾਂ ਦੀ ਸੰਗਤ ਸੀ, ਕਾਬਲ ਸੀ ਸਿੱਖਾਂ ਦੀ, ਪਿਸ਼ਾਵਰ ਸਿੱਖ ਸਨ, ਤੇ ਉੱਥੇ ਗੁਰੂ ਰਹਿੰਦੇ ਨਹੀਂ ਸਨ ਤੇ ਕੋਈ ਬ੍ਰਹਮ ਗਿਆਨੀ ਦੇ ਦਰਸ਼ਨ ਨਹੀਂ ਹੋ ਪਾਉਂਦੇ ਸਨ। ਹਾਂ ਕਈ ਲੱਕੀ ਸਨ, ਭਾਈ ਜੋਗਾ ਸਿੰਘਾਂ ਦੇ ਕਈਆਂ ਦੇ ਦਰਸ਼ਨ ਪਿਸ਼ਾਵਰ ਕੀਤੇ ਹਨ। ਹਾਂ ਉਹ ਬ੍ਰਹਮ ਗਿਆਨੀ ਦੀ ਅਵਸਥਾ ਭਾਈ ਕਨਈਆ ਦੇ ਦਰਸ਼ਨ पठवार दे इलाके विच लोगों ने दर्शन किए हैं भाई कन्हैया दे, हैं जी। लेकिन शब्द रूप विच बाणी है सी ना कोल, शब्द रूप विच बाणी हुण भी है सारी, ते शब्द रूप विच गुरु दे दर्शन तुहानूं हो सकदे हैं। पर जे शरीर रूप विच किसी ब्रह्म ज्ञानी दे दर्शन होवन ते ओह बड़े वड्डे भाग है, बहुत वड्डा दरस है। ते जे नहीं हैं ते उन्हां दी लिखतां दे थ्रू दर्शन हो सकदे हैं। ब्रह्म ज्ञानी का दरस वड भागी पाइए, क्योंकि वड भागी पाण दे नाल फिर बल जाते हैं उस तो। ब्रह्म ज्ञानी का दरस वड भागी पाइए, ब्रह्म ज्ञानी को बल जाइए, बल जाते हैं ब्रह्म ज्ञानी तो। ते ब्रह्म ज्ञानी को खोजे महेश्वर, नानक ब्रह्म ज्ञानी आप परमेश्वर। महेश्वर सुर देवते, महेश्वर वड्डे सुर वड्डे देवते, ते वड्डे देवते महादेव शिव वास्ते आया है वर्ड सनातनी धर्म विच। उसनूं ते ओ जे ब्रह्म ज्ञान नूं ते शिव भी ढूंढदे हन, ओ जे ब्रह्म ज्ञान नूं ते वड्डे देवते ढूंढदे हन। ते गुरु गोबिंद महाराज इत्थे गल ही खत्म कर देंदे हन कि ब्रह्म ज्ञानी आप परमेश्वर है। मैनू जदों ये पंक्तियां पढ़दा ते मैनू हमेशा इस गल दी याद आंदी है 21st अष्टपदी विच, बड़ी कमाल दी अष्टपदी है 21st, बहुत ब्रह्म ज्ञान दिता है उस अष्टपदी विच। निर्गुण रूप परमात्मा दे आराधना करते हैं गोविंद महाराज उस अष्टपदी विच।
ਤੇ ਉਹਨਾਂ ਅਸ਼ਪਦੀਆਂ ਦੀਆਂ ਦੋ ਲਾਈਨਾਂ ਬੜੀ ਵਾਰੀ ਕੋਟ ਕੀਤੀਆਂ ਜਾਂਦੀਆਂ ਹਨ ਜਦੋਂ ਬ੍ਰਹਮ ਗਿਆਨੀ ਦੀਆਂ ਜਾਂ ਸਾਧ ਦੀਆਂ ਅਸ਼ਪਦੀਆਂ ਜਦੋਂ ਆਵਣ, ਜਦੋਂ ਜਾਂ ਉਹਨਾਂ ਬੰਦਿਆਂ ਦੀ ਲਾਈਫ ਜਦੋਂ ਡਿਸਕਸ ਕਰਦੇ ਹਨ ਗੁਰੂ ਜਦੋਂ, ਤੇ ਇਹ ਦੋ ਲਾਈਨਾਂ ਬੜੇ ਆਥਰ ਗੁਰੂ ਨਾਨਕ ਚਮਤਕਾਰ ਵਿੱਚ ਵੀ ਬੜੀ ਜਗ੍ਹਾ ਇੱਕ ਗੁਰੂ ਨਾਨਕ ਕਲਗੀਧਰ ਚਮਤਕਾਰ ਵਿੱਚ ਇਹ ਲਾਈਨਾਂ ਬੜੀਆਂ ਕੋਟ ਕੀਤੀਆਂ ਹਨ ਭਾਈ ਸਾਹਿਬ ਭਾਈ ਵੀਰ ਸਿੰਘ। ਮੈਂ ਆਈ ਵਾਂਟ ਟੂ ਸ਼ੇਅਰ ਦੋਸ ਟੂ ਲਾਈਨ, 6ਵੇਂ ਪਦੇ ਦੀਆਂ ਲਾਸਟ ਪਦੇ ਦੀਆਂ ਲਾਈਨਾਂ ਹਨ 21ਵੀਂ ਅਸ਼ਟਪਦੀ ਤੋਂ। I'm jumping ahead of the game, but I just want to make sure ਕਿ ਪ੍ਰਮਾਤਮਾ ਦੇ ਨਾਮ ਜਪਣ ਵਾਲੇ ਜਿਹੜੇ ਹਨ, ਜਿਹੜੇ ਸਿੱਧ ਪੁਰਸ਼ ਜਿਹੜੇ 8 9 10 ਵਾਲੇ ਲੈਵਲ ਤੇ ਜਿਹੜੇ 11 ਵਾਲੇ ਲੈਵਲ ਤੇ 10 11 ਜਿਹੜੇ ਪਹੁੰਚ ਚੁੱਕੇ ਹਨ ਉਸ ਲੈਵਲ ਤੇ, ਜਿਹੜੇ ਬ੍ਰਹਮ ਗਿਆਨੀ ਹਨ, ਤੇ ਉਹ ਲਾਈਨ ਜਿਹੜੀ 8ਵੀਂ ਪਦੇ ਦੀ ਜਿਹੜੀਆਂ ਪਹਿਲੀਆਂ ਦੋ ਲਾਈਨਾਂ ਹਨ ਜਿਹੜੀਆਂ ਬਹੁਤ ਆਫਨ ਕੋਟਡ ਹਨ, ਇਹ ਵਾਲੀਆਂ ਲਾਈਨਾਂ। let me just go over those lines। ਜੇ ਅਭਿਗਤ ਭਗਤ ਤਹਿ ਆਪ, ਲਾਈਨ ਬੜੀ ਛੋਟੀ ਹੈ, ਲਾਈਨ ਬਹੁਤ ਮਤਲਬ ਕਿ ਇਹ 4 ਵਰਡ ਦੀ ਬਹੁਤ ਕੁਝ ਕਹਿ ਗਏ ਗੁਰੂ, ਲੇਕਿਨ ਇਸ ਗੱਲ ਦੀ ਕਲੈਰਿਟੀ ਜਿਹੜੀ ਹੈ ਇਹਨਾਂ 4 ਲਾਈਨਾਂ ਦੀ ਅਗਲੀ ਲਾਈਨ ਵਿੱਚ ਹੋਰ ਕਲੈਰਿਟੀ ਕਰ ਦਿੰਦੇ ਹਨ, ਇਸ ਉੱਤੇ ਕਿ ਕਿਸੇ ਨੂੰ ਕੋਈ ਸ਼ੰਕਾ ਨਾ ਰਹਿ ਜਾਏ ਅੰਦਰੋਂ ਕਿ ਜੋ। ਤੇ ਅਗਲੀ ਲਾਈਨ ਹੈ ਜੇ ਪਸਰੇ ਪਸਾਰ ਸੰਤ ਪ੍ਰਤਾਪ, ਬਹੁਤ ਸੈਲਫ ਐਕਸਪਲੇਨੇਟਰੀ ਨਹੀਂ ਹੈ 21ਵੀਂ ਅਸ਼ਟਪਦੀ, ਬਹੁਤ ਮਤਲਬ ਕਿ ਇਹ ਨਹੀਂ ਹੈ ਕਿ 21ਵੀਂ ਅਸ਼ਟਪਦੀ ਉਹਨਾਂ ਵਿੱਚੋਂ ਨਹੀਂ ਹੈ ਕਿ ਆਪ ਪੜ੍ਹੇ ਬੰਦਾ ਤੇ ਇਤਨੀ ਹਿੰਮਤ ਰੱਖੇ ਕਿ ਇੱਕ ਲਾਈਨ ਪੜ੍ਹ ਲੈ ਤੇ ਸਮਝ ਆ ਜਾਏ ਸਾਰੀ ਗੱਲ। ਗਹਿਰੀ ਹੈ, ਬਹੁਤ ਜ਼ਿਆਦਾ ਫਿਲੋਸੋਫਿਕਲੀ ਡੀਪ ਹੈ 21st ਅਸ਼ਟਪਦੀ ਜ਼ਿਆਦਾ। ਜੇ ਅਭਿਗਤ ਭਗਤ ਤਹਿ ਆਪ, ਅਭਿਗਤ ਕਹਿੰਦੇ ਹਨ ਜਿਹੜਾ ਬੰਦਾ ਨਜ਼ਰ ਨਾ ਆਵੇ, ਜਾਂ ਕਹਿ ਲੋ ਇਨਵਿਜ਼ੀਬਲ ਤੇ ਨਹੀਂ ਮੈਂ ਕਹਾਂਗਾ, ਜਿਹੜਾ ਬੰਦਾ ਨਜ਼ਰ ਨਾ ਆਵੇ, ਜਿਹੜਾ ਹੋਵੇ ਸਹੀ ਪਰ ਸਾਰੇ ਨਾ ਮਹਿਸੂਸ ਕਰ ਸਕਣ ਉਸ ਨੂੰ, ਉਹ ਅਭਿਗਤ ਹੈ ਪ੍ਰਮਾਤਮਾ ਵਾਸਤੇ ਅਰਡਾਏ ਹਨ ਇੱਥੇ ਅਭਿਗਤ। ਹਾਂਜੀ, ਜਿੱਥੇ ਭਗਤ ਹੈ, ਜਿੱਥੇ ਪ੍ਰਮਾਤਮਾ ਦੇ ਭਗਤ ਹੈ, ਜਿੱਥੇ ਪ੍ਰਮਾਤਮਾ ਨੂੰ ਪਿਆਰ ਕਰਨ ਵਾਲੇ ਹੈ, ਉੱਥੇ ਅਭਿਗਤ ਬੈਠਾ ਹੋਇਆ ਸਮਝ ਲਓ, ਤੇ ਜਿੱਥੇ ਅਭਿਗਤ ਬੈਠਾ ਹੋਇਆ ਹੈ ਉੱਥੇ ਪ੍ਰਮਾਤਮਾ ਦੇ ਭਗਤ ਹੈ। ਦਿਓਰਾ ਦੀਪਕ ਹੈ, ਦਿਓਰਾ ਦੀਪਕ ਅਲੰਕਾਰ ਵਰਗ ਯੂਜ਼ ਵਰਡ ਕੀਤਾ, ਦੋਨੋਂ ਤਰਫ ਟਰੂ ਹੈ। ਜੇ ਅਭਿਗਤ ਭਗਤ, ਜੇ ਅਭਿਗਤ, ਜਿੱਥੇ ਅਭਿਗਤ ਹੈ ਉੱਥੇ ਭਗਤ ਹੈ, ਤੇ ਜਿੱਥੇ ਭਗਤ ਹੈ ਉੱਥੇ ਅਭਿਗਤ ਹੈ। ਤਹਿ ਆਪ ਨੇ ਆਪ ਬੈਠਾ ਹੋਇਆ ਉੱਥੇ, ਜਿੱਥੇ ਬ੍ਰਹਮ ਗਿਆਨੀ ਹੈ ਸਮਝ ਲਓ ਪ੍ਰਮਾਤਮਾ ਉੱਥੇ ਨਾਲ ਹੈ। ਜਦੋਂ ਬ੍ਰਹਮ ਗਿਆਨੀ ਦੀ ਕਥਾ ਸ਼ੁਰੂ ਕਰਦੇ ਹੋ, ਜਦੋਂ ਉਸ ਪਿਆਰਿਆਂ ਦੀ ਕਥਾ ਜਿੱਥੇ ਸ਼ੁਰੂ ਹੁੰਦੀ ਹੈ, ਜਦੋਂ ਉੱਥੇ ਪਿਆਰਿਆਂ ਦਾ ਵਰਣਨ ਆਂਦਾ ਹੈ, ਜਦੋਂ ਪ੍ਰਮਾਤਮਾ ਆਪ ਆ ਕੇ ਮਿਲ ਜਾਂਦਾ ਨਾਲ ਉੱਥੇ। ਜੇ ਅਭਿਗਤ ਭਗਤ ਤਹਿ ਆਪ। ਤੇ ਅਗਰ ਹੁਣ ਵੀ ਵਿਸ਼ਵਾਸ ਨਹੀਂ ਇਸ ਗੱਲ ਤੇ ਮਹਾਰਾਜ ਹੋਰ ਗੱਲ ਕਲੈਰਿਟੀ ਕਰ ਦਿੰਦੇ ਹਨ ਇੱਥੇ ਕਿ ਇਹ ਮੂਰਖ ਇਹ ਵੀ ਗੱਲ ਸਮਝ ਲਈ ਕਿ ਇਹ ਦੁਨੀਆ ਜਿਹੜੀ ਬਣੀ ਹੈ ਨਾ, ਜਿਹੜੀ ਸਾਰੀ ਜਿਹੜੀ ਪੜ੍ਹਾਈ ਹੈ ਸ੍ਰਿਸ਼ਟੀ ਸਾਰੀ, ਇਹ ਤੇਰੇ ਵਾਸਤੇ ਨਹੀਂ ਬਣਾਈ, ਮਨੁੱਖਾਂ ਵਾਸਤੇ। ਇਹ ਮਨੁੱਖਾਂ ਵਾਸਤੇ ਨਹੀਂ ਬਣਾਈ ਗਈ, ਇਹ ਚੋਰਾਂ ਯਾਰਾਂ ਵਾਸਤੇ ਨਹੀਂ ਬਣਾਈ ਮੈਂ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਵਾਸਤੇ ਬਣਾਈ ਹੈ। ਅਗਲੀ ਲਾਈਨ ਦੇਖੋ, ਜੇ ਪਸਰੇ ਪਾਸਾਰ ਸੰਤ ਪ੍ਰਤਾਪ। ਜੇ ਪਸਰੇ ਪਾਸਾਰ, ਇਹ ਜਿਹੜਾ ਸੰਸਾਰ ਜਿਹੜਾ ਪਰਸ ਰਿਹਾ ਹਰ ਤਰਫ, ਇਹ ਸੰਤਾਂ ਦੇ ਪ੍ਰਤਾਪ ਵਾਸਤੇ ਧਰਤੀ ਬਣਾਈ ਹੈ। ਜਿਹੜੇ ਸੇਵਾ ਕਰਦੇ ਹਨ, ਜਿਹੜੀ ਮਾਨਵਤਾ ਦੀ ਸੇਵਾ ਕਰਦੇ ਹਨ, ਜਿਹੜੇ ਦੂਸਰਿਆਂ ਦੇ ਦੁੱਖ ਨੂੰ ਸਮਝਦੇ ਹਨ, ਜਿਹੜੇ ਗਰੀਬਾਂ ਨੂੰ ਪੜ੍ਹਾਉਂਦੇ ਹਨ, ਜਿਹੜੇ ਗਰੀਬਾਂ ਦੇ ਮੂੰਹ ਵਿੱਚ ਰੋਟੀ ਪਾਉਂਦੇ ਹਨ, ਜਿਹੜੇ ਉਹਨਾਂ ਦੀ ਭੁੱਖ ਦਾ ਦੂਰ ਕਰਦੇ ਹਨ। ਜੇ ਪਸਰੇ ਪਾਸਾਰ, ਜਿਤਨਾ ਇਹ ਸੰਸਾਰ ਪਸਰ ਹੈ, ਜਿਹੜੀ ਦੇਖ ਰਹੇ ਹੋ ਆਸ-ਪਾਸ ਜਿਹੜੀ ਕ੍ਰੀਏਸ਼ਨ ਜਿਹੜੀ ਹੈ, ਜੇ ਪਸਰੇ ਪਾਸਾਰ ਸੰਤ ਪ੍ਰਤਾਪ, ਇਹ ਸੰਤਾਂ ਦੇ ਪ੍ਰਤਾਪ ਵਾਸਤੇ ਇਹ ਪਸਰਿਆ ਗਿਆ ਹੈ ਸੰਸਾਰ ਸਾਰਾ। ਕਿਉਂਕਿ ਜੇ ਅਭਿਗਤ ਭਗਤ ਤਹਿ ਆਪ ਹੈ, ਜਿੱਥੇ ਉਹ ਭਗਤ ਬੈਠੇ ਹਨ, ਜਿੱਥੇ ਭਗਤ ਹਨ ਉੱਥੇ ਆਪ ਹੈ। ਜਿੱਥੇ ਅਭਿਗਤ ਹੈ ਉੱਥੇ ਆਪ ਹੈ। ਜਿੱਥੇ ਆਪ ਹੈ ਉੱਥੇ ਭਗਤ ਹੈ। ਜਿੱਥੇ ਭਗਤ ਹੈ ਉੱਥੇ ਆਪ ਹੈ। ਇਹ ਨਾ ਕੋਈ ਮੂਰਖ ਸਮਝ ਲਵੇ ਕੋਈ ਕਿ ਚੋਰ ਯਾਰ ਤੇ ਬੜੇ ਹਨ ਦੁਨੀਆ 'ਚ, ਤੇ ਖੈਰ ਇਹਨਾਂ ਵਾਸਤੇ ਵੀ ਸਮਾਨ ਬੜਾ ਇਕੱਠਾ ਕੀਤਾ ਹੋਇਆ ਹੈ। ਹਾਂ, ਇਹ ਹੈ ਕਿ ਹੁਣ ਜਿਹੜੇ ਬੁਆੜ ਦੇ ਬੂਟੇ ਨਾਲ, ਤਿਲ ਦੇ ਬੂਟਿਆਂ ਨਾਲ ਬੁਆੜ ਦੇ ਬੂਟੇ ਲੱਗ ਜਾਂਦੇ ਹਨ ਨਾਲ ਨਾ, ਰੋਜ਼ਸ ਦੀ ਬੁਸ਼ੇਸ ਵਿੱਚ ਵੀਡਸ ਆ ਜਾਂਦੀਆਂ ਹਨ।
ਪਾਣੀ ਤੇ ਮਾਲੀ ਨੇ ਰੋਜ਼ਸ ਦੀ ਬੁਸ਼ਸ ਨੂੰ ਦਿੱਤਾ ਸੀ, ਖਾਦ ਤੇ ਪਾਈ ਸੀ ਰੋਜ਼ਸ ਦੇ ਬੁਸ਼ਸ ਨੂੰ, ਹੈ ਨਾ। ਤੇ ਵੀਡਸ ਵੀ ਨਾਲ ਹੁੰਦੀਆਂ ਨੂੰ, ਵੀਡਸ ਹੀ ਉੱਗ ਜਾਂਦੀਆਂ ਨਾਲ। ਤੇ ਵੀਡ ਹੁਣ ਸੋਚੇ ਕਿ ਮਾਲੀ ਨੇ ਪਾਣੀ ਮੈਨੂੰ ਦਿੱਤਾ ਹੈ ਨਾ, ਠੀਕ ਹੈ ਪਾਣੀ ਤੈਨੂੰ ਪਹੁੰਚਦਾ ਪਿਆ ਤੇ ਵੀ, ਕਿਉਂਕਿ ਉਹ ਤੇ ਹੈ ਤੇ ਨਿਰਵੈਰ ਅੰਦਰੋਂ, ਲੇਕਿਨ ਫਸਲ ਕੱਟਣ ਦੇ ਟਾਈਮ ਜਦੋਂ ਮਾਲੀ ਫੁੱਲ ਚੁਣੇਗਾ ਜਦੋਂ, ਤੇ ਵੀਡ ਨੂੰ ਤੇ ਹੱਥ ਨਹੀਂ ਲਾਣਾ, ਵੀਡ ਨੂੰ ਤੇ ਕਿਸੇ ਨੇ ਹੱਥ ਨਹੀਂ ਲਾਣਾ। ਆਸਾ ਦੀ ਵਾਰ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਹੀ ਇਸ ਗੱਲ ਦੀ ਕਲੈਰਿਟੀ ਆਈ ਹੈ ਕਿ ਉਹਨਾਂ ਨੂੰ ਉਹ ਜਦੋਂ ਚੁਣਨ ਦਾ ਟਾਈਮ ਜਦੋਂ ਆਏਗਾ, ਜਦੋਂ ਦੇਖਣ ਦਾ ਟਾਈਮ ਆਏਗਾ, ਜਦੋਂ ਪਰਖਣ ਦਾ ਟਾਈਮ ਆਏਗਾ, ਤੇ ਉਹਨਾਂ ਚ ਕਿਸੇ ਨੇ ਨਾਨਕ ਉੱਥੇ ਵਰਡ ਆਏ ਹਨ, ਉੱਥੇ ਜਿਹੜੇ if somebody remembers the line, ਉੱਥੇ ਵਰਡ ਆਏ ਹਨ ਕਿ ਉਹਦੇ 100 ਖਸਮ ਹਨ। ਫਿਰ ਉਹ 100 ਨਾ ਆਏ ਹਨ, ਨਾ ਉੱਥੇ ਖਸਮ ਵਾਸਤੇ ਆਇਆ ਹੈ ਵਰਡ, you know। ਫਲੀਏ, ਹੁਣ ਮੈਨੂੰ ਵਰਡ ਆ ਗਿਆ, ਫਲੀਏ ਫੁਲੀਏ ਬੱਪੜੇ ਪੀਤਨ ਵਿੱਚ ਸੁਆਹ ਉਹਦੇ, ਲੇਕਿਨ ਫਲ ਫੁੱਲ ਜਾਏ ਤਾਂ ਕੀ ਹੋ ਗਿਆ ਕਿ ਇਹ ਕਲਾਸ ਬੜੇ ਲੋਕ ਆ ਕੇ ਕਹਿੰਦੇ ਮੈਨੂੰ ਇਸ ਬਾਰੇ ਕਿ ਦੇਖੋ ਜੀ ਉਹ ਤੇ ਕੁਝ ਕਰਦਾ ਹੀ ਨਹੀਂ ਜੀ ਬੰਦਾ, ਉਹ ਨਾ ਗੁਰਦੁਆਰੇ ਆਉਂਦਾ ਤੇ ਨਾ ਸੇਵਾ ਕਰਦਾ ਤੇ ਨਾ ਇਸ ਪਾਸੇ ਉਹਦਾ ਕੋਈ ਧਿਆਨ ਹੈ, ਤੇ ਬੜੇ ਖੁਸ਼ੀ ਹੈ ਜੀ ਉਹ ਬੜੇ ਪ੍ਰਫੁੱਲਿਤ ਹਨ, ਕੋਈ ਕਿਸੇ ਕਿਸਮ ਦੀ ਕਮੀ ਨਹੀਂ ਹੈ। ਮਹਾਰਾਜ ਵੀ ਆਸਾ ਦੀ ਵਾਰ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਇਸ ਗੱਲ ਦੀ ਕਲੈਰਿਟੀ ਦਿੰਦੇ ਹਨ ਕਿ ਧਰਤੀ ਇਹ ਸਾਧ ਦੀ ਧਰਤੀ ਸੀ, ਜੇ ਪਸਰਿਓ ਪਾਸਾਰ ਸੰਤ ਪ੍ਰਤਾਪ ਦੀ ਧਰਤੀ ਸੀ। ਆ ਗਏ ਦੂਸਰੇ ਹੁਣ ਨਾਲ, ਚੋਰ ਵੀ ਨਾਲ ਆ ਗਏ ਤੇ ਉਹਨਾਂ ਨੂੰ ਵੀ ਨਾਲ ਮਿਲ ਗਿਆ। ਤੇ ਤਾਂ ਹੀ ਸਾਧ ਵਾਲੀ ਅਸ਼ਪਦੀ ਵਿੱਚ ਇਹ ਵੀ ਹੈ ਨਾ ਕਿ ਸਾਧ ਕੇ ਸੰਗ ਸਭ ਕੁਲ ਉਧਾਰੇ। ਇੱਕ ਬੰਦਾ ਆਂਦਾ ਹੈ ਤੇ ਸਾਰੀ, ਇੱਕ ਬੰਦਾ ਨਾਮ ਜਪਣ ਵਾਲਾ ਹੁੰਦਾ ਹੈ, ਇੱਕ ਬੰਦਾ ਫੈਮਿਲੀ 'ਚ ਕੋਈ ਪਿੱਛੇ ਕੋਈ ਹੋਵੇ ਇਹੋ ਜਿਹਾ, ਤੇ ਉਹਦਾ ਪ੍ਰਤਾਪ ਫਿਰ ਅੱਗੇ ਚੱਲਦਾ ਹੈ ਬੜਾ, ਉਹਦਾ ਪ੍ਰਤਾਪ ਫਿਰ ਅੱਗੇ ਹੁੰਦਾ ਹੈ ਬੜਾ। ਸੋ ਬ੍ਰਹਮ ਗਿਆਨੀ ਦੀ ਅਸ਼ਪਦੀ ਵਿੱਚ ਵੀ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ, ਕਿਉਂ ਆਪ ਪਰਮੇਸ਼ਰ ਹੈ? ਕਿਉਂਕਿ ਜੇ ਅਭਿਗਤ ਭਗਤ ਤੇ ਆਪ ਹੈ, ਜਿੱਥੇ ਉਹ ਬੈਠਾ ਹੈ ਉੱਥੇ ਭਗਤ ਬੈਠੇ ਹੈ, ਜਿੱਥੇ ਭਗਤ ਹੈ ਉਹ ਆਪ ਹੈ ਨਾਲ। ਤੇ ਹੁਣ ਇੱਕ ਬਹੁਤ ਸੈਂਸਿਟਿਵ ਟੌਪਿਕ ਲਿੱਤਾ ਨੇ ਕਿ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ। ਕੀਮਤ ਦੀ ਗੱਲ ਆਉਂਦੀ ਹੈ ਵੀ ਕੀਮਤੀ ਚੀਜ਼ ਬੜੀ ਇੰਪੋਰਟੈਂਟ ਹੈ ਸਾਡੇ। ਕਈ ਵਾਰੀ ਬੰਦਾ ਕੀਮਤੀ ਚੀਜ਼ ਦੇ ਬੜਾ ਪਿੱਛੇ ਪੈਂਦਾ ਹੈ ਕਿ ਕੀਮਤੀ ਚੀਜ਼ ਜਿਹੜੀ ਹੈ ਨਾ ਬੜੀ, ਹੁਣ ਕੀਮਤ ਦੀ ਗੱਲ ਆਈ ਹੈ ਤੇ ਜਪਜੀ ਦੀਆਂ ਉਹ ਪੌੜੀ ਜਿਹੜੀ ਹੈ 26, ਜੇ ਉਸ ਪੌੜੀ ਨੂੰ ਐਟਲੀਸਟ ਮੈਂ ਵਿਸਥਾਰ ਨਾਲ ਡਿਸਕਸ ਤੇ ਹੀ ਕਰਨਾ, ਕਿਉਂਕਿ ਕੀਮਤ ਦੀ ਗੱਲ ਜੀ ਆਈ ਹੈ ਇੱਥੇ, ਹਾਂਜੀ। ਤੇ ਜਪਜੀ ਦੀ ਵੀ ਪੌੜੀਆਂ ਵਿੱਚ ਕੀਮਤ ਦੀ ਗੱਲ ਤੇ ਆਈ ਹੈ ਨਾ, ਉੱਥੇ ਵੀ ਤੇ ਉੱਥੇ ਵੀ ਉਹਦਾ ਮੁੱਲ ਕੀ ਹੈ, ਉਸਦਾ ਉਹਦੀ ਕੀਮਤ ਕੀ ਹੈ ਉਸ ਨਾਮ ਜਪਣ ਵਾਲੇ ਦੀ। ਤੇ ਮੈਂ ਇੱਕ I just want to take like a 2-minute detour here from Sukhmani here though, because ਕੀਮਤ ਦੀ ਗੱਲ ਆਈ ਹੈ ਤੇ ਹੁਣ ਕੀਮਤ ਬਾਰੇ ਗੁਰੂ ਨਾਨਕ ਦੇਵ ਜੀ ਕੋਲੋਂ ਉਹ ਗੱਲਾਂ ਸੁਣੋ ਜਿਹੜੀਆਂ ਕੀਮਤ ਬਾਰੇ ਜਪਜੀ 'ਚ ਲਿਖੀਆਂ ਨੇ ਉਹਨਾਂ ਨੇ। ਹੁਣ ਇਹ ਗੱਲਾਂ ਕਈ ਵਾਰੀ ਪਾਠ ਕਰਦਿਆਂ ਨਹੀਂ ਤੁਹਾਨੂੰ ਰਿਅਲਾਈਜ਼ ਹੋਈਆਂ ਹੋਣਗੀਆਂ ਵੀ ਇਤਨੀ ਡੀਪ ਥਾਟ ਪ੍ਰੋਸੈਸ ਹੈ 26ਵੀਂ ਪੌੜੀ ਦੀ, 26th ਪੌੜੀ ਦੀ। ਤੇ 25th ਪੌੜੀ ਦੇ ਐਂਡ ਵਿੱਚ ਵਰਡ ਆਏ ਹਨ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਆਏ ਹਨ ਵਰਡ, ਜਿਸ ਨੂੰ ਇਹ ਬਖਸ਼, ਜਿਹਨੂੰ ਇਹ ਬਲ ਦੇ ਦੇਵੇ ਨਾ, ਜਿਸ ਨੂੰ ਗੁਣ ਗਾਇਨ ਦਾ, ਜਿਸ ਨੂੰ ਇਹ ਕਿਰਪਾ ਕਰ ਦੇਵੇ ਨਾ ਗੁਣ ਗਾਇਨ ਦੀ, ਵੀ ਤੁਹਾਡੇ ਅੰਦਰੋਂ ਸਿਫਤ ਨਿਕਲਣੀ ਪ੍ਰਮਾਤਮਾ ਦੀ ਅੰਦਰੋਂ ਸ਼ੁਰੂ ਹੋ ਜਾਏ ਨਿਕਲਣੀ, ਬਾਰ-ਬਾਰ ਮਨ ਇਹ ਸੋਚੇ ਕਿ ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ, ਤੇਰੇ ਨਾਮ ਜਪਣ ਵਾਲੇ ਬੜੇ ਵੱਡੇ ਹਨ। ਇਹ ਹਰ ਇੱਕ ਨੂੰ ਨਹੀਂ ਮਿਲਦੀ, ਇਹ ਬਹੁਤ ਮੁਸ਼ਕਿਲ ਹੈ ਮਿਲਣਾ। ਜਪਜੀ ਦੀਆਂ ਉਸ ਤੋਂ ਪਿਛਲੀਆਂ ਪੌੜੀਆਂ ਵਿੱਚ ਅਗਰ ਧਿਆਨ ਨਾਲ ਪੜ੍ਹੇਗਾ ਬੰਦਾ ਤੇ ਇਸ ਗੱਲ ਦੀ ਕਲੈਰਿਟੀ ਹੋਏਗੀ ਇਸ ਥਾਟ ਪ੍ਰੋਸੈਸ ਦੀ ਕਿ ਇਹ ਅਗਰ ਗੁਣ ਕਿਸੇ ਨੂੰ ਦੇ ਦੇਵੇ ਨਾ, ਗੁਣ ਮੇਰਾ ਦਾਤਾ ਇਹ ਗੁਣ ਕਿਸੇ ਝੋਲੀ ਚ ਪਾ ਦੇਵੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਇਹ ਸਿਫਤ ਸਲਾਹ ਦੀ ਇਹ ਕਾਦਰ ਕਿਸੇ ਤੁਹਾਡੀ ਝੋਲੀ ਚ ਪਾ ਦੇਵੇ ਤੇ ਮਹਾਰਾਜ ਕਹਿੰਦੇ ਉਹਦੀ ਗੱਲ ਤੇ ਉਹ ਤੇ ਫਿਰ ਰਾਜਿਆਂ ਤੋਂ ਵੀ ਰਾਜਾ, ਵੱਡਾ ਰਾਜਾ ਹੈ। ਨਾਨਕ ਪਾਤਸ਼ਾਹ ਹੀ ਪਾਤਸ਼ਾਹ ਵਰਡ ਆਏ ਹਨ। ਤੇ ਫਿਰ ਮਨ ਚ ਸੋਚਿਆ ਨੇ, ਹੁਣ ਮੈਂ ਇੱਥੇ ਰੁਕਾਂ ਇੱਕ ਸੈਕਿੰਡ ਵਾਸਤੇ, can somebody tell me ਕਿ ਜਪਜੀ ਵਿੱਚ ਇਸ ਪਾਤਸ਼ਾਹ ਦੇ ਵਾਸਤੇ ਕਿਹੜਾ ਵਰਡ ਯੂਜ਼ ਕੀਤਾ ਨੇ? ਜਪਜੀ ਵਿੱਚ ਮਹਾਰਾਜ ਨੇ
उस बंदे नु केड़े एडजेक्टिव नाल वर्ड यूज किया गया है? लॉट ऑफ पीपल माइट नो द आंसर. इट्स गुड टू पार्टिसिपेट. हाँ जी, की को किस वर्ड नाल मुखातिब किया गया उस बंद नु जेड़ा जिसनु ए सिर्फ सलाह दी जिहड़ी दात जिहड़ी परमात्मा ने हथी दिती होवे, जिहदे ए नेचुरली जिहदे अंदरों उदी सिर्फ सलाह निकलदी होवे, बैठे बार बार मन ये सोचे नहीं तेरे तो वड्डा होर कोई नहीं है, तू वड्डे तो वड्डा है, तू सब तो वड्डा है, तू कौन है, तू सब तो वड्डा, तेरे वर्गा वड्डा होर कोई नहीं है. ते उस बंदे नु फिर एक एडजेक्टिव दिता गया अगे जाके, कौन है जी वो? जपजी विच अगे जाके उसनु एडजेक्टिव दिता गया उस बंदे नु. पहले पासा ही पासा कहंदे हन, फिर आई गेस ही must have उन्होंने नहीं इस तो बड़ी अवस्था है. हाँ जी, I'll take a 2 second break. See if we can. हाँ जी शाह इतने पासा वर्ड आ गए हैं, उस तो एक बड़ा होर वर्ड यूज किया ने. सिमरत दीदी probably found the answer. थोड़ी आवाज नहीं आ रही दीदी, तुसी म्यूटेड हो या आवाज थोड़ी आ नहीं रही? लो हाँ जी, अमुल. अमुल गल ही मुका दी ना उन्होंने. अमुल दियां पौड़ियां इतनियां भावुक हैं पौड़ियां. 26वीं पौड़ी जिहड़ी 26th पौड़ी जिहड़ी जपजी दी है, जिहड़ी मने की कमाल तो भी अगे दी पौड़ी है, विस्माद वाली पौड़ी है, अमुल वाली पौड़ी. जिहड़े जिन्होंने ध्यान नाल उस पौड़ी नूं समझिया, जिन्होंने 5 मिनटां च पाठ किया है जपजी दा, वो नहीं रियलाइज कर सकणगे अमुल दी पौड़ी दी गहराई. एक मुल है चीज जिहदी कीमत है, ते कहंदे ने कीमत बड़ी महंगी है जी, बड़ी महंगी है जी, बड़ी महंगी है जी कीमत दी, तेरे तू नहीं ला सकदा. ये है. ते एक है अमुल जिहदी कीमत नहीं है कोई, जिदी कोई वैल्यू नहीं, जिदी कोई वैल्यू मुकर्रर नहीं हो सकती, जिदी कोई वैल्यू तुसी रख नहीं सकते उसकी. ते हुण जपजी दी उन्हां पौड़ियां विच 26वीं पौड़ी विच महाराज अमुल दी डेफिनेशन देंदे. अमुल कौन? अमुल है कौन? अमुल है जिन्हां दे उत्ते ये बख्शिश हुई है सिफत सलाह दी, जेड़े नैचुरली सवेर तो लैके रात तक परमात्मा दी सिर्फ सलाह विच रखते हैं, उहदे कीर्तन दे उत्ते लगते हैं. देखो मैं कई बारी हैरान रह जांदा इस 26th पौड़ी विच कि महाराज कितनी गहराई विच गए हैं इस पौड़ी दे. मैं सारी पौड़ी ते डिस्कस नहीं करनी, इट्स बियॉन्ड द स्कोप ऑफ टुडेज डिस्कशन. तुसी आप पढ़े हो इसनूं, पर असी ते फटाफट पढ़ जांदे हां, सो कदी रियलाइज नहीं कीता होना भी कितनी गहरी गल करदे पैण थे. पर उस अमुल दी पौड़ियां विच देखो पहले विच गुरसिੱਖੀ दे अमुल ते बाकी धर्मां दे अमुल बंदियां चों कितना फर्क कढिया ने. हाँ जी, पहली लाइन पढ़ के देखो जरा. पहली लाइन है अमुल गुण अमुल व्यापार. अमुल व्यापार की है पता है? व्यापार की होंदा है? व्यापार करना, कोई चीज लाके कोई चीज दे देनी किसी ने. हाँ जी, ए अमुल ओ जे अमुल नहीं है जेड़े घर बार छोड़ के आप जंगलों विच बैठ के ते आप अमुल बन गए ते दूसरिਆਂ ਦੀ ਤੇ परवाह ही ना कीती उन्होंने. ए ओ जे अमुल गुरु नानक दी दरबार च प्रवान नहीं होए, ਇਹੋ ਜਿਹੇ ब्रह्म ज्ञानी प्रवान नहीं होए कि जिन्होंने अपना ही सवारिया होए साली, बस वो अपने बारे ही सोचिया होए खाली. वर्ड इत्थे है अमुल गुण अमुल व्यापार. व्यापार अमुल अमुल इस वास्ते अमुल है कि गुण दा राणा मुक्ता है जपजी विच. ना विच परमात्मा दे सारे गुण हैं. हे मेरे दाता, मैं किस नाल ना बुलावां उन्हां नूं? हाउ डू आई एड्रेस दीज पीपल? व्हाट डू आई कॉल देम? किहड़ी मैं एडजेक्टिव वरता उन्हां दे सामने? भाई साहब परवीर सिंह बहुत सोहना लिखते हैं. 6 पेज दी या 5 पेज दी व्याख्या है इन्हां पौड़ियां दी, अमुल दे पौड़ियां दी. मैं कह ला इतनी लंबी व्याख्या सोदर दियां पौड़ियां तो सिवाय इन्हां इतनी लंबी व्याख्या इस पौड़ी तो सिवाय शायद किसी पौड़ी भी ना होवे संध्या विच. Authors are
amazed, I mean, he flabbergasted almost कि यार ये की कहंदे की पेन इत्थे, की कह रहे बंदे, इतनी वड्डी उपाधि दे ਦਿੱਤੀ ਤੁਸੀਂ ਗੁਰੂ ਨਾਨਕ ਇਹਨਾਂ ਨੂੰ। ਅਮੁੱਲ ਗੁਣ ਅਮੁੱਲ ਵਪਾਰ, ਵਪਾਰ ਵਪਾਰ, ਇਹ ਗੁਣ ਇਹਨਾਂ ਕੋਲ ਸਾਰੇ ਹਨ ਪਰ ਇਹ ਗੁਣ ਰੱਖਦੇ ਨਹੀਂ ਆਪਣੇ ਕੋਲ, ਬਸ ਇਹ ਫਰਕ ਹੈ। ਇੱਥੇ ਗੁਰੂ ਨਾਨਕ ਦੇ ਅਮੁੱਲ ਵਿੱਚ ਤੇ ਸਨਾਤਨੀਆਂ ਦੇ ਅਮੁੱਲ ਵਿੱਚ ਬਹੁਤ ਵੱਡਾ ਫਰਕ ਹੈ। ਇੱਥੇ ਉਹ ਅਮੁੱਲ ਪ੍ਰਵਾਨ ਨਹੀਂ ਹੋਏ ਜਿਹੜੇ ਅਮੁੱਲ ਆਪ ਨੌਲੇਜ ਗੈਦਰ ਕਰਕੇ ਤੇ ਘਰ ਬੈਠ ਗਏ ਜਾਂ ਬਾਹਰ ਚਲੇ ਗਏ, ਘਰ ਬਾਹਰ ਛੋੜ ਦਿੱਤਾ, ਆਪਣਾ ਕੰਮ ਸਿੱਧ ਕਰ ਦਿੱਤਾ ਤੇ ਵਪਾਰ ਨਾ ਕੀਤਾ ਅਮੁੱਲ ਦਾ, ਦੂਸਰਿਆਂ ਨੂੰ ਅਮੁੱਲ ਨਹੀਂ ਬਣਾਇਆ, ਦੂਸਰਿਆਂ ਨੂੰ ਅਮੁੱਲ ਬਣਾਉਣ ਦੀ ਫਿਕਰ ਨਹੀਂ ਆਇਆ ਕਿਸੇ ਨੂੰ। ਵਰਡ ਆਏ ਹਨ ਅਮੁੱਲ ਗੁਣ ਅਮੁੱਲ ਵਪਾਰ ਦੇ ਅਗਲੇ ਵਰਡ ਆਏ ਹਨ ਅਮੁੱਲ ਵਾਪਰੀਏ ਅਮੁੱਲ ਭੰਡਾਰ, ਕਿਉਂਕਿ ਭੰਡਾਰੇ ਪਏ ਹਨ ਅਮੁੱਲ ਦੇ, ਉਹਨਾਂ ਕੋਲ ਭੰਡਾਰ ਹਨ ਗੁਣਾਂ ਦੇ, ਇਸ ਵਾਸਤੇ ਵਪਾਰੀ ਬਣ ਗਏ ਹਨ ਅਮੁੱਲ ਦੇ, ਅਮੁੱਲ ਦੇ ਵਪਾਰੀ ਬਣ ਗਏ ਹਨ। ਜਿਹੜੇ ਅੱਗੇ ਜਾ ਕੇ ਇਹ ਵੀ ਤੇ ਵਰਡ ਆਏ ਹਨ ਕਿ ਅਮੁੱਲ ਆਵੇ ਤੇ ਅਮੁੱਲ ਲੈ ਜਾਏ, ਤੇ ਉਹਨਾਂ ਕੋਲੋਂ ਫਿਰ ਅਮੁੱਲ ਆਉਂਦੇ ਹਨ, ਤੇ ਜਿਹੜੇ ਨਹੀਂ ਵੀ ਅਮੁੱਲ ਉਹ ਅਮੁੱਲ ਆਉਂਦੇ ਹਨ ਤੇ ਅਮੁੱਲ ਬਣ ਕੇ ਚਲੇ ਜਾਂਦੇ ਹਨ। ਇਹੋ ਜਿਹੇ ਵੱਡੇ ਅਮੁੱਲ ਗੁਰੂ ਨਾਨਕ ਨੇ ਬਣਾਏ। ਹਾਂਜੀ, ਭਾਈ ਲਹਿਣਾ ਜੀ ਕੋਲ ਆਉਂਦੇ ਹਨ ਗੁਰੂ ਅਮਰਦਾਸ ਤੇ ਲਹਿਣੇ ਵਰਗੇ ਬਣ ਜਾਂਦੇ ਹਨ, ਗੁਰੂ ਨਾਨਕ ਵਰਗੇ ਬਣ ਜਾਂਦੇ ਹਨ। ਭਾਈ ਜੇਠਾ ਆਉਂਦੇ ਹਨ ਗੁਰੂ ਅਮਰਦਾਸ ਪਾਤਸ਼ਾਹ ਕੋਲੋਂ, ਫਿਰ ਅਮਰਦਾਸ ਵਰਗੇ ਬਣ ਜਾਂਦੇ ਹਨ। ਇਹੋ ਜਿਹੇ ਅਮੁੱਲ ਬਣਾਏ ਹਨ ਗੁਰੂ ਨਾਨਕ। ਬਹੁਤ ਜਪਜੀ ਦੀ ਬਾਣੀ ਵਾਕਈ ਹੀ ਬਹੁਤ ਗਹਿਰੀ ਹੈ ਔਰ ਬਹੁਤ ਇਮੋਸ਼ਨਲੀ ਲਿਖੀ ਹੋਈ ਬਾਣੀ ਹੈ ਬੜੀ। ਅਸੀਂ ਨਹੀਂ, ਸਾਨੂੰ ਸਮਝ ਦੈਟਸ ਅ ਡਿਫਰੈਂਟ ਇਸ਼ੂ ਨਹੀਂ, ਅਸੀਂ ਫੋਕਸ ਕੀਤਾ, ਸਾਡੀ ਉਮਰਾਂ 50 ਸਾਲ ਦੀਆਂ 60 ਸਾਲ ਦੀਆਂ 70 ਸਾਲ ਦੀਆਂ ਹੋ ਗਈਆਂ, ਹਾਲੇ ਵੀ ਜਪਜੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਹੈ, ਜਪਜੀ ਦੇ ਉੱਤੇ ਬਹੁਤਾ ਫੋਕਸ ਨਹੀਂ ਕੀਤਾ। ਲੇਕਿਨ ਜਿਹੜੇ ਫੋਕਸ ਕਰਦੇ ਹਨ, ਜਿਹੜੇ ਸਮਝਦੇ ਹਨ ਇਸ ਗੱਲ ਨੂੰ, ਅਮੁੱਲ ਦੀਆਂ ਇਹਨਾਂ ਪੌੜੀਆਂ ਵਿੱਚ ਬ੍ਰਹਮ ਗਿਆਨੀ ਦੀ ਉਸ ਵੱਡੀ ਉਪਾਧੀ ਨੂੰ ਅਮੁੱਲ ਕਹਿ ਕੇ ਪੁਕਾਰਿਆ ਹੈ ਉਹਨਾਂ ਨੇ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਬੜਾ ਸੋਹਣਾ ਲਿਖਦੇ ਹਨ ਕਿ ਅਮੁੱਲ ਦੀ ਕੀਮਤ ਨਹੀਂ ਹੈ ਕੋਈ, ਅਮੁੱਲ ਦੀ ਕੋਈ ਵੈਲਿਊ ਨਹੀਂ ਹੈ ਕੋਈ, ਬਿਯੋਂਡ ਕੰਪਰੀਹੈਂਸ਼ਨ ਹੈ, ਉਹਦੀ ਵੈਲਿਊ ਹੈ ਹੀ ਨਹੀਂ ਕੋਈ। ਤੇ ਨਾਲੇ ਇਹਨਾਂ ਅਮੁੱਲਾਂ ਵਿੱਚ ਅਮੁੱਲ ਆਵੇ ਅਮੁੱਲ ਲੈ ਜਾਏ ਤੇ ਅਮੁੱਲ ਪਾਏ ਅਮੁੱਲ, ਕਿਉਂਕਿ ਭਾਵਨਾ ਅਮੁੱਲ ਨਾਲ ਹੈ, ਪਿਆਰ ਅਮੁੱਲ ਨਾਲ ਹੈ, ਉਸ ਪ੍ਰਮਾਤਮਾ ਨੂੰ ਵੀ ਅਮੁੱਲ ਕਿਹਾ ਹੈ। ਅਮੁੱਲ ਆਉਂਦੇ ਹਨ ਉਹਨਾਂ ਕੋਲੋਂ ਤੇ ਅਮੁੱਲ ਵਰਗੇ ਬਣ ਕੇ ਚਲੇ ਜਾਂਦੇ ਹਨ। ਤੇ ਅਮੁੱਲੋ ਅਮੁੱਲ ਆਖਿਆ ਨਾ ਜਾਏ ਅੱਗੇ ਜਾ ਕੇ। ਫਿਰ ਅੱਗੇ ਜਾ ਕੇ ਆਈ ਥਿੰਕ ਹੀ ਮਸਟ ਹੈਵ ਥਾਟ ਕਿ ਅਮੁੱਲ ਵੀ ਇਨਫ ਨਹੀਂ ਹੈ ਕਹਿਣਾ ਇਹਨਾਂ ਨੂੰ, ਫਿਰ ਅਮੁੱਲੋ ਅਮੁੱਲ ਕਿਹਾ ਨੇ ਵਰਡ ਅੱਗੇ ਜਾ ਕੇ, ਹੋਰ ਇੱਕ ਹੋਰ ਸੁਪਰਲੇਟਿਵ ਲਗਾ ਦਿੱਤਾ ਉਹਦੇ ਅੱਗੇ। ਸੋਚ ਕੇ ਦੇਖੋ, ਕਦੀ ਇਸ ਬਾਰੇ ਵਿਚਾਰ ਕਰਿਓ, ਕਦੀ ਜਪਜੀ ਦੀਆਂ ਇਹਨਾਂ ਪੌੜੀਆਂ ਨੂੰ। ਭਾਈ ਸਾਹਿਬ ਨੇ ਤੇ ਬਹੁਤ ਸੋਹਣੀ ਵਿਆਖਿਆ ਕੀਤੀ ਹੈ, ਜਿਨ੍ਹਾਂ ਕੋਲ ਹੈ, ਜਿਨ੍ਹਾਂ ਨੇ ਕਿਤਾਬਾਂ ਮੰਗਵਾਈਆਂ ਹਨ ਇੰਡੀਆ ਤੋਂ, ਪੜ੍ਹ ਕੇ ਕਦੀ ਦੇਖਿਓ, ਕਦੀ ਸੋਚਿਓ ਇਸ ਬਾਰੇ ਕਿ ਇੱਕ ਤੇ ਪਹਿਲੇ ਤੇ ਪਾਤਸ਼ਾਹੀ ਪਾਤਸ਼ਾਹ ਕਹਿ ਦੇਣਾ, ਫਿਰ ਅਮੁੱਲ ਦੀ ਖਿਤਾਬੀ ਦੇ ਦੇਣੀ, ਫਿਰ ਅਮੁੱਲ ਤੋਂ ਬਾਅਦ ਇਹ ਕਹਿ ਦੇਣਾ ਅਮੁੱਲੋ ਅਮੁੱਲ ਆਖਿਆ ਨਾ ਜਾਏ, ਫਿਰ ਕਹਿ ਦੇਣਾ ਨਹੀਂ ਅਮੁੱਲ ਵੀ ਨਹੀਂ ਹੈ, ਅਮੁੱਲੋ ਅਮੁੱਲ ਹੈ। ਮਤਲਬ ਇਤਨੀ ਵੱਡੀ ਸਿਫਤ, ਇਤਨੀ ਵੱਡੀ ਪ੍ਰਮਾਤਮਾ ਦੇ ਨਾਮ ਜਪਣ ਦੀ ਸਿਫਤ ਕਿਸੇ ਹੋਰ ਰਿਲੀਜਨ ਚ ਨਹੀਂ ਹੈ, ਕਿਸੇ ਹੋਰ ਧਰਮ ਗ੍ਰੰਥ ਵਿੱਚ ਨਹੀਂ ਹੈ। ਜਪਜੀ ਸਾਹਿਬ ਵਿੱਚ ਨਿਰੂਪਣ ਕੀਤੀ ਗਈ ਹੈ ਕਿ ਜਾ ਕੇ ਅਮੁੱਲ ਦੀ ਤੇ ਫਿਰ ਅੱਗੇ ਜਾ ਕੇ ਜਦੋਂ ਆਖੇ ਦੀਆਂ ਪੌੜੀਆਂ ਆਉਂਦੀਆਂ ਨਾ, ਅੱਗੇ ਕਹਿ ਹੁਣ ਮੈਂ ਜਪਜੀ ਬਾਰੇ ਨਾ ਜਾਵਾਂ, ਫਿਰ ਜਪਜੀ ਬਾਰੇ ਡਿਸਕਸ਼ਨ ਸ਼ੁਰੂ ਹੋ ਜਾਏਗੀ। ਉੱਥੇ ਜਾ ਕੇ ਅੱਗੇ ਨਿਰੂਪਣ ਕਰਦੇ ਹਨ ਕਿ ਅਮੁੱਲ ਦੀ ਅਗਲੀਆਂ ਡੈਫੀਨੇਸ਼ਨ ਦਿੰਦੇ ਹਨ, ਜਿੱਥੇ ਜਾ ਕੇ ਵੀ ਦੇਖੋ ਇਹਨਾਂ ਨੂੰ ਅਮੁੱਲ ਕਹਿਣ ਵਾਲੇ ਤੇ ਬੜੇ ਨਾਖੇ ਵੇਦ ਪਾਠ ਪੁਰਾਣ, ਪਰ ਕਿਤਨੇ ਕਹਿਣ ਵਾਲੇ ਅਮੁੱਲ ਹਨ। ਇਹਨਾਂ ਨੂੰ ਤੇ ਕਹਿ ਕੇ ਅਮੁੱਲ ਥੱਕ ਜਾਂਦੇ ਹਨ, ਪਰ ਇਹਨਾਂ ਦੀ ਫਿਰ ਵੀ ਸਿਫਤ ਸਲਾਹ ਨਹੀਂ ਹੋ ਸਕਦੀ। ਇਹ ਮੇਰੇ ਦਾਤਾ, हे ਮੇਰੇ ਪਿਤਾ, ਇਹਨਾਂ ਨੂੰ ਕਿਸ ਨਾਮ ਤੋਂ ਪੁਕਾਰਾਂ ਮੈਂ, ਜਿਸ ਨੂੰ ਤੂੰ ਇਹ ਸਿਫਤ ਸਲਾਹ ਦੀ ਬਖਸ਼ੀ ਹੈ ਦਾਤ, ਇਹਨਾਂ ਨੂੰ ਮੈਂ ਕੀ ਕਵਾਂ। ਜਪਜੀ ਵਿੱਚ ਅਮੁੱਲ ਕਿਹਾ ਨੇ, ਤੇ ਇੱਥੇ ਕਹਿੰਦੇ ਹਨ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਆਪ ਪਰਮੇਸ਼ਰ ਹੈ ਬ੍ਰਹਮ ਗਿਆਨੀ, ਤੇ ਉਹਦੀ ਕੀਮਤ ਮੈਂ ਕੀ ਪਾਵਾਂ। ਉਹਦੀ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ। ਅਮੁੱਲ ਵਰਡ ਜਪਜੀ ਵਿੱਚ ਆਏ ਹਨ। ਪੂਰੀ ਵਿਆਖਿਆ ਨਹੀਂ ਕਰਨੀ ਉਸ ਪੌੜੀ ਦੀ, ਮੈਂ ਉਸ ਡਿਟੇਲ ਚ ਨਹੀਂ ਜਾਣਾ। ਮੈਂ ਤੁਹਾਨੂੰ ਇੱਕ ਝਲਕਾਰਾ ਦੇਣਾ ਸੀ ਇਸ ਪੌੜੀ ਦਾ, ਇੱਕ ਕਿਸਮ ਦੀ ਟੀਜ਼ਰ ਦੇਣਾ ਸੀ ਇਸ ਪੌੜੀ ਦਾ, ਕਿ ਤੁਸੀਂ ਇਨਕਰੇਜ ਹੋਵੋ ਆਪ ਪੜ੍ਹਨ ਵਾਸਤੇ, ਜਪਜੀ ਨੂੰ ਸਮਝਣ ਵਾਸਤੇ।
ब्रह्म ज्ञानी की कीमत ना है, कीमत नहीं पा सकते, अमुल्य है ब्रह्म ज्ञानी। ते ब्रह्म ज्ञानी के सगल घट मन मन माहे, सारिਆਂ ਦੇ ਮਨ ਚ ਵਸਦਾ ਹੈ परमात्मा। ਹੁਣ ਜਿੱਥੇ ਅਗਲੀਆਂ ਡੈਫੀਨੇਸ਼ਨ ਬ੍ਰਹਮ ਗਿਆਨੀ ਦੀਆਂ ਆਣਗੀਆਂ ਤੇ ਦੇਖੋਗੇ ਨੰਬਰ 7 ਤੇ ਨੰਬਰ 8 ਜਿਹੜੀਆਂ ਪਦੇ ਆਏ ਹਨ ਬ੍ਰਹਮ ਗਿਆਨੀ ਦੀ ਅਸ਼ਪਦੀ ਵਿੱਚ, ਉਹਦੇ ਵਿੱਚ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਜਿਹੜੀ ਦੇਣਗੇ 7 ਤੇ 8 ਤੇ ਸਪੈਸ਼ਲੀ 8 ਵਿੱਚ, ਉਹਦੇ ਵਿੱਚ ਪ੍ਰਮਾਤਮਾ ਦੀ ਤੇ ਬ੍ਰਹਮ ਗਿਆਨੀ ਦੀ ਕੋਈ ਫਰਕ ਹੀ ਨਹੀਂ ਸਮਝਿਆ ਉਹਨਾਂ ਨੇ। ਇੱਥੇ ਤੱਕ ਵਰਡ ਆਣਗੇ 8ਵੀਂ ਪਦੇ ਵਿੱਚ कि ब्रह्म ज्ञानी का सगल आकार। हुण देखो ये गल कोई हो सके, कोई मन सकता है गल है। एक जगह लिखते हैं नाम के धारे सगल आकार, एक जगह लिखते हैं हुक्मी होवन आकार कि तुहाडे वजह नाल होया। हुण कहंदे ने ब्रह्म ज्ञानी का सगल आकार, वो भी वर्ड आउट, कोई फर्क नहीं रहा ब्रह्मा माता ते ब्रह्म ज्ञानी दे। ब्रह्म ज्ञानी के सगल, ब्रह्म ज्ञानी के सगल मन माहे, उस सब दे मन विच है, जिसा परमात्मा सब दे मन विच है, उस ब्रह्म ज्ञानी की अवस्था भी वही है। ते ब्रह्म ज्ञानी का कौन जाने भेद। हुण कई लोग गुरु दे भेद नूं समझण दी कोशिश करदे हैं। गुरु नानक कितने वड्डे हैं, मैं भी बड़ा पढ़िया लिखिया, मैं गुरु नानक नूं अपने आप नूं कंपेयर करा जाए। कई आंदे क्लास में देखिया होया है कि पिछले 20 सालों तो पढ़ा रहा, मैं भी गुरुद्वारियां च बड़े लोगों नाल मिलदा हां, बड़े लोगों नाल मुलाकात हुंदी है, बड़े स्ट्रेंज क्वेश्चन लोग आके पूछते हैं, इतने स्ट्रेंज कि तुसी बिलीव नहीं कर सकोगे। इतने स्ट्रेंज कई क्वेश्चन आके, कई बारी ईमेल भी आंदी है, कई बारी टेक्स्ट भी आंदे हैं, बंदा हैरान रह जांदा पढ़ के। कई अपने आप नूं गुरुआं नाल कंपेयर करना शुरू कर दिंदे, उन्हां नूं की जाच सानू पता की करना है। I think that is not right, I think this is right, who are you to tell me what is right and what is wrong, you know। ब्रह्म ज्ञानी का कौन जाने भेद, कौन जान सकदा उन्हां नूं, उन्हां दी गहराई नूं कौन नाप सकदा है। उन्हां दे तले जिहड़े समुंदर दे कितनी गहराई विच आ चुके हैं। जपजी ਦੀਆਂ ਲਾਈਨਾਂ ਇਹ ਵੀ ਹਨ, ਗਿਰੇ ਹੈ ਸੇਤੀ ਮਾਲ ਤਨ, ਉਹ ਕਦੀ ਦੁਬਾਰਾ ਕਦੀ ਗੱਲ। ਉਹਨਾਂ ਨੂੰ ਕਿਤਨਾ ਪਤਾ ਹੈ ਕਿ ਸਮੁੰਦਰ ਦੇ ਗਹਿਰਾਈ ਵਿੱਚ ਕੀ ਕੀ ਛੁਪਿਆ ਹੋਇਆ ਹੈ। ਉਹਨਾਂ ਦਾ ਭੇਦ ਨਹੀਂ ਕੋਈ ਜਾਣ ਸਕਦਾ। ਬਾਬਾ ਬੁੱਢਾ ਜੀ ਦਾ ਭੇਦ ਕੋਈ ਜਾਣ ਨਹੀਂ ਸਕਦਾ। ਭਾਈ ਨੰਦ ਲਾਲ ਜੀ ਦੀ ਦਸਮ ਪਿਤਾ ਦੇ ਸਾਹਮਣੇ ਜਿਹੜਾ ਪਿਆਰ ਸੀ ਉਹਨਾਂ ਦਾ, ਜਿਹੜੀ ਨਿਮਰਤਾ ਸੀ ਉਹਨਾਂ ਦੇ ਮਨ ਵਿੱਚ, ਜਿਹੜੀ ਉਹਨਾਂ ਦੇ ਮਨ 'ਚ ਪਿਆਰ ਸੀ, ਭਾਈ ਨੰਦ ਲਾਲ ਦੇ ਪਿਆਰ ਨੂੰ ਕੋਈ ਜਾਣੂ ਨਹੀਂ ਕਰਾ ਸਕਦਾ। ਭਾਈ ਨੰਦ ਲਾਲ ਦੇ ਪਿਆਰ ਦੇ ਕੋਈ ਤੁਸੀਂ ਜਾਣੂ ਨਹੀਂ ਹੋ ਸਕਦੇ। ਉਹ ਉਹਨਾਂ ਦੀ ਨਿਮਰਤਾ ਦਾ ਲੈਵਲ ਤੁਸੀਂ ਪਛਾਣ ਨਹੀਂ ਸਕਦੇ। ਕੌਣ ਜਾਣੇ ਭੇਦ। ਤੇ ਇਸੇ ਵਾਸਤੇ ब्रह्म ज्ञानी को सदा आदेश, आदेश मतलब नमस्कार है साडी, की करे हो, दंडोत प्रणाम ही कर सकता है ना, जिंदा लेट डंडे वर्गा लेट ही सकता है ना, तुसी की कर सकते, बार बार नमस्कार कर सकते हो। जपजी विच ही आदेश दियां पौड़ियां हैं, आदेश तिसे आदेश, उत्थे भी नमस्कार की करनगे हो। कितनी सिफत कर लोगे, कितनी बारी अमुल कह लोगे, कितनी बारी अमुलो अमुल कह लोगे, कितनी बारी केड़े एडजेक्टिव यूज कर लोगे। सब लास्ट फिर कहना पैंदा तनु नमस्कार है, बस तनु आदेश है, तेरे अगे मथा है, तेरे अगे सब कुछ अर्पण है। नहीं है साडे कोल वर्ड, असी वर्ड खो गए हैं। वर्ड हुण मैं आई हैव लॉस्ट वर्ड्स, आई डोंट नो व्हाट टू टेल यू, आई डोंट हैव वर्ड्स टू डिस्क्राइब। ब्रह्म ज्ञानी का कौन जाने भेद। इस वास्ते ब्रह्म ज्ञानी को सदा आदेश, नमस्कार है उस ब्रह्म ज्ञानी, सदा नमस्कार है, सदा मैं मत्था टेकदी हैं तेरे अगे। तो ब्रह्म ज्ञानी का हुण देखो वर्ड चले जा रहे हैं। ब्रह्म ज्ञानी क्या कथ्या ना जाए अध्याकर, अध्याकर कहते हैं अद्धा अखर भी की करे तेरी, अद्धा अखर भी मैं तेरी सिर्फ सलाह नहीं कर सकता तेरी, तू इतना बड़ा है, इतना बड़ा है। लोग हैरान हो जाता मैं जदों लोग अपने आप नूं गुरुआं तो ज्यादा सियाणा कई समझ लेंदे हैं, अपने आप तो बाणी तो ज्यादा सियाणा समझ लेंदे हैं। केस क्यों रखिए जी असी, अमृत क्यों छकीए जी असी, सच क्यों बोलिए जी असी, निमरता क्यों इंपॉर्टेंट है जी बड़ी है जी। ਉਹਦਾ ਰੀਜ਼ਨ ਦੱਸੋ ਜੀ ਤੁਸੀਂ, ਕਿਸ ਰੱਖਣ ਨਾਲ ਕੀ ਹੋਏਗਾ ਜੀ, ਬੜਾ ਉਹ ਜੀ ਬੜਾ ਉਹਦੇ ਚ ਕੀ ਹੋ ਜਾਏਗਾ, ਉਹਦੇ ਚ ਕੋਈ ਨਵੀਂ એનર્ਜੀ ਆ ਜਾਏਗੀ, ਇਹ ਕੀ ਬਣ ਜਾਏਗਾ ਸਾਡੇ ਅੰਦਰ ਹੈ ਜੀ। ਉਹਦਾ ਦੱਸੋ ਜੀ ਰੀਜ਼ਨ। झूठ ना बोलिए, झूठ क्यों ना बोलिए जी असी, निंदा क्यों ना करिए जी किसी, कीर्तन क्यों सीखिए असी, क्यों इतनी मेहनत करिए बिलावल ते कल्याण जिस फर्क विच, क्यों कीर्तन करिए उसदा, क्यों कीर्तन सीखिए असी। गुरु नानक कह के गेण तां किहड़ी गल है कोई। ये गल ए अष्टपदी विच इस गल दा ज्ञात करांदे हन गुरु
कि वो परमात्मा बहुत वड्डा है, ਉਹਦੇ नाम जपण वाले बहुत ਵੱਡੇ ਹਨ। ਉਹਨਾਂ ਦੀ ਨਿੰਦਿਆ, ਉਹਨਾਂ ਦੀ ਸਿਫਤ ਸਲਾਹ ਦੇ ਰਸਤੇ ਵਿੱਚ ਕੋਈ ਰੋੜਾ ਅਟਕਾਉਣ ਵਾਲੇ ਬਹੁਤ ਮਾੜੀ ਗੱਲ ਹੈ। ਉਹਨਾਂ ਦੀ ਤੇ ਕੁਝ ਤੁਸੀਂ ब्रह्म ज्ञानी का कथ्या ना जाए अध्याय कर, क्योंकि ब्रह्म ज्ञानी सर्ब का ठाकर। ठाकर मालक ਹੁੰਦਾ ਹੈ, ਇੱਥੇ ਮਾਲਕ मतलब क्योंकि ब्रह्म ज्ञानी परमेश्वर सब ਦਾ ਮਾਲਕ ਹੈ, ਇਸ ਵਾਸਤੇ ब्रह्म ज्ञानी ਵੀ ਸਭ ਦਾ ਮਾਲਕ। ब्रह्म ज्ञानी ਦੇ ਮਾਲਕ मतलब ब्रह्म ज्ञानी ਇੱਕ ਨੇਤਾ ਹੈ, ब्रह्म ज्ञानी लीडर है, ब्रह्म ज्ञानी ਪ੍ਰੇਰਦਾ ਹੈ ਤੁਹਾਨੂੰ ਇਸ ਪਾਸੇ ਜਾਣ ਵਾਸਤੇ। ਇਸ ਵਾਸਤੇ ब्रह्म ज्ञानी सर्व का ठाकर ਵੀ ਹੈ, ਸਾਰਿਆਂ ਦਾ ਮਾਲਕ ਵੀ ਹੈ, ਸਾਰਿਆਂ ਨੂੰ ਪ੍ਰੇਰਣ ਵਾਲਾ ਹੈ, ਸਾਰਿਆਂ ਦੇ ਅੰਦਰ ਹੈ। ਤੇ ब्रह्म ज्ञानी की मित कौन बखाने? मित ਕਹਿੰਦੇ ਹਨ ਹੱਦਾਂ ਨੂੰ, ਮਿਤ ਕਹਿੰਦੇ ਹਨ ਲਿਮਿਟ ਨੂੰ। ब्रह्म ज्ञानी ਦੀ ਮਿਤ ਕੌਣ ਬਖਾਨ ਕਰ ਸਕਦਾ ਹੈ? ਉਸ ਪ੍ਰਮਾਤਮਾ ਦੇ ਨਾਮ ਜਪਣ ਵਾਲਿਆਂ ਦੀ ਸਿਫਤ ਸਲਾਹ ਵਿੱਚ ਕੌਣ ਉਹਦੀ ਡੈਫੀਨੇਸ਼ਨ ਦੇ ਸਕਦਾ ਹੈ? ਕੌਣ ਉਹਦੀਆਂ ਹੱਦਾਂ ਨੂੰ ਬਿਆਨ ਕਰ ਸਕਦਾ ਹੈ? ਕੌਣ ਉੱਥੇ ਤੱਕ ਪਹੁੰਚ ਸਕਦਾ ਹੈ ਉੱਥੇ? ਤੇ ब्रह्म ज्ञानी की गत ब्रह्म ज्ञानी जाने सिर्फ उस गुरु नानक ਦੀ ਤੁਲਨਾ ਸਿਰਫ ਗੁਰੂ ਅਮਰਦਾਸ ਪਾਤਸ਼ਾਹ ਨਾਲ ਹੋ ਸਕਦੀ ਹੈ, ਉਹਨਾਂ ਨਾਮ ਜਪਿਆਂ ਵਾਲਿਆਂ ਨਾਲ ਹੋ ਸਕਦੀ ਹੈ। ਹਾਂਜੀ, ਉਹ ਜਿਹੜੇ ਉਸ ਲੈਵਲ ਤੱਕ ਪਹੁੰਚੇ ਹਨ, ਉਸ ਲੈਵਲ ਤੇ ਤੁਲਨਾ ਹੋ ਸਕਦੀ ਹੈ। ਨਹੀਂ ਤੇ ਤੁਲਨਾ ਕਿੱਥੋਂ ਕਰੋਗੇ? ਕੋਈ ਉਹ ਜੀ ਗੱਲ ਹੋਏਗੀ ਤੇ ਤੁਲਨਾ ਕਰੋਗੇ ਦੇ ਨਾਲ, ਕਿਹਦੇ ਨਾਲ ਕੰਪੈਰੀਜ਼ਨ ਕਰੋਗੇ? ब्रह्म ज्ञानी का अंत ना पार, नानक ब्रह्म ज्ञानी को सदा नमस्कार। ਉਹਦਾ ਅੰਤ ਨਹੀਂ ਮਿਲ ਸਕਦਾ। ਉਹਦੀ ਹੁਣ ਇਸ ਪੁਆਇੰਟ ਤੇ ਆ ਕੇ ਵੀ ਹੈਵ ਰਨ ਆਊਟ ਆਫ ਵਰਡਸ। ਇਸ ਪੁਆਇੰਟ ਤੱਕ ਆ ਕੇ ਆਪ ਵਿਸਮਾਦੀ ਅਵਸਥਾ ਵਿੱਚ ਹਨ, ਆਪ ਵਿਸਮਾਦ ਵਿੱਚ ਹਨ, ਆਪ ਉਸ ਇਮੋਸ਼ਨਲ ਅਵਸਥਾ ਵਿੱਚ ਹਨ ਤੇ ਦੱਸਦੇ ਹਨ ਕਿ ਉਸ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੋਈ ਡਿਫਾਈਨ ਨਹੀਂ ਕਰ ਸਕਦਾ। ਉਸ ਬ੍ਰਹਮ ਗਿਆਨੀ ਦੀ ਸਿਫਤ ਕੋਈ ਨਹੀਂ ਕਰ ਸਕਦਾ। ਜਿਹੜੇ ਜਿਗਿਆਸੂ ਜਾਣੇ ਹਨ, ਜਿਹੜੇ ਜਿਗਿਆਸੂ ਨਹੀਂ ਹਨ, ਜਿਹੜੇ ਮਾਫ ਕਰਨਾ, ਮੈਂ going to say something here which people might not like this, ਤੇ ਜਿਹੜੇ ਜਿਗਿਆਸੂ ਨਹੀਂ ਹਨ, ਜਿਹੜੇ ਉਹ ਇਸ ਗੱਲ ਨੂੰ ਇਤਨਾ ਅਪਰੀਸ਼ੀਏਟ ਵੀ ਨਹੀਂ ਕਰ ਸਕਦੇ। ਇਸ ਗੱਲ ਨੂੰ ਹੁਣ ਮੈਂ ਜਿੰਨਾ ਮਰਜ਼ੀ ਕਰੀ ਜਾਵਾਂ ਕਿ ਆਸਾ ਵਰਗਾ ਕੋਈ ਰਾਗ ਨਹੀਂ। ਹਾਂਜੀ, ਆਸਾ ਵਰਗੀ ਕੋਈ ਖੂਬਸੂਰਤੀ ਨਹੀਂ ਹੈ ਉਸ ਰਾਗ ਵਿੱਚ। ਹਾਂਜੀ, ਵੈਸੇ ਸਾਰੇ ਰਾਗ ਹੀ ਬਹੁਤ ਖੂਬਸੂਰਤ ਹਨ, ਇਹ ਮਹਾਰਾਜ ਦਾ ਆਪਣਾ ਕੱਢਿਆ ਹੋਇਆ ਹੈ। ਇਹਦੇ ਵਿੱਚ ਇੱਕ ਅਲੱਗ ਭਾਵਨਾ ਹੈ। ਜਿੰਨੀ ਮਰਜ਼ੀ ਮੈਂ ਕਵੀ ਜਾਵਾਂ, ਉਹ ਜਦ ਤੱਕ ਆਸਾ ਆਪ ਸਿੱਖੇਗਾ ਤੇ ਗਾਏਗਾ ਨਹੀਂ, ਜਦ ਤੱਕ ਆਸਾ ਬਾਰੇ ਖੁਦ ਸਮਝੇਗਾ ਨਹੀਂ, ਤਦ ਤੱਕ ਮੈਂ ਕਿੰਨੀ ਵਾਰੀ ਕਹਾਂਗਾ ਆਸਾ ਸਭ ਤੋਂ ਬੈਸਟ ਹੈ, ਜਾਂ ਆਸਾ ਵਰਗਾ ਕੋਈ ਰਾਗ ਨਹੀਂ ਹੋ। ਗਾਏਗਾ ਤੇ ਪਤਾ ਲੱਗੇਗਾ ਵਿਸਮਾਦੀ ਰੰਗ ਕਿਹੜਾ ਚੜੇਗਾ ਉਸਨੂੰ। ਜੇ ਗਾਏਗਾ, ਸਿੱਖੇਗਾ ਤੇ ਪਤਾ ਲੱਗੇਗਾ ਆਸਾ ਬਾਰੇ ਉਸਨੂੰ। ਤੇ ਜੇ ਮੈਂ ਕਹਾਂ ਕਿ ਤੁਖਾਰੀ ਗੁਰੂ ਨਾਨਕ ਦੇਵ ਦਾ ਆਪਣਾ ਕੱਢਿਆ ਰਾਗ ਹੈ, ਜੇ ਉਸਨੂੰ ਗਾਓਗੇ, ਵਡਹੰਸ ਨੂੰ ਗਾਓਗੇ, ਤੇ ਮਨ ਦੇ ਅੰਦਰ ਇਹੋ ਜਿਹੀ ਸ਼ਾਂਤੀ ਮਹਿਸੂਸ ਕਰੋਗੇ ਜਿਹੜੀ ਪਹਿਲੇ ਕਦੀ ਨਹੀਂ ਮਹਿਸੂਸ ਕੀਤੀ। ਤੇ ਮੈਂ ਕਹੀ ਜਾਵਾਂ ਬਾਰ-ਬਾਰ ਉਸ ਗੱਲ ਨੂੰ ਦੁਹਰਾਈ ਜਾਵਾਂ ਤੇ ਕੀ ਹੋ ਜਾਏਗਾ ਦੁਹਰਾਈ। ਜਿਗਿਆਸੂ ਜਨ ਜਿਹੜੇ ਹਨ, ਜਿਹੜੇ ਉਹ ਕਹਿਣਗੇ ਮੈਂ ਸਿੱਖਣ ਨੂੰ ਤਿਆਰ ਹਾਂ, ਕਿਉਂਕਿ ਉਹ ਚੱਲ ਪਏ ਹਨ ਉਸ ਰਸਤੇ ਤੇ, ਉਹ ਮੰਨਦੇ ਹਨ ਗੁਰੂ ਦੀ ਗੱਲ। ਬਹੁਤ ਬਾਕੀ ਜਿਹੜੇ ਹਨ ਸਾਰੀ ਮੋਸਟਲੀ ਲਿਪ ਸਰਵਿਸ ਹੈ ਬੜੀ। ਮੈਂ ਇੱਕ ਸੈਕਿੰਡ ਪੁੱਛਣਾ ਚਾਹੁੰਦਾ, somebody had a question. Somebody had a question, please ask your question. Or maybe I was wrong, there was no question. Let's stop here for a second or see what, if anybody has a question anyway, or comment or question or anything like that. Ik pada hor hai which I would like to finish today, but let me see if anybody has any questions this far though. Virji, just passing, Hanji Virji, you sometimes tell us pe gunge ki mithai hai. Bilkul. You cannot explain it because you haven't eaten it, right? That's right. And no matter how good I say, I myself have a sweet tooth, कि इस वर्गी मिठाई और कोई भी नहीं, पर उन खाएगा ते चखेगा ते पता लगेगा ना। उन चखे ही ना ते किंज पता लगे। वो जिन्हें चखिया ही नहीं, फिर उन्होंने की पता लगे, उन्होंने की दसी है उसने, की पता लगे। अमुल कही जाए, अमुल रोज अमुल पढ़ जाता है जपजी विच, रोज ना पौड़ियां नूं पढ़दा है, रोज ये भी कहंदा अमुल आख्या ना जाए, लेकिन कदी भी एक बारी अपने अंदर मन विच अमुल बनने की कोशिश नहीं की उसने, कदी मन प्रेरिया नहीं गया उसका। ते की जपजी पढ़ी उसने, फिर की मन च असर होया ਉਹਦਾ पढ़न दा ते यही सी ना कि जे जपजी ਨੂੰ पढ़न वाले दा मन च यही सी कि जपजी वाला पढ़न वाला जपजी आप बन जाए एक दिन। अपने जपजी ਦੀਆਂ ਜਿਹੜੀਆਂ ਭਾਵਨਾ ਜਿਹੜੀਆਂ ਹੈ, जपजी ਦੀਆਂ ਜਿਹੜਾ ਥਾਟ ਪ੍ਰੋਸੈਸ ਹੈ ਉਹਦੇ ਮਨ ਵਿੱਚ ਅਸਰ ਕਰੇ ਉਹਦਾ।
ਤੇ ਉਸ ਨੂੰ ਅਪਣਾਏ ਉਸ ਚੀਜ਼ ਨੂੰ, so yeah, you're right. So if nobody has any question, I'll continue. ਬ੍ਰਹਮ ਗਿਆਨੀ ਹੁਣ ਅਗਲੀ ਅਸ਼ਪਦੀ ਵਿੱਚ ਤੁਸੀਂ ਹੈਰਾਨ ਰਹਿ ਜਾਓਗੇ। ਬ੍ਰਹਮ ਗਿਆਨੀ ਹੁਣ ਪਰਮੇਸ਼ਰ ਦੀਆਂ ਜਿਹੜੀਆਂ ਕੁਆਲਿਟੀਆਂ ਹਨ ਨਾ, ਜਿਹੜੀਆਂ ਪ੍ਰਮਾਤਮਾ ਦੀਆਂ, ਉਹ ਸਾਰੀਆਂ ਕੁਆਲਿਟੀਆਂ ਬ੍ਰਹਮ ਗਿਆਨੀਆਂ ਵਾਲੀਆਂ ਲਿਖੀਆਂ ਨੇ। ਕੁਆਲਿਟੀਆਂ ਨਹੀਂ, ਜੋ ਪ੍ਰਮਾਤਮਾ ਕਰਦਾ ਉਹੀ ਬ੍ਰਹਮ ਗਿਆਨੀ ਕਰਦਾ। ਉਹ ਅਗਲੀ ਪਹਿਲੀ ਲਾਈਨ ਦੇਖੋ ਪੜ੍ਹ ਕੇ, ਬ੍ਰਹਮ ਗਿਆਨੀ ਸਭ ਸ੍ਰਿਸ਼ਟ का करता। ਹੁਣ ਇਹ ਦੇਖੋ, ਇਹ ਕਹਿਣਗੇ ਇਹ ਕਿਸ ਹੋ ਸਕਦਾ ਯਾਰ, ਸਾਰੀ ਸ੍ਰਿਸ਼ਟ ਦਾ ਕਰਤਾ ਬ੍ਰਹਮ ਗਿਆਨੀ ਹੈ। ਸਾਰੀ ਸ੍ਰਿਸ਼ਟ ਦਾ ਕਰਤਾ ਤੇ ਪ੍ਰਮਾਤਮਾ ਹੈ। ਹਾਂਜੀ, ਸਾਰੀ ਸ੍ਰਿਸ਼ਟ ਦਾ ਕਰਤਾ ਤੇ ਕਰਤਾ ਪੁਰਖ ਤੇ ਉਹ ਹੈ ਕਰਨ ਵਾਲਾ, ਤੇ ਬ੍ਰਹਮ ਗਿਆਨੀ ਕਿੱਥੋਂ ਆ ਗਿਆ? ਇਹ ਬ੍ਰਹਮ ਗਿਆਨੀ ਇਸ ਵਾਸਤੇ ਵਰਡ ਆ ਗਿਆ ਕਿਉਂਕਿ ਬ੍ਰਹਮ ਗਿਆਨੀ ਵਿੱਚ ਤੇ ਪ੍ਰਮਾਤਮਾ 'ਚ ਕੋਈ ਭੇਦ ਹੀ ਨਹੀਂ ਰਿਹਾ। ਹੁਣ ਉਹ ਉਸ ਲੈਵਲ ਤੱਕ ਪਹੁੰਚ ਗਿਆ ਹੈ, ਕੋਈ ਫਰਕ ਰਿਹਾ ਹੀ ਨਹੀਂ। ਹੁਣ ਕੋਈ ਫਰਕ ਨਜ਼ਰ ਹੀ ਨਹੀਂ ਆਉਂਦਾ ਉਹਨਾਂ ਨੂੰ, ਕੋਈ ਅਮੁੱਲੋ ਅਮੁੱਲ ਹੋ ਗਿਆ ਹੈ। ਹਾਂਜੀ, ਉਹ ਗਿਆਨ ਖੰਡ, ਕਰਮ ਖੰਡ, ਸਰਮ ਖੰਡ ਦੀਆਂ ਪੌੜੀਆਂ ਪਾਰ ਕਰਕੇ ਸੱਚਖੰਡ ਪਹੁੰਚ ਗਿਆ ਹੈ। ਇਸ ਵਾਸਤੇ ਬ੍ਰਹਮ ਗਿਆਨੀ ਨੂੰ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਰਹਿ ਗਿਆ। ਤੇ ਜਿਸ ਤਰ੍ਹਾਂ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਭਾਵ ਹਰ ਜਗ੍ਹਾ ਹੈ, ਹਰ ਜਗ੍ਹਾ ਉਹਦੀ ਦਰਸ਼ਨ ਹੁੰਦੇ, ਹਰ ਜਗ੍ਹਾ ਵਿੱਚ ਮਿਲਿਆ ਹੋਇਆ ਹੈ, ਹਰ ਰੂਪ ਵਿੱਚ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ। ਇਸ ਵਾਸਤੇ ਬ੍ਰਹਮ ਗਿਆਨੀ ਵਿੱਚ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਰਹਿ ਗਿਆ। ਹਾਂਜੀ, ਪਹਿਲੀ ਅਸ਼ਪਦੀ ਦੀਆਂ 8ਵੇਂ ਪਦੇ ਵਿੱਚ ਵੀ ਸਿਮਰਨ ਲਾਈਨ ਆਈ ਹੈ, ਮੈਨੂੰ ਯਾਦ ਆ ਗਈ ਉਹਨਾਂ 'ਚ ਲਾਈਨ, ਤੇ ਮੈਂ ਕਦੀ ਭੁੱਲ ਨਾ ਜਾਵਾਂ। ਲੈਟ ਮੀ ਜਸਟ ਓਪਨ ਅਪ that page, though sometime you forget lines, ਕਿ ਉਸ ਤੇ ਵੀ ਲੈਟ ਮੀ ਜਸਟ 8ਵੀਂ ਅਸ਼ਪਦੀ ਵਿੱਚ ਇੱਕ ਲਾਈਨ ਆਂਦੀ ਹੈ ਕਿ ਹਰ ਸਿਮਰਨ, ਉੱਥੇ ਲਾਈਨ ਆਂਦੀ ਹੈ, ਹਰ ਸਿਮਰਨ ਕੀਓ ਸਗਲ ਆਕਾਰਾ। ਆਇਨ ਵਰਡ ਉੱਥੇ ਵੀ, ਜਿਹੜੇ ਸੁਖਮਨੀ ਧਿਆਨ ਨਾਲ ਪੜ੍ਹਦੇ ਹਨ ਉਹਨਾਂ ਨੂੰ ਇਸ ਗੱਲ ਦਾ ਚੇਤਾ ਹੈ। ਉਸ ਨੂੰ ਹਰ ਸਿਮਰਨ ਕੀਓ ਸਗਲ ਆਕਾਰ, ਉੱਥੇ ਵੀ ਸਗਲ ਆਕਾਰ, ਕਿਉਂਕਿ ਹਰ ਸਿਮਰਨ ਵੀ ਸਗਲ, ਹਰ ਸਿਮਰਨ ਕੀਓ ਸਗਲ ਆਕਾਰਾ। ਜਿਹੜੇ ਪ੍ਰਮਾਤਮਾ ਦੇ ਭਗਤ ਹਨ, ਜਿਹੜੇ ਸਿਮਰਨ ਵਿੱਚ ਇੱਕਮਿਕ ਇਤਨੀ ਹੋ ਗਏ ਹਨ, ਜਿਹੜੇ ਉਸ ਵਰਗੇ ਹੋ ਗਏ ਹਨ, ਤੇ ਉਹਨਾਂ ਨੂੰ ਉਹ ਸਿਮਰਨ ਦੀ ਵਜ੍ਹਾ ਦੇ ਨਾਲ ਸਾਰੇ ਆਕਾਰ ਵਿੱਚ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ। ਤੇ ਇਸ ਗੱਲ ਵੀ ਮਹਿਸੂਸ ਕਰਦਾ ਹੈ ਕਿ ਸਿਮਰਨ ਦੇ ਥਰੂ ਉਹ ਆਕਾਰ, ਜਿਹੜਾ ਕ੍ਰੀਏਟਡ ਆਕਾਰ ਹੈ, ਉਹ ਕ੍ਰੀਏਟ ਕਰਨ ਵਾਲਾ ਵੀ ਪ੍ਰਮਾਤਮਾ ਦਾ ਸਿਮਰਨ ਹੈ। ਭਾਵ ਜਿਹੜੇ ਸਿਮਰਨ ਕਰਨ ਵਾਲੇ ਵਿੱਚ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਰਹਿ ਗਿਆ। ਇਹਦੇ ਵਿੱਚ ਬੜਾ ਕੁਝ ਲਿਖਿਆ ਹੈ। ਮੈਂ ਪਹਿਲੀ ਅਸ਼ਪਦੀ ਨਹੀਂ ਜਾਣਾ, ਪਹਿਲੀ ਅਸ਼ਪਦੀ ਦੇ 8ਵੇਂ ਪਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਲਾਈਨਾਂ ਬੜੀਆਂ ਹਨ। ਬ੍ਰਹਮ ਗਿਆਨੀ ਸਭ ਸ੍ਰਿਸ਼ਟ का करता, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। ਉਹਨੂੰ ਕੌਣ ਮਾਰ ਸਕਦਾ ਹੈ? ਉਹਦਾ ਸਰੀਰ ਨਸ਼ਟ ਹੋ ਸਕਦਾ ਹੈ, ਸਰੀਰ ਨੇ ਤੇ ਜਾਣਾ ਹੀ ਜਾਣਾ ਹੈ। ਤੇ ਗੁਰੂ ਨਾਨਕ ਦਾ ਨਾਮ ਥੋੜਾ ਨਾ ਕੋਈ ਮਿਟਾ ਸਕਦਾ ਸਰੀਰ ਦੇ ਵਿੱਚ ਉਹਨਾਂ ਤੋਂ। ਉਹ ਕਵੇ ਕਿ ਉਹ ਚਲੇ ਜਾਣਗੇ, ਹੁਣ ਉਹ ਨਹੀਂ ਹੈ। ਕਬੀਰ ਕੋਈ ਕਵੇ ਕਬੀਰ ਦਾ ਨਾਮ ਦੁਨੀਆ ਤੋਂ ਮਿਟ ਜਾਏਗਾ, ਉਹ ਕਿਸਾ ਮਿਟ ਸਕਦਾ ਨਾ? ਫਰੀਦ ਦਾ ਨਾਮ ਦੁਨੀਆ ਤੋਂ ਮਿਟ ਜਾਏਗਾ, ਉਹ ਕਿੰਜ ਮਿਟੇਗਾ ਨਾ ਉੱਥੋਂ? ਹਾਂਜੀ, ਮੋਇਨੂਦੀਨ ਚਿਸ਼ਤੀ ਦਾ ਨਾਮ ਇਥੋਂ ਉੱਠ ਜਾਏ, ਵੱਡੇ ਸੂਫੀ ਸੰਤ ਹਨ ਜਿਹੜੇ, ਹਾਂਜੀ, ਹਜ਼ਰਤ ਮੀਆਂ ਮੀਰ ਦਾ ਨਾਮ ਇਸ ਦੁਨੀਆ ਤੋਂ ਚਲਾ ਜਾਏ, ਕਿਸਾ ਜਾਏਗਾ ਨਾ? ਜਿਹੜਾ ਇਤਨਾ ਪਿਆਰ ਕੀਤਾ ਹੈ ਪ੍ਰਮਾਤਮਾ ਦੇ ਨਾਲ, ਜਿਹੜੇ ਪੂਰਨ ਬ੍ਰਹਮ ਗਿਆਨੀ ਸਨ ਆਪ, ਜਿਹੜੇ ਉਹਨਾਂ ਦਾ ਨਾਂ ਕਿੱਥੋਂ ਜਾਏਗਾ? ਤੇ ਜਿਨ੍ਹਾਂ ਦਾ ਨਾਮ ਪ੍ਰਮਾਤਮਾ ਉੱਚਾ ਕਰਨਾ ਚਾਹਵੇ, ਉਹਨਾਂ ਨਾਵਾਂ ਨੂੰ ਕੋਈ ਗਿਰਾ ਸਕਦਾ ਹੈ? ਸੱਤੇ ਬਲਵੰਡ ਦੀ ਵਾਰ ਵਿੱਚ ਪਹਿਲੀ ਲਾਈਨ ਵਿੱਚ ਸੱਤੇ ਬਲਵੰਡ ਕਹਿੰਦੇ ਹਨ, ਜੇ ਨਾਨਕ ਦਾ ਨਾਮ ਉੱਚਾ ਪ੍ਰਮਾਤਮਾ ਕਰਨਾ ਚਾਹੁੰਦਾ ਹੈ ਤੇ ਕੋਈ ਰੋਕ ਸਕਦਾ ਹੈ ਪੁਰਸ਼ ਨੂੰ? ਕੋਈ ਨਾਨਕ ਦੇ ਨਾਮ ਨੂੰ ਉੱਚਾ ਕਰਨ ਤੋਂ ਸਵਾਏ ਕਿਸੇ 'ਚ ਹਿੰਮਤ ਹੈ ਉਹਦੀ ਰੋਕਣ ਨੂੰ? ਕੋਈ ਨਹੀਂ ਰੋਕ ਸਕਦਾ ਉਸਨੂੰ। ब्रह्म ज्ञानी सब सृष्ट का करता, ब्रह्म ज्ञानी सद जीवे नहीं मरता, ब्रह्म ज्ञानी मुकत जुगत जी का दाता। सारियां परमात्मा ਦੀਆਂ ਕੁਆਲਿਟੀਆਂ। ਮੁਕਤੀ ਦਾ ਦਾਤਾ ਹੈ ਤੇ ਜੁਗਤੀ ਦਾ ਦਾਤਾ ਹੈ। ਜੁਗਤੀ ਮਤਲਬ ਤਰੀਕਾ ਸਮਝਾਉਣ ਵਾਲਾ, ਜੁਗਤ ਦਾ ਜੋਗ ਦਾ ਦਾਤਾ ਹੈ ਤੇ ਜੀ ਦਾਨ ਦਾ ਦਾਤਾ ਹੈ। ਜੀ ਦਾਨ ਮੋਖ ਦਾਨ ਦਾ ਦਾਤਾ ਹੈ। ਇਸ ਪ੍ਰਮਾਤਮਾ ਦੇ ਪ੍ਰੇਮਾ ਭਗਤੀ ਦਾ ਦਾਤਾ ਹੈ। ਜੀ ਦਾਨ ਬੜੀ ਵਾਰੀ ਵਰਡ ਆਇਆ ਹੈ, ਵਰਡ ਗੁਰੂ ਨਾਨਕ ਚਮਤਕਾਰ ਜੀ ਬੜੀ ਵਾਰੀ ਵਰਡ, ਭਾਈ ਸਾਹਿਬ ਵੀਰ ਸਿੰਘ ਨੇ ਜੀ ਦਾਨ ਵਰਡ ਯੂਜ਼ ਕੀਤਾ ਹੈ। ਜੀ ਦਾਨ ਦਾ ਦਾਤਾ ਹੈ, ਸਭ ਤੋਂ ਵੱਡਾ ਦਾਨ ਹੈ ਜੀ ਦਾਨ, ਜੀਵਨ ਦੇ ਦਾਨ ਦਾ, ਜੀਵਨ ਦੀ ਸਫਲਤਾ ਦਾ ਦਾਨ ਦਾ, ਭਾਵ ਪ੍ਰੇਮਾ ਭਗਤੀ ਦੇ ਦਾਨ ਦਾ ਦਾਤਾ ਹੈ। ब्रह्म ज्ञानी मुकत जुगत जी का दाता, ब्रह्म ज्ञानी पूरन पुरख विधाता। पूरन पुरख विधाता ते सिर्फ परमात्मा वास्ते वर्ड आए हैं पहले, और किसी वास्ते नहीं आए हैं। एक ते पूरन है, पूरा है, अधूरा नहीं।
पुरख विधाता है, हर जगह है। विधाता कहते हैं जिन्हें दुनिया ब्रह्मा वास्ते विधाता मने जड़ा किस्मत लिखण वाला या दुनिया बनाने वाला विधाता है। ते ब्रह्म ज्ञानी ते परमात्मा च कोई फर्क नहीं रह गया, कोई भेद नहीं है कोई। इस वास्ते वो पूर्ण है, वो ही सब जगह मिलिया होया है। परमात्मा नाल इतना मिल गया है कि ब्रह्म ज्ञानी भी हर जगह पूर्ण है, ब्रह्म ज्ञानी भी पूर्ण पुरख है, ब्रह्म ज्ञानी विधाता है। इसी वास्ते गुरु नानक भी विधाता है, इस वास्ते गुरु अमरदास पातशाह भी विधाता है, इस वास्ते कलगियां वाले भी पूर्ण पुरख हैं। क्यों? उस लेवल तक पहुंचे हैं, उन्होंने भेजा गया स्पेशली इस पर्पस वास्ते। ਤੇ ਮੈਂ ਪਹਿਲੇ ਵੀ ਗੱਲ ਕਹੀ ਸੀ, ਇਹ ਗੱਲ ਜਨਮ ਸਾਖੀ ਦੇ ਸੂਰਜ ਪ੍ਰਕਾਸ਼ ਜੀ ਵਰਡ ਆਏ ਹਨ, ਕਲਗੀਧਰ ਚਮਤਕਾਰ ਜੀ ਵਰਡ ਆਏ ਹਨ। ਇਹ ਗੱਲ ਮਾਤਾ ਗੁਜਰੀ ਜੀ ਨੂੰ ਨੌਵੇਂ ਗੁਰੂ ਨੇ ਕਹੀ ਸੀ ਨਾ ਗੱਲ, ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਕਿ ਇਹ ਜੋ ਕਰਨ ਨਾ ਕਲਗੀਆਂ ਦਰਬਾਰ, ਇਹ ਜੋ ਕਰਨ ਇਹਨਾਂ ਨੂੰ ਕਰਨ ਦਿਓ, ਇਹਨਾਂ ਨੂੰ ਕੁਛ ਨਾ ਕਹਿਣਾ ਕਦੀ। ਇਹ ਜੋ ਕਰਨਗੇ ਠੀਕ ਹੈ, ਚਾਹੇ ਗੁਲੇਲ ਨਾਲ ਕਿਸੇ ਦੀ ਮਟਕੀ ਤੋੜ ਦੇਣ, ਚਾਹੇ ਆਪਣੇ ਕੰਗਣ ਸੁੱਟ ਕੇ ਬਾਹਰ ਸੁੱਟ ਦੇਣ, ਚਾਹੇ ਕੁਛ ਵੀ ਕਰਨ, ਇਹਨਾਂ ਨੂੰ ਤੁਸੀਂ ਕੁਛ ਨਹੀਂ ਕਹਿਣਾ। ਆਏ ਨਾ ਵਰਡ ਕਲਗੀਧਰ ਚਮਤਕਾਰ ਚ ਵਰਡ ਆਏ ਹਨ। ਸੂਰਜ ਪ੍ਰਕਾਸ਼ ਬੜੀ ਕਲੈਰਿਟੀ ਹੈ ਨਾ ਥਾਟ ਪ੍ਰੋਸੈਸ ਦੀ। ਮਾਤਾ ਜੀ ਨੂੰ ਉਹਨਾਂ ਨੇ ਹੁਕਮ ਦਿੱਤਾ, ਉਹਨਾਂ ਨੇ ਕਿ ਇਹ ਕੁਛ ਵੀ ਕਰਨ ਨਾ, ਅਗਰ ਇਹ ਕਿਹੜੇ ਵੀ ਚੋਜ ਕਰਨ, ਇਹ ਕੁਛ ਕਰਨ, ਇਹਨਾਂ ਨੂੰ ਤੁਸੀਂ ਕੁਛ ਨਹੀਂ ਕਹਿਣਾ। ਹਾਂ, ਇਹ ਜੋ ਗੱਲ ਕਰਦੇ ਨੇ ਇਹਨੂੰ ਕਰਨ ਦਿਓ, ਇਹਨਾਂ ਦੇ ਕੰਮ ਚ ਕੋਈ ਵਿਗੜ ਨਹੀਂ ਪਾਉਣਾ, ਇਹਨਾਂ ਨੂੰ ਡਾਂਟਣਾ ਨਹੀਂ, ਇਹਨਾਂ ਨੂੰ ਕੁਛ ਨਹੀਂ ਕਰਨਾ ਕਰਨ ਦੇਣਾ। ਕਿਉਂ? ਕਿਉਂਕਿ ਸਪੈਸ਼ਲ ਬੰਦੇ ਹਨ ਆਏ ਹਨ ਤੇ ਉਹਨਾਂ ਚ ਪਰਮਾਤਮਾ ਚ ਕੀ ਫਰਕ ਹੈ? ਕੋਈ ਫਰਕ ਨਹੀਂ। ਕਿ ਉਹ ਵਿਧਾਤਾ ਨਹੀਂ ਹੈ, ਕਿ ਉਹ ਪੂਰਨ ਪੁਰਖ ਨਹੀਂ ਹੈ? ਬਿਲਕੁਲ ਪੂਰਨ ਪੁਰਖ ਹਨ ਸਾਰੇ। ਤੇ ਜਦੋਂ ਇੱਕ ਸਾਖੀ ਉਹ ਵੀ ਆਉਂਦੀ ਹੈ ਨਾ, ਜਦੋਂ ਲੈਣ ਗਏ ਪੁੱਤਰ ਦੀ ਔਲਾਦ ਨਾ ਹੋਈ ਤੇ ਅੱਗੇ ਜਦੋਂ ਰੱਖਿਆ ਤੇ ਮਹਾਰਾਜ ਨੂੰ ਪੁੱਤਰ ਦੀ ਔਲਾਦ ਬਾਰੇ ਪੁੱਛਿਆ, ਗੁਰੂ ਅੰਦੇ ਮਹਾਰਾਜ ਨੂੰ, ਬਾਬਾ ਆਦਮ ਤੇ ਸ਼ਰਮਾ ਗਏ। ਉਮਰ ਵੱਡੀ ਸੀ, ਬੜੀ ਉਮਰ ਵੱਡੀ ਸੀ, ਤੇ ਕਹਿਣ ਲੱਗੇ ਕਿ ਕਿਸਾ ਹੁਣ ਇਤਨੀ ਵੱਡੀ ਉਮਰ ਚ ਮੈਂ ਕਿੰਜ ਕਵਾਂ ਪੁੱਤਰ ਦੀ ਦਾਤ ਜਾਂ ਔਲਾਦ ਦੀ ਦਾਤ ਬਖਸ਼ੋ। ਉਹਨਾਂ ਦੀ ਵਾਈਫ ਬੋਲ ਪਈ ਅੱਗੋਂ ਕਿ ਅਸੀਂ ਆਏ ਹਾਂ, ਸੇਵਾ ਕੀਤੀ ਹੈ, ਮਹਾਰਾਜ ਇਹ ਦਾਤ ਬਖਸ਼ੋ। ਤੇ ਉੱਥੇ ਵਰਡ ਆਏ ਹਨ ਕਿ ਫਿਰ ਅੱਖਾਂ ਮੂੰਦ ਲਿੱਤੀਆਂ, ਪਤਾ ਨਹੀਂ ਕਿਤਨੇ ਘੰਟੇ ਅੱਖਾਂ ਨਹੀਂ ਖੋਲੀਆਂ, ਤੇ ਕਹਿਣ ਲੱਗੇ ਭਾਈ ਆਦਮ ਤੇਰੇ ਭਾਗਾਂ ਵਿੱਚ ਦਾਤ ਨਹੀਂ ਹੈ ਔਲਾਦ ਦੀ, ਜਾ ਹੋਰ ਕੁਝ ਮੰਗ ਲੈ ਗੁਰੂ ਨਾਨਕ ਦੇ ਘਰੋਂ, ਇਹ ਦਾਤ ਤੈਨੂੰ ਨਹੀਂ ਮਿਲ ਸਕਦੀ। ਤੇ ਉੱਥੇ ਵਰਡ ਆਏ ਹਨ, ਭਾਈ ਗੁਰਦਾਸ ਨੇ ਸਿਖਾ ਕੇ ਭੇਜਿਆ ਸੀ, ਤੇ ਉੱਥੇ ਵਰਗੇ ਪੈਨਸਲ ਤੇ ਇੱਕ ਪੇਪਰ ਰੱਖ ਲਿੱਤਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਵਿਧਾਤਾ ਤੁਸੀਂ ਹੋ ਨਾ ਲਿਖਣ ਵਾਲੇ, ਜੇ ਉੱਥੇ ਨਹੀਂ ਲਿਖੇ ਤੇ ਹੁਣ ਲਿਖ ਦਿਓ ਦਾਤ। ਸੂਰਜ ਪ੍ਰਕਾਸ਼ ਇੱਥੇ ਤੱਕ ਲਿਖਿਆ ਹੋਇਆ ਹੈ ਕਿ ਫਿਰ ਅੱਖਾਂ ਨਹੀਂ ਖੋਲੀਆਂ ਕਿੰਨੀ ਦੇਰ, ਤੇ ਕਹਿਣ ਲੱਗੇ ਜਾਓ, ਸਾਡੇ ਘਰ 2 ਪੁੱਤਰ ਹੋਣੇ ਸਨ, ਇੱਕ ਪੁੱਤਰ ਤੁਹਾਨੂੰ ਦੇ ਦਿੱਤਾ, ਭਗਤੂ ਹੋਏਗਾ ਨਾ ਇਹਦਾ, ਬੜੀ ਭਗਤੀ ਕਰੇਗਾ। ਤੇ ਉਹ ਪੁੱਤਰ ਉਹਨਾਂ ਦੇ ਘਰ ਇੱਕੋ ਹੀ ਪੁੱਤਰ ਹੋਇਆ, ਗੁਰੂ ਹਰਗੋਬਿੰਦ। ਦੂਸਰੇ ਪੁੱਤਰ ਦਾ ਜਨਮ ਜਿਹੜਾ ਉਹਨਾਂ ਦੇ ਘਰ ਹੋਣਾ ਸੀ, ਇਤਿਹਾਸ ਦੇ ਮੁਤਾਬਿਕ ਬਾਬਾ ਆਦਮ ਦੇ ਘਰੋਂ ਪੁੱਤਰ ਦੀ ਵਿਧਾਤਾ ਨਿਕਲੇ ਨਾ। ਫਿਰ ਉੱਥੇ ਕੌਣ ਕੀ ਫਰਕ ਹੈ ਬ੍ਰਹਮ ਗਿਆਨੀ ਤੇ ਵਿਧਾਤਾ ਚ? ਇੱਥੇ ਵਰਤੀ ਉਹੀ ਵਰਡ ਆਏ ਹਨ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਜਿਹਦਾ ਕੋਈ ਨਹੀਂ ਹੈ ਉਹਦਾ ਬ੍ਰਹਮ ਗਿਆਨੀ ਹੈ। ਜਦੋਂ ਕੋਈ ਵਸੀਲਾ ਨਾ ਜੁੜੇ ਫਿਰ ਉਹਦੇ ਵਾਸਤੇ ਉਹ ਬ੍ਰਹਮ ਗਿਆਨੀ ਹੈ। ਜਦੋਂ ਕੋਈ ਸਾਹਮਣੇ ਨਾ ਆਵੇ ਉਹਦੇ ਵਾਸਤੇ ਬ੍ਰਹਮ ਗਿਆਨੀ, ਉਹ ਸਭ ਦੀ ਕੇਅਰ ਕਰਨ ਵਾਲਾ ਹੈ, ਔਰ ਅਮੁੱਲ ਹੋ ਕੇ ਅਮੁੱਲ ਦਾ ਵਪਾਰ ਕਰਦਾ ਹੈ, ਅਮੁੱਲ ਨੂੰ ਛੋੜਦਾ ਨਹੀਂ। ਆਪ ਅਮੁੱਲ ਨਹੀਂ ਬਣਦਾ, ਦੂਸਰਿਆਂ ਨੂੰ ਅਮੁੱਲ ਬਣਾਉਂਦਾ ਹੈ। ਤਾਂ ਹੀ ਅਮੁੱਲ ਦੀਆਂ ਪੰਕਤੀਆਂ ਵਿੱਚ 2 ਵਾਰੀ ਵਪਾਰ ਵਰਡ ਆਇਆ ਹੈ। ਯਾਦ ਰੱਖਣਾ, ਦੋਨੋਂ ਵਾਰੀ ਡਿਫਰੈਂਟ ਗ੍ਰਾਮੈਟਿਕਲ ਰੂਪ ਚ ਆਇਆ ਹੈ ਵਰਡ। ਪਹਿਲੀ ਵਾਰੀ ਵਪਾਰ ਆਇਆ ਹੈ, ਦੂਸਰੀ ਵਾਰੀ ਵਪਾਰੀਏ ਆਇਆ ਹੈ ਵਰਡ। ਹਾਂਜੀ, ਯਾਦ ਰੱਖਣਾ, ਜਪਜੀ ਦੀਆਂ ਗਹਿਰਾਈਆਂ ਹੈ ਨਾ, ਜਿਹੜਾ ਸਮਝੇ ਜਪਜੀ ਦੀ ਗਹਿਰਾਈਆਂ ਨੂੰ। ਪਹਿਲੇ ਵਰਡ ਆਏ ਹਨ ਅਮੁੱਲ ਗੁਣ ਅਮੁੱਲ ਵਪਾਰ, ਫਿਰ ਆਏ ਹਨ ਅਮੁੱਲ ਵਾਪਰੀਏ ਅਮੁੱਲ ਭੰਡਾਰ। ਇੱਕ ਨਾਉਨ ਹੈ ਤੇ ਇੱਕ ਵਰਬ ਹੈ, ਇੱਕ ਕਰਨ ਵਾਲਾ ਹੈ ਔਰ ਇੱਕ ਨਾਉਨ ਹੈ, ਇੱਕ ਵਪਾਰ ਹੈ ਔਰ ਇੱਕ ਵਪਾਰ ਕਰਨ ਵਾਲਾ ਹੈ। ਦੋਨੋਂ ਚੀਜ਼ਾਂ ਚ ਅਮੁੱਲ ਹੈ। ਇਹ ਨਾ ਸਮਝ ਲੈ ਸਿਰਫ ਵਪਾਰੀ, ਵਪਾਰ ਵੀ ਹੈ ਤੇ ਵਪਾਰ ਕਰਨ ਵਾਲਾ ਹੈ ਅਮੁੱਲ ਦਾ, ਦੂਸਰਿਆਂ ਨੂੰ ਅਮੁੱਲ ਬਣਾਉਣ ਵਾਲਾ ਹੈ। ਉਹਦੇ ਕੋਲ ਅਮੁੱਲ ਵਰਗੇ ਆਉਂਦੇ ਹਨ ਤੇ ਅਮੁੱਲ ਬਣ ਕੇ ਚਲੇ ਜਾਂਦੇ ਹਨ ਦੂਸਰੇ। ਇਹ ਜਪਜੀ ਦੀਆਂ ਗਹਿਰਾਈਆਂ ਹਨ। ਯੂ ਨੋ, ब्रह्म ज्ञानी का सब ऊपर हाथ। ब्रह्म ज्ञानी जैसा परमात्मा दा ਕਿਰਪਾ ਸਾਰਿਆਂ ਤੇ ਹੁੰਦੀ ਹੈ, ਇਸੇ ਵਾਸਤੇ ਉਹਨਾਂ ਬ੍ਰਹਮ ਗਿਆਨੀਆਂ ਦੀ, ਉਹਨੇ ਪੂਰਨ ਪੁਰਖਿਆਂ ਦੀ, ਉਹਨਾਂ ਪੂਰਨ ਪੁਰਖਿਆਂ ਦੀ ਕਿਰਪਾ ਹਰ ਇੱਕ ਤੇ ਹੁੰਦੀ ਹੈ। ਉਹ ਕਲਰ ਨਹੀਂ ਦੇਖਦੇ,
ਉਹ ਵੰਡ ਨਹੀਂ ਦੇਖਦੇ, ਉਹ ਜੈਂਡਰ ਨਹੀਂ ਦੇਖਦੇ, ਉਹ ਕ੍ਰੀਏਚਰ, ਉਹ ਫੁੱਲ ਤੇ ਕੁੱਤੇ ਵਿੱਚ ਤੇ ਬਿੱਲੀ ਵਿੱਚ ਤੇ ਤੁਹਾਡੇ ਤੇ ਮੇਰੇ ਚ ਫਰਕ ਨਹੀਂ ਸਮਝਦੇ। ਉਹ ਕੋਈ ਇਹ ਨਹੀਂ ਦੇਖਦੇ ਕਿ ਮੇਰੇ ਦਰ ਤੇ ਕੋਈ ਹਿੰਦੂ ਆਇਆ ਹੈ, ਕੋਈ ਮੁਸਲਮਾਨ ਆਇਆ ਹੈ। ਹਾਂਜੀ, ਉਹ ਇਹਨਾਂ ਚੀਜ਼ਾਂ ਤੋਂ ਬਹੁਤ ਉੱਚੇ ਹਨ ਬੜੇ। ਉਹ ਹਰਮੰਦਰ ਸਾਹਿਬ ਦੀਆਂ ਨੀਹਾਂ ਰੱਖਣ ਦੇ ਟਾਈਮ ਵੀ ਇੱਕ ਵਾਰੀ ਮਨ ਚ ਖਿਆਲ ਨਹੀਂ ਆਇਆ ਉਹਨਾਂ ਦੇ ਕਿ ਹਜ਼ਰਤ ਮੀਆਂ ਮੀਰ ਨਮਾਜ਼ ਪੜ੍ਹਨ ਵਾਲੇ ਮੁਸਲਮਾਨ ਹਨ। ਕਦੀ ਮਨ ਚ ਖਿਆਲ ਨਹੀਂ ਆਇਆ ਉਹਨਾਂ ਦੇ। ਦੇਖੋ ਉਹਨਾਂ ਦੀ ਮਨ ਦੀ ਅਵਸਥਾ, ਉਹਨਾਂ ਦੇ ਮਨ ਚ ਕਦੀ ਖਿਆਲ ਨਹੀਂ ਆਇਆ ਇਸ ਬਾਰੇ। ਉਹਦਾ ਨੇ ਮਨ ਚ ਕਦੀ ਖਿਆਲ ਨਹੀਂ ਆਇਆ ਕਿ ਪੰਡਿਤ ਜੈਦੇਵ ਦੀ ਬਾਣੀ ਚੜ੍ਹਦੇ ਪਏ ਆ ਤੇ ਪੰਡਿਤ ਜੈਦੇਵ ਤੇ ਬ੍ਰਾਹਮਣ ਹੈ, ਤੇ ਬ੍ਰਾਹਮਣਾਂ ਦੇ ਤੇ ਅਸੀਂ ਬੜੀਆਂ ਫਿਲਾਸਫੀ ਸਾਡੀ ਉਲਟ ਹੈ, ਲੇਕਿਨ ਉਹ ਬ੍ਰਾਹਮਣ ਹੋ ਕੇ ਵੀ ਪ੍ਰਮਾਤਮਾ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੂੰ ਨਜ਼ਰ ਨਹੀਂ ਆਇਆ ਕੋਈ ਬ੍ਰਾਹਮਣ ਉਹਨਾਂ ਚੋਂ। ਕਰਕੇ ਦਿਖਾਏ ਕੋਈ, ਹੁਣ ਕਰਕੇ ਦਿਖਾਏ। ਨੈਕਸਟ ਟਾਈਮ ਕੋਈ ਕਿਸੇ ਗੁਰਦੁਆਰੇ ਦੇ ਉਦਘਾਟਨ ਹੋਵੇ, ਕਿਧਰੇ ਕੋਈ ਨਵਾਂ ਗੁਰਦੁਆਰਾ ਬਣ ਰਿਹਾ ਹੋਵੇ, ਕਿਸੇ ਬੋਧੀ ਵਾਲੇ ਬ੍ਰਾਹਮਣ ਨੂੰ ਬਿਠਾ ਕੇ, ਸੱਚੇ ਬ੍ਰਾਹਮਣ ਨੂੰ, ਕੋਈ ਸੱਚੇ ਕਿਸੇ ਦੂਸਰੇ ਆਨ ਧਰਮ ਦੇ ਬੰਦਿਆਂ ਨੂੰ ਇਨਵਾਈਟ ਕਰਕੇ ਕੋਈ ਤੁਸੀਂ ਕਰੋ ਜੀ ਇਹਦੀ ਓਪਨਿੰਗ ਤੁਸੀਂ ਕਰੋ ਜੀ, ਕਰਕੇ ਦਿਖਾਏ ਮਾਈਕਾ ਲਾਲ ਕੋਈ। ਹੁਣ ਨਹੀਂ ਹੋ ਸਕਦਾ। ਉਹ ਕਰ ਗਏ ਹੁਣ ਬਹੁਤ ਮੁਸ਼ਕਿਲ ਹੈ ਕਰਨਾ। ਸਭ ਉੱਪਰ ਹਾਥ, ਉਹ ਨਹੀਂ ਦੇਖਦੇ ਧਰਮ, ਉਹ ਨਹੀਂ ਦੇਖਦੇ ਤੁਹਾਡਾ ਕਲਰ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਉਹ ਗੁਰੂ ਨਾਨਕ ਨੇ ਜਿਨ੍ਹਾਂ ਨੂੰ ਤਾਰਿਆ, ਉਹ ਇਹ ਨਹੀਂ ਵੀ ਚੁਣ ਕੇ ਤਾਰਿਆ ਵੀ ਹਾਂਜੀ ਕਿਹੜੇ ਨੀਵ ਜਾਤੀ ਵਾਲੇ ਹਨ, ਕਿਹੜੇ ਉੱਪਰਲੇ ਹਨ, ਤੇ ਕਿਹੜੇ ਮੁਸਲਮਾਨ ਹਨ, ਤੇ ਕਿਹੜੇ ਸੂਫੀ ਹਨ, ਤੇ ਕਿਹੜੇ ਨੀਵੇਂ ਹਨ, ਤੇ ਕਿਹੜੇ ਉੱਪਰ ਹਨ, ਕਿਹਨਾਂ ਦੇ ਹੱਥ ਜਾਵਾਂ। ਉਹਨਾਂ ਨੇ ਦੇਖਿਆ ਨਹੀਂ ਵੀ ਕੌਣ ਚੋਰ ਹੈ ਤੇ ਕੌਣ ਸੱਜਣ ਠੱਗ ਹੈ, ਹਾਂਜੀ, ਕੌਣ ਭਾਈ ਝੰਡਾ ਜੀ ਹਨ, ਕੋਈ ਕੋਡਾ ਰਾਖਸ਼। ਉਹਨਾਂ ਨੂੰ ਮਨ ਚ ਕਦੀ ਖਿਆਲ ਨਹੀਂ ਆਇਆ ਉਹਨਾਂ ਤੇ ਨਾਲ ਵੀ ਜਿਹਨੂੰ ਲਿੱਤਾ ਨੇ, ਤੇ ਨਾਲ ਵੀ ਤੇ ਮਰਦਾਨਾ ਨਾਲ ਗਿਆ ਹੈ, ਮੁਸਲਮਾਨ ਸਨ, ਉਹ ਵੀ 5 ਵਕਤ ਦੇ ਨਮਾਜ਼ੀ ਹਨ। ਹਾਂਜੀ, सब ऊपर हाथ, वो इस गल तो ऊपर है बहुत। ब्रह्म ज्ञानी का सब ऊपर हाथ। हुण ते गल ही मुका दित्ती ने कि ब्रह्म ज्ञानी का सगल आकार। आकार कहंदे हन जिहड़ा दिसण वाली चीज नूं, आकार कहंदे हन जिहड़ी क्रिएशन, जिहड़ी क्रिएटेड है, जिहड़ी वैसे आकार दे वर्ड जिहड़े वर्ड आए हन ਉਹ नाम के धारे सगल आकार वर्ड आए हन 16वीं अष्टपदी ਵਿੱਚ, कि परमात्मा दे नाम दे आसरे खड़े हुए हैं, उस ताकत दे आसरे खड़े हैं, सारी क्रिएशन खड़ी हुई है। ते जपजी विच वर्ड आ रहे हैं हुक्मी होवन आकार, उते भी आकार वर्ड आया है। उस हुक्म तो क्रिएट हुए हैं, उस परमात्मा दी हुक्म तो सारा क्रिएट होया है, सारा कुछ क्रिएट होया है। हाँ जी, ते इत्थे कहंदे हन ब्रह्म ज्ञानी का सब ऊपर हाथ, ब्रह्म ज्ञानी का सगल कार। क्योंकि ब्रह्म ज्ञानी ते परमात्मा च फर्क ही नहीं कोई है। हाँ जी, गुरु नानक भी सृष्टि दे करता है ते ब्रह्म ज्ञानी सारे सृष्टि दे करता है, क्योंकि ब्रह्म ज्ञानी ते सृष्टि दे करता च कोई फर्क नहीं रह गया। इतनी उच्ची लेवल परमात्मा दा उन्हां नाल पहुंचण दी वजह नाल ते जेड़े अमुल हो जाते हैं, जेड़े फिर अमुल वास्ते वो भी वर्ड ते आए हैं कि अमुल पाए अमुला समाए, ते अमुल विच समांदा है। जेड़ा अमुल विच समांदा है, फिर अमुल उस अमुल विच ते उस अमुल च कोई फर्क नहीं रह जाता कोई। इस वास्ते ब्रह्म ज्ञानी का सगल आकार है। ते जे हुण भी क्लैरिटी नहीं आई ते अगली लाइन पढ़ के देख लवो। ब्रह्म ज्ञानी आप निरंकार, ब्रह्म ज्ञानी आप परमात्मा दा रूप है, आप परमात्मा है रूप, कोई फर्क नहीं है उहदे विच। और इतनी सिर्फ सलाह इस घर विच है उस परमात्मा दे नाल रखण वाली, कितनी सिर्फ सलाह किसी होर धर्म ग्रंथ विच नहीं है। ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्ब का धनी। ते धनी कहंदे हन मालक नूं, धनी कहंदे हन उपदेश देण वाले नूं, धनी कहंदे हन लीडर नूं, धनी कहंदे हन जिहदे पिछे लोग चलदे हन। सर्ब का धनी ब्रह्म ज्ञानी किसा एक दा नहीं होंदा। ब्रह्म ज्ञानी गुरु नानक देव दी बाणी, तुसीं गुरु ग्रंथ साहिब महाराज दी बाणी नूं ला के मैनूं एक लाइन कढ के दिखाओ जिथे लिखिया होवे कि जे तुसीं सिख नहीं होना ते तुहाडी गति नहीं हो सकती तुहाडी। या ये जेड़े मुसलमान हैं उस नरकां जाणगे सारे, ते जेड़े हिंदू जेड़े हैं जी उन्हां दा कुछ नहीं होने वाला, असीं हां सब तो उत्ते करके दिखाए। हाँ ये गल जरूर है जेड़ी थॉट प्रोसेस दे अगेंस्ट उन्हां दे गया उत्थे खिलाफ वर्ड आए हैं बड़े। सर्ब का धनी सारियां दे मालक है, सब इक्को जिहा समझिया है। ते ब्रह्म ज्ञानी की शोभा ब्रह्म ज्ञानी बनी। ब्रह्म ज्ञानी दी
ਬ੍ਰਹਮ ਗਿਆਨੀ ਦੀ ਸੋਭਾ, ਉਹਨਾਂ ਦੀ ਸਿਫਤ ਜਿਹੜੀ ਹੈ, ਗੁਰੂ ਨਾਨਕ ਦੀ ਸਿਫਤ ਕੀ ਕਰਾਂਗੇ ਅਸੀਂ? ਗੁਰੂ ਨਾਨਕ ਦੀ ਸਿਫਤ ਕਿਹਦੇ ਸਾਹਮਣੇ ਰੱਖੋਗੇ? ਗੁਰੂ ਨਾਨਕ ਦੀ ਸਿਫਤ ਦੇ ਸਾਹਮਣੇ ਕਿਹੜੇ ਬੰਦੇ ਰੱਖੋਗੇ ਤੁਸੀਂ? ਕੌਣ ਕਰੋਗੇ? ਕਿਹਦੇ ਨਾਲ ਕੰਪੈਰੀਜ਼ਨ ਕਰੋਗੇ ਗੁਰੂ ਨਾਨਕ ਦੇਵ ਜੀ ਦਾ ਤੁਸੀਂ? ਉਹਨਾਂ ਦੀ ਸਿਫਤ ਸਲਾਹ ਦੂਸਰੇ ਬ੍ਰਹਮ ਗਿਆਨੀਆਂ ਨਾਲ ਹੋ ਸਕਦੀ ਹੈ, ਉਹਨਾਂ ਦੀ ਸਿਫਤ ਸਲਾਹ ਕਲਗੀਧਰ ਪਾਤਸ਼ਾਹ ਨਾਲ ਹੋ ਸਕਦੀ ਹੈ, ਉਹਨਾਂ ਦੀ ਸਿਫਤ ਸਲਾਹ ਉਹਨਾਂ ਵਰਗੇ ਉੱਚੇ ਪਹੁੰਚੇ ਹੋਏ ਉਸ ਮਹਾਨ ਬ੍ਰਹਮ ਗਿਆਨੀਆਂ ਨਾਲ ਹੋ ਸਕਦੀ ਹੈ ਜਿੰਨੇ ਵਰਗੇ ਆਪ ਸਨ। ਮੀਆਂ ਮੀਰ ਨਾਲ ਹੋ ਸਕਦੀ ਹੈ। ਸੋ ਇਹ ਇਸ ਬ੍ਰਹਮ ਗਿਆਨੀ ਦੀ ਅਸ਼ਪਦੀ ਦਾ ਐਂਡ ਹੈ, ਤੇ ਪੂਰੇ ਅਸ਼ਪਦੀ ਵਿੱਚ ਇਸ ਗੱਲ ਨੂੰ, ਇਹ ਪ੍ਰੇਰਣਾ ਕਰਨ ਵਾਲੀ ਅਸ਼ਪਦੀ ਹੈ ਕਿ ਜੇ ਉਹ ਪਹੁੰਚ ਸਕਦੇ ਹਨ ਇੱਥੇ ਤੱਕ, ਤੇ ਤੁਸੀਂ ਵੀ ਕਰ ਸਕਦੇ ਹੋ। ਜੇ ਉਸ ਲੈਵਲ ਤੱਕ ਪਹੁੰਚ ਸਕਦੇ ਹਨ, ਤੁਸੀਂ ਵੀ ਕਰ ਸਕਦੇ ਹੋ। ਤੇ ਇੱਕ ਹੋਰ ਅਸ਼ਪਦੀ ਨੰਬਰ 9 which we will discuss it later after the next ਜਿਹੜੇ few weeks ਤੋਂ ਬਾਅਦ, ਉਹਦੇ ਵਿੱਚ ਹੁਣ ਅਗਲਾ ਸਟੈਪ ਲੈਣਗੇ ਕਿ ਇਹੋ ਜਿਹੇ ਬ੍ਰਹਮ ਗਿਆਨੀਆਂ ਦੇ ਕਿਤਨੇ ਰੂਪ ਆਏ ਹਨ। ਕਈ ਜਗ੍ਹਾ ਅਪਰਸ ਕਿਹਾ ਨੇ, ਕਈ ਜਗ੍ਹਾ ਭਗਉਤੀ ਕਿਹਾ ਨੇ, ਕਈ ਜਗ੍ਹਾ ਰਾਮਦਾਸ ਕਿਹਾ ਨੇ, ਤੇ ਇਤਨਾ ਕੁਝ ਕਹਿਣ ਤੋਂ ਬਾਅਦ ਫਿਰ ਇੱਕ ਅਲਟੀਮੇਟ ਇੱਕ ਡੈਫੀਨੇਸ਼ਨ ਦੇਣਗੇ, ਉਹ ਹੈ ਜੀਵਨ ਮੁਕਤ ਦੀ। ਉਹ ਅਗਲੀ ਅਸ਼ਪਦੀ ਵਿੱਚ ਆਏਗੀ, ਤੇ ਉਹਨਾਂ ਭਗਉਤੀ ਦੀਆਂ, ਉਹਨਾਂ ਰਾਮਦਾਸਾਂ ਦੀਆਂ, ਉਹਨਾਂ ਅਪਰਸ ਦੀਆਂ ਦਰਸ਼ਨ ਕਰਾਣਗੇ ਤੇ ਦੱਸਣਗੇ, ਦੇਖੋ ਇਸ ਬ੍ਰਹਮ ਗਿਆਨੀਆਂ ਦੀ ਕਿਤਨੀ ਉੱਚੀ ਅਵਸਥਾ ਪ੍ਰਾਪਤ ਕੀਤੀ ਹੈ ਉਹਨਾਂ ਨੇ, ਤੇ ਗੁਰੂ ਕਾ ਸਿੱਖ ਵੀ ਕੋਸ਼ਿਸ਼ ਕਰੇ ਇਸ ਲੈਵਲ ਤੱਕ ਪਹੁੰਚਣ ਦੀ। that is the whole point of that. I spoke a lot today. I'm tired also. I'm going to stop for a few minutes and see if somebody has any questions, or ਹਾਲੇ ਵੀ ਕੋਈ issues ਹੋਣ, ਜਿਹੜੀ ਕੋਈ ਚੀਜ਼ ਨਾ clarity ਹੋਵੇ ਇਸ thought process, ਤੇ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ। I'll be here for at least 5 ਮਿੰਟ, ਤੇ ਮੈਂ ਰੁਕਾਂਗਾ ਹਾਲੇ। The line, the Brahm Gyani Mukat Jugat Jiya Ka Data, can you just clarify that a little bit? ਮੁਕਤੀ ਦੇਣ ਵਾਲਾ, ਜੁਗਤੀ ਦੇਣ ਵਾਲਾ, ਮਨੇ ਐਲਗੋਰਿਦਮ ਸਮਝਾਉਣ ਵਾਲਾ, ਤਰੀਕਾ ਸਮਝਾਉਣ ਵਾਲਾ, ਤੇ ਜੀ ਦਾਨ ਦੇਣ ਵਾਲਾ ਬ੍ਰਹਮ ਗਿਆਨੀ ਆਪ ਹੈ। ਜੋ ਪ੍ਰਮਾਤਮਾ ਕਰਦਾ ਹੈ, ਪ੍ਰਮਾਤਮਾ ਮੁਕਤੀ ਦੇਣ ਵਾਲਾ ਹੈ, ਪ੍ਰਮਾਤਮਾ ਜੁਗਤ ਸਮਝਾਉਣ ਵਾਲਾ ਹੈ, ਤੇ ਪ੍ਰਮਾਤਮਾ ਜੀ ਦਾਨ ਦੇਣ ਵਾਲਾ ਹੈ। ਪਰ ਬ੍ਰਹਮ ਗਿਆਨੀ ਦੇ ਕੋਲ ਵੀ ਇਹ ਅਵਸਥਾ ਹੈ, ਬ੍ਰਹਮ ਗਿਆਨੀ ਕੋਲ ਵੀ ਇਹ ਪਾਵਰਸ ਹਨ, ਜਾਂ ਇਸ ਅਵਸਥਾ ਤੇ ਪਹੁੰਚ ਗਿਆ ਹੈ, ਕਿਉਂਕਿ ਅਮੁੱਲ ਜੇ ਹੋ ਗਿਆ ਬ੍ਰਹਮ ਗਿਆਨੀ, ਅਮੁੱਲ ਵਿੱਚ ਸਮਾ ਗਿਆ ਹੈ, ਕਿਉਂਕਿ ਸਿਰਫ ਸਲਾਹ ਦੀ ਵੱਡੀ ਦਾਤ ਮਿਲੀ ਹੈ ਬ੍ਰਹਮ ਗਿਆਨੀ ਨੂੰ। ਸੋ ਇਸ ਵਾਸਤੇ ਉਹ ਕੁਆਲਿਟੀਆਂ ਜਿਹੜੀਆਂ ਨਾਰਮਲੀ ਪ੍ਰਮਾਤਮਾ ਵਾਸਤੇ ਆਉਂਦੀਆਂ ਹਨ, ਉਹ ਕੁਆਲਿਟੀ ਹੁਣ ਇੱਥੇ ਵੀ ਆਈਆਂ ਹਨ ਬੜੀਆਂ। ਹਾਂਜੀ। ਉਹ ਸੋ ਨੰਦਰ ਜੀ, ਜਿਸ ਤਰ੍ਹਾਂ ਕਬੀਰ ਸਾਹਿਬ ਨੇ ਵੀ ਕਿਹਾ ਨਾ, in one of his ਸ਼ਬਦ also, ਕਿ ਰਾਮ ਕਬੀਰਾ ਏਕ भयो है, कोई ना पछता नहीं। ਬਿਲਕੁਲ ਇੱਕ ਹੋ ਗਿਆ ਕਬੀਰ ਔਰ ਰੱਬ ਦੇ ਅੰਦਰ ਕੋਈ ਫਰਕ ਹੀ ਨਹੀਂ, ਕੋਈ ਪਛਾਣ ਹੀ ਨਹੀਂ ਸਕਦਾ ਕਿ ਰੱਬ ਕਿਹੜਾ ਹੈ ਤੇ ਕਬੀਰ ਕਿੱਥੇ ਹੈ। ਬਸ ਬਿਲਕੁਲ ਠੀਕ ਹੈ, 100% ਰਾਈਟ, 100% ਰਾਈਟ। ਤੇ ਇਹ ਲਿਖਿਆ ਤਾਂ ਹੋਇਆ ਸਾਰੀ ਜਗ੍ਹਾ ਕਿ ਜਪਜੀ ਵਿੱਚ ਇਹ ਅਮੁੱਲ ਦੀਆਂ ਪੌੜੀਆਂ ਤਾਂ ਹੀ ਆਈਆਂ ਕਿ ਤੁਸੀਂ ਇੰਪ੍ਰੈਸ ਹੋਵੋ, ਤੁਸੀਂ ਹੁਣ ਕਈ ਵਾਰੀ ਬਾਣੀ ਨਾ ਸਮਝ ਆਉਣ ਕਾਰਨ ਔਰ ਪਿਆਰ ਨਾ ਹੋਣ ਕਾਰਨ, ਬਾਣੀ ਨਾ ਸਮਝ ਆਉਣ ਦਾ ਕਾਰਨ ਵੀ ਪਿਆਰ ਹੈ। ਇਹ ਗੱਲ ਯਾਦ ਰੱਖਣਾ, ਜਿਹੜੇ ਦੇ ਨਾਲ ਬਹੁਤ ਪਿਆਰ ਕਰੋ ਨਾ ਤੁਸੀਂ, ਉਹਦੇ ਬੰਦੇ ਨੇੜੇ ਹੁੰਦਾ ਹੈ ਬਹੁਤ। ਇਹ ਗੱਲ ਪੱਲੇ ਬੰਨ ਲਓ ਅੱਜ ਕੱਲ। ਜਿਹੜਾ ਤੁਹਾਡੀ ਜ਼ਿੰਦਗੀ 'ਚ ਜਿਹਦੇ ਨਾਲ ਬਹੁਤ ਪਿਆਰ ਹੈ ਨਾ, ਚਾਹੇ ਸਪਾਊਸ ਹੋਵੇ, ਚਾਹੇ ਬੱਚੇ ਹੋਣ, ਚਾਹੇ ਪਿਆਸਾ ਹੋਵੇ, ਚਾਹੇ ਘਰ ਹੋਵੇ, ਚਾਹੇ ਜੌਬ ਹੋਵੇ, ਕੁਛ ਵੀ ਹੋਵੇ, ਜਿਹਦੇ ਨਾਲ ਜ਼ਿਆਦਾ ਪਿਆਰ ਹੋਏਗਾ ਨਾ ਬਹੁਤਾ, ਉਸ ਬੰਦੇ ਦੇ ਜਾਂ ਉਸ ਚੀਜ਼ ਦੇ ਬੰਦਾ ਬੜੇ ਨੇੜੇ ਹੁੰਦਾ ਹੈ, ਬੜਾ ਉਹਦੀ ਵਾਰਮਥ ਲੈਂਦਾ ਹੈ ਉਹ ਬੰਦਾ ਉਸ ਚੀਜ਼ ਦੀ। ਜੇ ਆਪਣੀ ਮਾਂ ਦੇ ਬਹੁਤ ਨੇੜੇ ਹੈ, ਜਾਂ ਆਪਣੀ ਵਾਈਫ ਦੇ ਬਹੁਤ ਨੇੜੇ ਹੈ, ਜਾਂ ਹਸਬੈਂਡ ਦੇ ਨੇੜੇ ਹੈ, ਜਾਂ ਮਮ ਐਂਡ ਡੈਡ ਦੇ ਨੇੜੇ ਹੈ, ਜਾਂ ਬੱਚਿਆਂ ਦੇ ਨੇੜੇ ਹੈ, ਤੇ ਫਿਰ ਉਹਨਾਂ ਬੱਚਿਆਂ ਦੇ ਹਮੇਸ਼ਾ ਨੇੜੇ ਰਹੇਗਾ, ਉਹਦੇ ਬੱਚਿਆਂ ਦੀ ਵਾਰਮਥ ਮਹਿਸੂਸ ਕਰੇਗਾ ਉਹਦੇ। ਤੇ ਜਿਹੜੇ ਪ੍ਰਮਾਤਮਾ ਦੇ ਨੇੜੇ ਜਿਹੜੇ ਹਨ, ਜਿਹੜੇ ਬਾਣੀ ਦੇ ਨੇੜੇ ਜਿਹੜੇ ਹੈ, ਜਿਹਦੇ ਨਾਲ ਬਾਣੀ ਨਾਲ ਪਿਆਰ ਹੈ, ਉਹ ਬਾਣੀ ਦੇ ਨੇੜੇ ਆਣਗੇ। ਫਿਰ ਜਿਹੜੇ ਨੇੜੇ ਉਹੀ ਆਣਗੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਔਰ ਉਹਨੂੰ ਗਾਣ ਦੀ ਕੋਸ਼ਿਸ਼ ਕਰਨਗੇ ਇਮੋਸ਼ਨਲੀ ਵੀ। ਤੇ ਜੇ ਅਗਰ ਨਹੀਂ ਆਈ ਅੰਦਰ ਅਵਸਥਾ ਉਹ, ਤੇ ਫਿਰ ਹਲੇ ਪਿਆਰ ਉਹ ਬਣਿਆ ਨਹੀਂ। ਪਿਆਰ ਹਲੇ ਉਹ ਪਿਆਰ ਹੈ ਕਿ ਜਿਹੜੇ ਕਿ ਮਤਲਬ ਕਿ ਬਾਣੀ ਨਾਲ ਪਿਆਰ ਹੋ ਜਾਣਾ, ਮਤਲਬ ਕਿ ਬਾਣੀ ਦਾ ਵਿਸਾ ਨਾ ਕਰ ਸਕੇ ਬੰਦਾ।
ਤੇ ਬਾਣੀ ਦਾ ਵਿਸਾ ਮਤਲਬ ਬਾਣੀ ਤੋਂ ਹੁਣ ਦੇਖੋ ਨਾ, ਅਗਰ ਲੈਟਸ ਆਈ ਐਮ ਗਿਵਿੰਗ ਐਨ ਐਗਜ਼ਾਮਪਲ, ਲੈਟਸ ਸੇ ਤੁਹਾਡੇ ਬੱਚਿਆਂ ਨਾਲ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਹੈ, ਜਾਂ ਤੁਹਾਡੇ ਹਸਬੈਂਡ ਨਾਲ ਜਾਂ ਵਾਈਫ ਨਾਲ, ਜਾਂ ਪਿਆਰ ਜਾਂ ਪੈਸੇ ਨਾਲ, ਤੇ ਬੰਦਾ ਫਿਰ ਬਾਰ-ਬਾਰ ਉਸ ਚੀਜ਼ ਤੇ ਬੜਾ ਫੋਕਸ ਕਰਦਾ ਹੈ। ਕਈਆਂ ਨੂੰ ਪੈਸੇ ਨਾਲ ਬਹੁਤਾ ਪਿਆਰ ਹੁੰਦਾ ਤੇ ਉਹ ਬੈਂਕ ਸਟੇਟਮੈਂਟ ਬਾਰ-ਬਾਰ ਦੇਖਦਾ ਆਪਣੀਆਂ, ਹੈ ਨਾ, ਉਹ ਬਾਰ-ਬਾਰ ਦੇਖਦਾ ਯਾਰ ਕਿਤਨੇ ਵੱਧੇ ਨੇ ਪੈਸੇ, ਯਾਰ ਕੀ ਹੋਇਆ, ਮੇਰਾ ਘਾਟਾ ਵਾਧਾ, ਜ਼ਰਾ ਮੈਂ ਚੈੱਕ ਕਰਾਂ ਆਪਣਾ। ਜਿਨ੍ਹਾਂ ਨੂੰ ਬਾਣੀ ਨਾਲ ਬਹੁਤਾ ਲਗਾਵ ਹੋਵੇ, ਜਿਨ੍ਹਾਂ ਨੂੰ ਗੁਰਬਾਣੀ ਨਾਲ ਬਹੁਤਾ ਪਿਆਰ ਹੋਵੇ, ਫਿਰ ਉਹ ਨੇੜੇ ਆਉਂਦੇ ਹਨ ਉਸ ਗੁਰਬਾਣੀ ਦੇ, ਬਹੁਤ ਉਹ ਨਜ਼ਦੀਕ, ਉਹ ਨੇੜੇ ਬੈਠਦੇ ਹਨ ਗੁਰੂ ਦੇ। ਤੇ ਜਿਹੜੇ ਗੁਰੂ ਦੇ ਨੇੜੇ ਉਹੀ ਬੈਠਦੇ, ਗੁਰੂ ਦੀ ਗੱਲ ਸਮਝ ਆ ਸਕੇ। ਜਿਨ੍ਹਾਂ ਨੂੰ ਜੇ ਸਮਝ ਹੀ ਨਾ ਆਏ ਗੱਲ, ਤੇ ਸਮਝ ਤੇ ਤਾਂ ਆਏਗੀ ਜੇ ਤੂੰ ਕੋਸ਼ਿਸ਼ ਕਰੇਗਾ ਥੋੜੀ, ਤੇ ਫਿਰ ਉਹਨੂੰ ਸੋਝੀ ਪਏਗੀ ਇਸ ਗੱਲ ਦੀ, ਸੋਝੀ ਪਏਗੀ ਇਸ ਗੱਲ ਦੀ, ਤੇ ਪਿਆਰ ਵਧੇਗਾ। ਪਿਆਰ ਤੇ ਸੋਝੀ ਦੋਨੋਂ ਨਾਲ ਨਾਲ ਚੱਲਦੀਆਂ ਹਨ ਗੱਲਾਂ, ਪਰ ਪਿਆਰ ਉਸੀ ਨਾਲ ਪੈਂਦਾ ਹੈ ਜਿਹੜਾ ਬੰਦਾ ਉਹਦੇ ਨੇੜੇ ਹੁੰਦਾ ਹੈ। ਜਿਹੜੇ ਇਹ ਗੱਲ, ਇਹ ਬਿਲਕੁਲ ਇੱਕ ਗੱਲ ਸੱਚੀ ਹੈ ਬਿਲਕੁਲ। ਹੁਣ ਕਈ ਵਾਰੀ ਤੁਸੀਂ ਦੇਖੋ, ਕਈ ਬ੍ਰਦਰ ਐਂਡ ਸਿਸਟਰ ਹੁੰਦੇ ਹਨ, ਕਈ ਇਕੱਠੇ ਰਹਿੰਦੇ ਹਨ ਪਹਿਲੇ, ਫਿਰ ਕੋਈ ਮੂਵ ਹੋ ਜਾਂਦਾ, ਲੈਸੇ ਦੂਰ ਚਲਾ ਜਾਂਦਾ, ਹਾਂਜੀ, ਦੇ ਇੱਕ ਬੰਦਾ ਇੰਡੀਆ ਰਹਿ ਰਿਹਾ, ਇੱਕ ਬੰਦਾ US ਆ ਗਿਆ ਜਾਂ ਕੈਨੇਡਾ ਆ ਗਿਆ, ਉਹ ਦੂਰ ਹੋ ਗਏ ਜੀ ਬੜਾ, ਫਿਰ ਉਹ ਆਪਣੀ ਫੈਮਲੀਆਂ 'ਚ ਫਸ ਗਏ। It can happen that they might not speak to each other for a month or 2 months. They might lose touch with each other. क्यों? ਹੁਣ कोईगा biological relation ਤੇ ਬੜੀ strong ਹੈ, ਲੇਕਿਨ ਗੱਲ ਨਹੀਂ ਹੁੰਦੀ ਆਪਸ ਜ਼ਿਆਦਾ, ਕਿਉਂਕਿ ਪਿਆਰ ਨਹੀਂ ਰਿਹਾ ਬਹੁਤਾ, ਨੇੜੇ ਨਹੀਂ ਸਨ। ਨੇੜਾਪਨ ਹੋਵੇ ਤੇ ਪਿਆਰ ਹੁੰਦਾ ਹੈ, ਮਿਲਣ ਨਾਲ ਪਿਆਰ ਹੁੰਦਾ ਹੈ, ਬਾਰ-ਬਾਰ ਮਿਲਣ ਨਾਲ, ਬਾਰ-ਬਾਰ ਨੇੜਾਪਨ ਮਹਿਸੂਸ ਹੋਣ ਨਾਲ, ਬਾਰ-ਬਾਰ ਮਿਲਣ ਨਾਲ, ਬਾਰ-ਬਾਰ ਨੇੜਾਪਨ, ਬਾਰ-ਬਾਰ, ਤੇ ਬਾਰ-ਬਾਰ ਬਾਣੀ ਇਸੀ ਵਾਸਤੇ ਬਾਣੀ ਬਾਹਰ ਲੈ ਕੇ, ਜਿਹੜੇ ਬਾਣੀ ਦੇ ਨੇੜੇ ਹੈ, ਜਿਹੜਾ ਗੁਰਬਾਣੀ ਦੇ ਵਾਰਮਥ ਦੇ ਨੇੜੇ ਹੈ, ਜਿਹੜਾ ਗੁਰੂ ਦੇ ਨੇੜੇ ਹੈ, ਫਿਰ ਉਹ ਉਹਦਾ ਵਿਸਾਰ ਨਹੀਂ ਕਰ ਸਕਦਾ, ਉਹਦੋਂ ਬਿਨਾਂ ਜੀ ਨਹੀਂ ਸਕਦਾ, ਉਹਨੂੰ ਸਮਝੇਗਾ। ਉਹ ਹੋ ਨਹੀਂ ਸਕਦਾ ਕਿ ਜਪਜੀ ਨੂੰ ਸਮਝੇ ਨਾ, ਜਪਜੀ ਦੀਆਂ ਪੌੜੀਆਂ ਨੂੰ ਕਲੈਰਿਟੀ ਨਾ ਹੋਵੇ, ਉਹਦੇ ਪੌੜੀਆਂ ਦੀ ਉਹਨਾਂ ਨੂੰ, ਹੈ ਨਾ, ਉਹ ਹੋ ਨਹੀਂ ਸਕਦਾ ਦਖਣੀ ਓਂਕਾਰ ਨਾ ਪੜ੍ਹੇ, ਉਹ ਹੋ ਨਹੀਂ ਸਕਦਾ ਸ਼ਲੋਕ ਸੰਸਕ੍ਰਿਤੀ ਦਾ, ਸ਼ਲੋਕਾਂ ਦਾ ਅਧਿਐਨ ਨਾ ਕਰੇ ਨੇੜੇ, ਉਹਨੇ ਮਨ 'ਚ ਜੇ ਸ਼ੌਕ ਹੋਏਗਾ ਮਨ 'ਚ ਕਰਨ ਦਾ, ਤੇ ਸ਼ੌਕ ਤਾਂ ਹੋਏਗਾ ਜੇ ਪਿਆਰ ਹੋਏ। ਇਹ ਹੁਣ ਗੱਲ ਮੈਂ ਕਿੰਝ ਕਵਾਂ ਹੋਰ ਗੱਲ, ਹੁਣ ਮੈਂ ਦੋ ਤਰੀਕੇ ਹਨ ਉਹਨਾਂ ਨੂੰ, ਜਦੋਂ ਭੁੱਖ ਲੱਗੇਗੀ ਤੇ ਖਾਏਗਾ ਬੰਦਾ, ਪਿਆਸ ਲੱਗੇਗੀ ਤੇ ਕੁਝ ਪੀਏਗਾ ਨਾ, ਤੇ ਜੇ ਅੰਦਰੋਂ ਬਾਰ-ਬਾਰ ਸੁਰਿੰਦਰ ਕਹੀ ਜਾਏ, ਬਾਰ-ਬਾਰ ਕੋਈ ਹੋਰ ਕਹੀ ਜਾਏ, ਇਟ ਡਸਨਟ ਮੈਟਰ। ਇਹ ਅੰਦਰੋਂ ਲਗਨ ਹੈ ਜਿਹੜੀ, ਅੰਦਰਲੀ ਲਗਨ ਜਿਹੜੀ ਹੈ, ਉਹ ਬਹੁਤ ਇੰਪੋਰਟੈਂਟ ਹੈ। ਹਾਂਜੀ, ਉਹ ਇਸ ਗੱਲ ਦਾ ਧਿਆਨ ਰੱਖਿਓ ਹਮੇਸ਼ਾ। ਔਰ ਇਹ ਲਗਨ ਜੇ ਤੁਹਾਡੇ 'ਚ ਨਹੀਂ ਆਈ, ਤੇ ਲਗਨ ਲਗਾਉਣ ਵਾਲਾ ਵੀ ਉਹ ਹੈ, ਉਹਦੇ ਅੱਗੇ ਅਰਦਾਸ ਕਰਨੀ ਬਣਦੀ ਹੈ। ਹਾਂਜੀ, any other questions though before I end it? Otherwise I'm going to end it in a minute or two. You can ask me, ਅਗਰ ਅਮੁਲ ਦੇ ਕੁਐਸਚਨ ਦੇ ਵੀ ਕੋਈ ਕੁਐਸਚਨ ਹੋਵੇ ਤਾਂ ਉਹ ਵੀ ਪੁੱਛ ਲਓ, ਕਿਉਂਕਿ ਉਹ I'm willing to answer any question on ਅਮੁਲ ਵਾਲੀ ਜਿਹੜੀ ਪਹਿਲੀਆਂ ਜਿਹੜੀਆਂ ਲਾਈਨਾਂ ਡਿਸਕਸ ਕੀਤੀਆਂ ਉਹਦੇ ਉੱਤੇ ਕੋਈ ਇਸ਼ੂ ਆਵੇ ਤੇ। But I like the word Guru Nanak Dev Ji used here, you know, amul, mul te amul, you know. Anji, Preeti, you're smiling. Good question. No, I didn't have a question. I was going to comment ki je amul da, for those who are interested, Bhai Veer Singh Ji has spent a page ਸੰਥੀਆਂ ਵਿੱਚ ਬੜੀ ਖੂਬਸੂਰਤੀ ਦੇ ਨਾਲ ਉਹਨਾਂ ਨੇ he used an example of ਗੁਲਾਬ ਦੇ ਫੁੱਲ ਦਾ, exactly, to describe what is amul. ਤੇ ਉਸ ਤੋਂ ਬਾਅਦ ਜਿਹੜਾ ਸਾਲਸ ਰਾਏ ਦੀ ਸਾਖੀ ਸੀਗੀ ਮਰਦਾਨਾ ਜੀ ਦੀ, that's he right, uses that as an example to define amul. And it's not, you have to read it again and again to fully grasp what it really means. Amul ਦੀ ਕੀ definition ਹੈਗੀ ਹੈ, how do you really comprehend amul? ਔਰ ਖਾਲੀ ਇਹ ਦੋ ਐਗਜ਼ਾਮਪਲ ਹੀ ਨਹੀਂ ਦਿੱਤੀਆਂ, ਮੈਨੂੰ go further than this, pages ਭਰੇ ਹੋਏ ਨੇ, ਅਗਲੇ 5 ਪੇਜ, ਅਗਲੇ 5 ਪੇਜ, ਕਿਉਂਕਿ ਆਈ ਥਿੰਕ ਉਹਨਾਂ ਨੂੰ ਵੀ ਦਿੱਕਤ ਆਈ ਹੈ ਸਮਝਾਉਣ ਵਿੱਚ ਕਿ ਬੰਦਾ ਉਹਨੇ ਰਹਿ ਜਾਂਦਾ ਨਾ, ਬੰਦਾ ਕੀ ਕਰੇ, ਬੰਦਾ ਹੁਣ ਅੱਗੇ ਜਾਏ, ਵਰਡ ਕਿੱਥੇ ਤੱਕ ਜਾਣਗੇ ਤੁਹਾਡੇ, ਯੂ نو, ਠੀਕ ਹੈ ਅਖਰੀ ਨਾਮ ਅਖਰੀ ਸਲਾਹ ਹੈ, ਪਰ ਅੱਖਰ ਦਾ ਵੀ ਤੇ, ਅੱਖਰਾਂ ਦੇ ਪ੍ਰੀਤ ਜੀ ਕੋਈ ਲਿਮਿਟ ਹੁੰਦੀ ਹੈ ਨਾ, ਅੱਖਰਾਂ ਦੀ, ਅੱਖਰ ਵਿਚਾਰੇ ਕੀ ਕਰਨਗੇ, ਜਿਸ ਸਿਰ ਲਿਖੇ ਤੇ ਸਿਰ ਨਾ ਹੈ, ਯੂ نو, ਹੁਣ ਉਹ ਕੀ ਕਰੇ ਬੰਦਾ, ਅੱਖਰਾਂ ਦੀ ਇੱਕ ਆਪਣੀ ਲਿਮਿਟੇਸ਼ਨ ਹੈ, ਯੂ نو, ਵਰਡਸ ਦੀ, ਬੋਲਣ ਵਿੱਚ ਵੀ ਤੇ ਗਾਣ ਵਿੱਚ ਵੀ ਤੇ ਲਿਖਣ ਵਿੱਚ ਵੀ ਇੱਕ ਲਿਮਿਟੇਸ਼ਨ ਹੈ ਨਾ, ਪ੍ਰੀਤ, ਫਿਰ ਉਹ ਲਿਮਿਟੇਸ਼ਨ ਜਿਹੜੀ ਹੈ, ਫਿਰ ਉਹ ਬੰਦਾ ਫਿਰ ਉਹ ਕਿੰਝ ਜ਼ਾਹਿਰ ਕਰੇ ਉਸ ਲਿਮਿਟੇਸ਼ਨ। So
ਕਿ ਸੁੰਦਰ ਜੀ ਹਰਜਸ ਇੰਨਾ ਵੱਡਾ ਹੈ, ਇਤਨਾ ਜ਼ਿਆਦਾ ਹੈ ਕਿ ਲਿਖਣ ਨਾਲ ਪੂਰਾ ਹੋ ਹੀ ਨਹੀਂ ਸਕਦਾ। ਇਹ ਨਹੀਂ ਹੋ ਸਕਦਾ। ਕਬੀਰ ਸਾਹਿਬ ਦਾ ਆਪਣਾ ਇੱਕ ਹੋਰ ਮੈਂ ਸ਼ਬਦ ਇਸ ਨੂੰ ਯਾਦ ਹੈ, ਕਬੀਰ ਨਹੀਂ ਕਹਿੰਦੇ ਸਾਤ ਸਮੁੰਦੇ ਮਸ ਕਰੂੰ ਕਲਮ ਕਰੂੰ ਬਨ ਰਾਏ, ਬਿਲਕੁਲ ਵਸੁਦਾ ਕਾਗਜ਼ ਜਿਉਂ ਕਰੂੰ ਹਰਜਸ ਲਿਖਣ ਨਾ ਜਾਏ। ਫਿਰ ਵੀ ਨਹੀਂ, ਸਭ ਕੁਝ ਬਿਲਕੁਲ। ਕਰਨਾ ਫਿਰ ਵੀ ਨਹੀਂ ਲਿਖਿਆ ਜਾ ਸਕਦਾ। ਤੇ ਇਹ ਨਾ ਮੰਨੋ, ਸਮਝੋ, ਚਲੋ, ਅਪਣਾਓ। ਤੇ ਛੋਟਾ ਜਿਹਾ ਵਰਡ ਰਾਮ ਵੀ ਜਿਹੜਾ ਹੈਗਾ ਮਨ ਵਿੱਚ ਹਿੱਟ ਕਰ ਜਾਂਦਾ ਤੇ ਤੁਸੀਂ ਪਹੁੰਚ ਜਾਂਦੇ ਹੋ। ਯਾ ਉਹ ਸ਼੍ਰੀ ਰਾਗ ਵਾਲਾ ਸ਼ਬਦ ਸਿੱਖਿਆ ਸੀ ਨਾ, ਕਿ ਉਹ ਜਿਹੜਾ ਪਹਿਲਾ ਸ਼ਬਦ ਜਿਹੜਾ ਸੀ ਸਾਚਾ ਨਿਰੰਕਾਰ ਨਿਜ ਥਾਏ, ਉਹ ਸ਼੍ਰੀ ਰਾਗ ਵਾਲੇ ਸ਼ਬਦ ਵਿੱਚ ਵੀ ਅੱਗੇ ਜਾ ਕੇ ਚੌਥੇ ਪਦੇ ਵਿੱਚ ਵੀ ਕਹਿਣਾ ਕਿ ਉਹ ਵੀ ਉੱਥੇ ਵੀ ਉਹੀ ਗੱਲ ਕਹਾਣੀ ਕਿ ਮੈਂ ਜੇ ਕਲਮ ਬਣ ਜਾਵਾਂ, ਜੇ ਸਾਰਾ ਮੱਸੂ ਤੋਟ ਨਾ ਆਵੇ, ਉੱਥੇ ਵੀ ਵਰਡ ਉਹ ਜੀ ਆਏ ਹਨ ਬੜੇ, ਕਿ ਜਿਹਦੇ ਇੰਕ ਵੀ ਚੱਲੇ ਇੰਨੀ ਲੰਬੀ, ਭਾਵ ਅਸਮਰਥ ਹੋ ਜਾਂਦਾ ਬੰਦਾ। ਸੋ ਇਹ ਹੈ, ਸੋ ਇਹ ਪਿਆਰ ਵਾਲੀਆਂ ਅਸ਼ਪਤੀਆਂ ਹਨ। ਗੁਰਬਾਣੀ ਦਾ ਕੰਮ ਹੀ ਇਹੀ ਹੈ, ਤੁਹਾਡੇ ਅੰਦਰ ਇਨਕਰੇਜਮੈਂਟ ਪੈਦਾ ਕਰਨਾ, ਤੁਹਾਡੇ ਅੰਦਰ ਉਹ ਵਲਵਲੇ ਪੈਦਾ ਕਰਨਾ, ਜਿਹੜੇ ਵਲਵਲੇ ਗਿਆਨ ਤੋਂ ਮਿਲਦੇ ਹਨ ਤੇ ਪਿਆਰ ਤੋਂ ਮਿਲਦੇ ਹਨ। ਤੇ ਪਿਆਰ ਸੰਗੀਤ ਰੂਪ ਵਿੱਚ ਛੁਪਾ ਕੇ ਰੱਖਿਆ ਹੋਇਆ ਉਹਨਾਂ ਨੇ ਅੰਦਰ। ਇਸ ਬਾਣੀ ਨੂੰ ਗਾਵਣਾ ਉਤਨਾ ਹੀ ਇੰਪੋਰਟੈਂਟ ਹੈ ਜਿਤਨਾ ਇਸ ਬਾਣੀ ਦਾ ਪਾਠ ਤੇ ਜਿਤਨਾ ਇਸ ਬਾਣੀ ਨੂੰ ਸਮਝਣਾ ਹੈ। ਉਹ ਹਮੇਸ਼ਾ ਮੈਂ ਕਲਾਸ ਕਹਿੰਦਾ ਹੁੰਦਾ, ਪਹਿਲੇ ਵੀ ਕਿਹਾ ਹੋਇਆ ਹੈ, ਕਿ ਇਸ ਵਾਸਤੇ ਗੁਰਬਾਣੀ ਦਾ ਸਥਾਨ ਤੇ ਬਹੁਤ ਉੱਚਾ ਹੈ। ਜਿੱਥੇ ਮਹਾਰਾਜ ਦੇ ਸਰੂਪ ਹਨ ਜਿਹੜੇ, ਉਹ ਤੇ ਸਭ ਤੋਂ ਉਤਲੀ ਸਥਾਨ ਤੇ ਹੁੰਦੇ ਹਨ। ਸੰਗਤ ਥੱਲੇ ਬੈਠਦੀ ਹੈ, ਪਰ ਜਿੱਥੇ ਬਾਣੀ ਗਾਈ ਜਾਂਦੀ ਹੈ, ਜਿੱਥੇ ਬਾਣੀ ਦਾ, ਕਿਉਂਕਿ ਜਿੱਥੇ ਬਾਣੀ ਜਿੱਥੇ ਗਾਣੀ ਹੈ, ਜਿੱਥੇ ਉਹ ਸਥਾਨ ਸੰਗਤ ਤੇ ਉਚਲਾ ਸਥਾਨ ਹੈ, ਉੱਥੇ ਬਾਣੀ ਨੇ ਪ੍ਰਗਟ ਹੋਣਾ ਹੈ। ਇਸ ਵਾਸਤੇ ਨੋਟਿਸ ਕਰੋਗੇ, ਜਿੱਥੇ ਰਾਗੀ ਗਾਉਂਦੇ ਹਨ ਬਾਣੀ ਨੂੰ, ਉਹ ਸਥਾਨ ਸੰਗਤ ਜਿੱਥੇ ਬੈਠਦੀ ਹੈ, ਉਸ ਤੋਂ ਉਚਲਾ ਸਥਾਨ ਹੈ। ਮਹਾਰਾਜ ਦੇ ਸਰੂਪ ਤੋਂ ਥਲਵਾਂ ਸਥਾਨ ਹੈ। ਲੇਕਿਨ ਜਿੱਥੇ ਬਾਣੀ ਨੇ ਰਾਗਾਂ ਚ ਪ੍ਰਗਟ ਹੋਣਾ ਹੈ, ਜਿੱਥੇ ਬਾਣੀ ਨੇ ਗਾਇਨ ਰੂਪ ਵਿੱਚ ਪ੍ਰਗਟ ਹੋਣਾ ਹੈ, ਜਿੱਥੇ ਬਾਣੀ ਨੇ ਉਸ ਰੂਪ ਲੈਣਾ ਹੈ ਗਾਣ ਵਾਲਾ, ਉਹ ਸੰਗਤ ਦੇ ਥਲਵੇਂ ਸਥਾਨ ਤੋਂ ਉੱਚਾ ਸਥਾਨ ਹੈ। ਉੱਥੇ ਤੁਸੀਂ ਨਹੀਂ ਬੈਠ ਸਕਦੇ, ਉੱਥੇ ਗਾਣ ਵਾਲੇ ਬੈਠਦੇ ਹਨ ਖਾਲੀ। ਸੋ ਇਹ ਗੱਲਾਂ ਹਨ। So it's 10:23, no more questions. I guess I'm going to end the class now. I'm going to stay here for a minute or two more. Next week, hopefully I'll get prepared and we'll change gears again and a little bit understand more. और ਉਹ struggle ਦੇਖੋਗੇ ਤੁਸੀਂ, ਜਿਸ struggle ਵਿੱਚ ਇੱਕ ਉਹ struggle ਸੀ ਜਿੱਥੇ ਡਰੇ ਨਹੀਂ ਤੇ ਬੰਦ ਕਟਾਏ, ਡਰੇ ਨਹੀਂ ਤੇ ਚਖੜੀਆਂ ਤੇ ਚੜ ਗਏ, ਡਰੇ ਨਹੀਂ ਤੇ 40 ਸਿੰਘ ਖੱਟ ਗਏ ਅੱਗੇ, 10 ਲੱਖ ਦੀ ਫੌਜ ਅੱਗੇ ਚਮਕੌਰ, ਤੇ ਇੱਕ ਬੰਦਾ ਨਹੀਂ ਉਹਨਾਂ ਚੋਂ ਡਰਿਆ। ਤੇ ਇੱਕ ਟਾਈਮ ਉਹ ਵੀ ਆਇਆ 1920 ਵਿੱਚ, ਜਦੋਂ 6-6 ਫੁੱਟ ਦੇ ਜਵਾਨ ਤੇ ਅੱਗੇ ਲਾਠੀ ਲੈ ਕੇ ਗੋਰਖੇ ਖੜੇ ਹਨ, ਗੋਰੇ ਖੜੇ ਹਨ, ਤੇ ਸਿਰ ਤੇ ਵੱਜਦੀ ਹੈ ਉਹ ਵੱਡੀ ਲਾਠੀ, ਲੋਹਾਨ ਹੋ ਜਾਂਦਾ ਹੈ ਬੰਦਾ, ਤੇ ਡਰ ਦੀ ਕੋਈ ਹੈ ਹੀ ਨਹੀਂ ਅੱਖਾਂ ਵਿੱਚ ਕੋਈ ਡਰ। ਜੈਤੋ ਗੰਗਸਰ ਦੇ ਮੋਰਚੇ ਵਿੱਚ, ਗੁਰੂ ਕਾ ਬਾਗ ਦੇ ਮੋਰਚੇ ਵਿੱਚ, ਔਰ ਹੈਰਾਨ ਹੋਵੋਗੇ ਸੁਣ ਕੇ ਕਿ ਕਿੱਥੋਂ ਸੰਗਤਾਂ ਗਈਆਂ ਮੋਰਚੇ ਵਿੱਚ ਲੱਗਣ ਵਾਸਤੇ। ਹਾਂਗਕਾਂਗ ਤੋਂ ਮੋਰਚਾ ਗਿਆ, ਕੈਨੇਡਾ ਤੋਂ ਮੋਰਚੇ ਗਏ, ਕਲਕੱਤੇ ਤੋਂ ਮੋਰਚੇ ਗਏ, ਦਿੱਲੀ ਤੋਂ ਗਏ, ਬਨਾਰਸ ਤੋਂ ਗਏ। ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਨੀ ਕਿ हे ਮੇਰੇ ਗੁਰੂ ਮੈਨੂੰ ਹਿੰਮਤ ਬਖਸ਼ੋ, ਤੇ ਉਸ ਤੋਂ ਬਾਅਦ, ਔਰ ਫਿਰ ਜੈਂਡਰ ਫ੍ਰੀ। ਇਹ ਨਹੀਂ ਕਿ ਸਿਰਫ, ਇਹ ਨਾ ਸੋਚਿਓ ਕਦੀ ਕਿ ਸਿਰਫ ਵਰਤ ਗਏ ਤੇ ਔਰਤਾਂ ਨਹੀਂ ਗਈਆਂ, ਇਹ ਵੀ ਨਹੀਂ। ਧੰਨ ਸਨ ਗੁਰੂ ਕੇ ਪਿਆਰੇ ਉਹ ਜਿਨ੍ਹਾਂ ਨੇ ਉਹ ਕੁਰਬਾਨੀਆਂ ਉਹਨਾਂ ਦਿਨਾਂ ਵਿੱਚ। ਇਹ ਤੇ 100 ਸਾਲ ਪੁਰਾਣੀ ਗੱਲ ਹੈ, ਇਹ ਕੋਈ 300 ਸਾਲ ਪੁਰਾਣੀ ਗੱਲ ਨਹੀਂ ਕੋਈ। ਉਹਨਾਂ ਦੀਆਂ ਸਟੋਰੀਜ਼ ਵੀ ਰਿਪੀਟ ਕਰਨ ਵਾਲੀਆਂ ਹਨ, ਉਹਨਾਂ ਨੂੰ ਵੀ ਸਮਝਣਾ ਇੰਪੋਰਟੈਂਟ ਹੈ ਨਾ। ਸੋ ਤੁਸੀਂ ਹੁਣ ਅਗਲੇ ਹਫਤੇ ਹੋਪਫੁਲੀ ਵੀ ਵਿਲ ਸਟਾਰਟ ਦੈਟ ਚੈਪਟਰ ਐਂਡ ਗੈਟ ਐਨ ਆਈਡੀਆ ਵਾਟ ਪੀਪਲ ਵੈਂਟ ਥਰੂ। ਕਿਤਨਾ ਜਜ਼ਬਾ ਸੀ ਕੌਮ ਵਿੱਚ, ਔਰ ਕਿਤਨੀ ਕੌਮ ਉਸ ਵੇਲੇ, ਕਿਸ ਤਰ੍ਹਾਂ ਦੇ ਲੋਕ ਹੋਣੇ, ਕਿਸ ਤਰ੍ਹਾਂ ਦੇ ਮਾਪਿਓ ਹੋਣੇ ਜਿਹੜੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ, ਅੱਜ ਕੱਲ ਪਤਾ ਨਹੀਂ ਕੋਈ ਪ੍ਰੇਰੇ ਨਾ ਪ੍ਰੇਰੇ ਇਸ ਤਰ੍ਹਾਂ ਕੋਈ। ਔਰ ਇੱਥੇ ਤੱਕ ਮੈਂ ਕਹਿ ਦਿਆਂ ਕਿ ਜਦੋਂ ਹਸਪੀਟਲ ਪਹੁੰਚਾਇਆ ਜਾਂਦਾ ਸੀ ਸਿੰਘਾਂ ਨੂੰ, ਤਾਂ ਬ੍ਰਿਟਿਸ਼ ਗਵਰਨਮੈਂਟ ਵੈਂਟ ਆਊਟ ਆਫ ਦੇ ਵੇ ਟੂ ਮੇਕ ਸ਼ੋਰ ਕਿ ਇਹਨਾਂ ਨੂੰ ਕੋਈ ਡਾਕਟਰ ਅਟੈਂਡ ਨਾ ਕਰੇ।
they went out of their way to make sure ਕਿ ਇਹਨਾਂ ਨੂੰ ਕੋਈ ਦਵਾਈਆਂ ਉਪਲਬਧ ਨਾ ਹੋਣ ਜ਼ਿਆਦਾ ਤੇ ਉੱਥੇ ਵੀ ਗੁਰੂ ਕੇ ਸਿੰਘਾਂ ਨੇ ਮੋਰਚਾ ਲਗਾਇਆ ਦਵਾਈਆਂ ਦਾ ਦੂਰੋਂ ਦੂਰੋਂ ਪਹੁੰਚਾਇਆ ਇੱਥੇ ਤੱਕ ਲਿਖਿਆ ਹੋਇਆ ਹੈ ਇਤਿਹਾਸ ਵਿੱਚ ਨਿਊਯਾਰਕ ਟਾਈਮਸ ਬੜੇ ਆਰਟੀਕਲ ਆਏ ਨੇ I'm going to mention some New York Times the reporter who were there that time in ਜੈਤੋਗੰਜ ਦੇ ਮੋਰਚੇ ਵਿੱਚ ਕਿ ਜਿੱਥੇ ਐਂਬੂਲੈਂਸ ਵਿੱਚ ਸਿੱਖਾਂ ਨੂੰ ਪਾ ਕੇ ਤੇ ਵਿੱਚ ਜੰਗਲਾਂ ਵਿੱਚ ਛੋੜਿਆ ਖੇਤਾਂ ਵਿੱਚ ਛੁੱਟ ਦਿੱਤਾ ਉਹਨਾਂ ਨੂੰ ਮਰ ਜਾਣੇ ਤੇ ਹਸਪਤਾਲ ਹੀ ਨਾ ਪਹੁੰਚਣ ਸੋ ਇਹ ਰਾਜ ਵੀ ਉਹਨਾਂ ਦਾ ਰਾਜ ਵੀ ਅੰਗਰੇਜ਼ਾਂ ਦਾ ਰਾਜ ਵੀ ਬੜਾ ਖੂੰਖਾਰ ਸੀ ਬੜਾ ਕੋਈ ਇਹ ਨਾ ਸੋਚੋ ਕਿ ਮੁਗਲਾਂ ਦੇ ਟਾਈਮ ਹੀ ਬੜਾ ਕੁਝ ਹੋਇਆ ਅਨਰਥ ਤੇ ਉੱਥੇ ਅਨਰਥ ਨਹੀਂ ਹੋਇਆ ਉੱਥੇ ਵੀ ਬੜਾ ਅਨਰਥ ਹੋਇਆ ਤੇ ਉਹ ਚੈਪਟਰ ਲਵਾਂਗੇ ਅਗਲੇ ਹਫਤੇ and we'll go through that and we'll understand what we went through yeah ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਹਾਂਜੀ I am new in the group from Victoria BC Canada ਤੇ ਬਹੁਤ ਮੈਂ enjoy ਕੀਤਾ ਤੁਹਾਡਾ ਸਭ ਕੁਝ ਸੁਣ ਕੇ just beautiful ਜੇ ਤੁਹਾਡੇ ਕੋਲ ਥੋੜਾ ਟਾਈਮ ਹੋਵੇ ਤੇ just ਹੋ ਸਕਦਾ ਤੁਸੀਂ ਪਹਿਲਾਂ ਡਿਸਕਸ ਕੀਤਾ ਹੋਵੇ ਪਰ ਮੈਂ ਨਹੀਂ